ਉਹਨਾਂ ਕੋਲ ਜਿਹੜਾ ਕਾਰਡ ਆਇਆ ਉਹ ਬਹੁਤ ਵਧੀਆ। ਹੁਣ ਸਿੱਖ ਇਹਨੂੰ ਇਹ ਨਾ ਸਮਝਣ ਕਿ ਵੀ ਇਹਨਾਂ ਨੇ ਸਾਡੀ ਸਪੋਰਟ ਵਾਸਤੇ ਕੀਤੀ। ਉਹਨਾਂ ਨੂੰ ਆਪਦੀ ਰਾਜਨੀਤੀ ਉਹਦੇ ਵਿੱਚੋਂ ਵੇਖਣੀ ਚਾਹੀਦੀ ਆ ਕਿ ਵੀ ਸਾਡਾ ਤਾਂ ਇੱਕ ਇਨਸੀਡੈਂਟ ਆ ਜਿਹਨੂੰ ਉਹਨਾਂ ਨੇ ਯੂਜ਼ ਕੀਤਾ। ਉਹ ਕੋਈ ਹੋਰ ਵੀ ਹੋ ਸਕਦਾ ਸੀ XYZ, ਬਟ ਇਹ ਮੋਸਟ ਪਲੋਜ਼ੀਬਲ ਸੀਗਾ ਉਹਨਾਂ ਵਾਸਤੇ, ਜਾਂ ਉਹਨਾਂ ਨੂੰ ਜਚਿਆ ਹੋਊਗਾ, ਉਹਨਾਂ ਨੇ ਸੋਚਿਆ ਹੋਣਾ ਕਿ ਇਹ ਬੈਟਰ ਹੈਗਾ ਸਾਡੇ ਵਾਸਤੇ, ਇਹਦੇ ਨਾਲ ਅਸੀਂ ਆਹ ਸਟੈਪਸ ਲੈ ਸਕਦੇ ਜਿਹੜੇ ਅੱਗੇ ਅਨਫੋਲਡ ਹੋਣਗੇ। ਤਾਂ ਇਹਨੂੰ ਇਹ ਚੀਜ਼ ਨਾ ਸੋਚਣ, ਉਹਨੂੰ ਆਪਦੀ ਇੰਡੀਪੈਂਡੈਂਟ ਸੋਚ ਦੇ ਹਿਸਾਬ ਨਾਲ ਉਸ ਨੂੰ ਡੀਲ ਕਰਨ ਕਿ ਹਾਂ ਜੇ ਇਹ ਸਿਚੁਏਸ਼ਨ ਬਣੀ ਹੈ ਤਾਂ ਅਸੀਂ ਇਹਦਾ ਕਿਵੇਂ ਚੱਲ ਸਕਦੇ, ਇਹਨੂੰ ਕਿਵੇਂ ਨੈਗੋਸ਼ੀਏਟ ਕਰੀਏ। ਸਿੱਖਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਇਸ ਸਾਰੇ ਮਸਲੇ ਠੀਕ ਆ, ਚੁਣਿਆ ਉਹਨਾਂ ਨੇ, ਆਵਾਜ਼ ਹਾਂ ਦਾ ਨਾਅਰਾ ਮਾਰਿਆ, ਉਹਨਾਂ ਨੂੰ ਇੱਕ ਹੱਦ ਤੱਕ ਇੱਕ ਉਹ ਪੋਜ਼ੀਟਿਵ ਸਿੱਖ ਵੇਖ ਸਕਦੇ ਉੱਥੋਂ ਦੇ, ਹੈ ਨਾ, ਜਾਂ ਇੱਥੋਂ ਦੇ ਵੀ। ਅਤੇ ਪਰ ਲਾਰਜਲੀ ਸਿੱਖ ਉਹਨਾਂ ਨੇ ਐਜ਼ ਅ ਕਾਰਡ ਹੀ ਪਲੇ ਕੀਤਾ। ਤਾਂ ਤੁਹਾਨੂੰ ਲੱਗਦਾ ਸਿੱਖਾਂ ਨੂੰ ਮੋਹਰੇ ਵਾਂਗੂ ਵਰਤਿਆ ਜਾ ਰਿਹਾ ਹੈਗਾ? ਸਿੱਖਾਂ ਨੂੰ ਮਤਲਬ ਬਹੁਤ ਕੌਸ਼ੀਅਸ ਹੋ ਕੇ ਚੱਲਣਾ ਚਾਹੀਦਾ। ਸਿੱਖ ਜੇ ਧਿਆਨ ਨਾਲ ਚੱਲਣ, ਜਿਵੇਂ ਦੇਖੋ ਜਦੋਂ ਅਬਦਾਲੀ ਆਉਂਦਾ ਸੀ ਜਾਂ ਮੁਗਲ ਸਰਕਾਰ, ਮੁਗਲਾਂ ਨਾਲ ਜਾਂ ਮਰਾਠਿਆਂ ਨਾਲ, ਤਾਂ ਉਹ ਵੀ ਉਸ ਸਮੇਂ ਦੇ ਕੌਮਾਂਤਰੀ ਜਾਂ ਜੀਓਪੋਲੀਟੀਕਲ ਪ੍ਰੈਸ਼ਰ ਸੀਗੇ ਇੱਕ ਤਰ੍ਹਾਂ ਦੇ, ਬਹੁਤ ਵੱਡੀਆਂ ਤਾਕਤਾਂ ਸੀ। ਤਾਂ ਉਦੋਂ ਜੇ ਸਿੱਖਾਂ ਨੇ ਬਹੁਤ ਤਰੀਕੇ ਨਾਲ ਨਿਕਲ ਗਏ ਉਹਦੇ ਵਿੱਚੋਂ ਅਤੇ ਅੱਗੇ ਜਾ ਕੇ ਬਹੁਤ ਸੋਹਣੀ ਫੋਰਸ ਬਣੇ ਆ, ਤਾਂ ਅੱਜ ਵੀ ਇੱਕ ਕਿਤੇ ਨਾ ਕਿਤੇ ਇੰਨੀਆਂ ਸੰਭਾਵਨਾ ਹੈਗੀਆਂ ਕਿ ਵੀ ਤੁਹਾਨੂੰ ਕੁਛ ਨਾ ਕੁਛ ਰਾਹਤ ਜਾਂ ਕੁਛ ਨਾ ਕੁਛ ਸਿਚੁਏਸ਼ਨ ਮਿਲ ਸਕਦੀ। ਸਿੱਖ ਕੋਈ ਐਡੀ ਵੱਡੀ ਫੋਰਸ ਨਹੀਂ ਗੇ ਇੱਥੇ, ਹੈ ਨਾ, ਮਤਲਬ ਕੋਈ ਹਾਰਡ ਪਾਵਰ ਨਹੀਂ ਗੇ, ਹਾਰਡ ਪਾਵਰ ਨਾ ਤਾਂ ਇਕਨੋਮਿਕ ਪਾਵਰ ਹੈਗੇ ਆ ਨਾ ਉਹ। ਹਾਂ ਇਹ ਆ ਕਿ ਲੋਕੇਸ਼ਨ ਉਹਨਾਂ ਦੀ ਬਹੁਤ ਸੋਹਣੀ ਆ, ਉਹ ਸੰਗਠਿਤ ਬੈਠੇ ਆ, ਇੱਕ ਏਰੀਆ ਨੂੰ ਕਵਰ ਕਰਦੇ ਆ ਅਤੇ ਬਹੁਤ ਇੰਪੋਰਟੈਂਟ ਇਲਾਕੇ ਨੂੰ ਦੇ ਵਿੱਚ ਬੈਠੇ, ਇਹ ਉਹਨਾਂ ਦੀ ਸਟਰੈਂਥ ਹੈ। ਕਿ ਕੋਈ ਐਕਸਟਰਾ ਮਤਲਬ ਐਡਵੈਂਚਰਿਜ਼ਮ ਨਾ ਕਰਨ। ਅਤੇ ਮਿਸਲ ਕਾਲ 'ਚ ਜਿਵੇਂ ਅਬਦਾਲੀ ਅਤੇ ਉਹ ਵੱਡੀਆਂ ਤਾਕਤਾਂ ਟਕਰਾਈਆਂ ਸੀ ਅਤੇ ਸਿੱਖਾਂ ਨੇ ਇੱਕ ਪਾਸੇ ਰਹਿ ਕੇ ਮਰੱਠੇ ਅਤੇ ਅਬਦਾਲੀ ਜਦੋਂ ਟਕਰਾਏ, ਸਿੱਖਾਂ ਨੇ ਪਾਸੇ ਰਹਿ ਕੇ ਇੱਕ ਗੇਨ ਕੀਤਾ ਉਹਦੇ ਵਿੱਚ। ਆਪਣੀ ਕਮਿਊਨਿਟੀ ਇਮੋਸ਼ਨਲ ਲੱਗ 'ਤੇ ਐਕਸਾਈਟਡ ਆ, ਕਿਸੇ ਗੱਲ ਨੂੰ ਲੈ ਕੇ ਆਪਾਂ ਐਕਸਾਈਟ ਬਹੁਤ ਹੋ ਜਾਂਦੇ ਹਾਂ ਕਿ ਪਤਾ ਨਹੀਂ ਜਿਵੇਂ ਤੁਹਾਡੇ ਸਾਰੀ ਗੱਲਬਾਤ 'ਚੋਂ ਹੀ ਆ ਰਿਹਾ ਕਿ ਤਾਂ ਜਿਹੜੀ ਘਟਨਾ ਤਾਂ ਇੱਕ ਰੈਫਰੈਂਸ ਆ, ਇਹਦੇ ਪਿੱਛੇ ਕਹਾਣੀ ਤਾਂ ਪੂਰੀ ਹੋਰ ਹੈ। ਮੈਂ ਉਹੀ ਕਹਿ ਰਿਹਾ ਕਿ ਸਿੱਖਾਂ ਨੂੰ ਮਤਲਬ ਜਿਵੇਂ ਹੁਣ ਇਸ ਟਾਈਮ ਮੇਰਾ ਖਿਆਲ ਸਿੱਖ ਜਿਹੜਾ ਲੀਡਰਸ਼ਿਪ ਆ ਜਿਹੜੀ ਵੀ, ਅਤੇ ਸਿੱਖਾਂ ਦਾ ਜਿਹੜਾ ਵੀ ਕੋਈ ਬੁੱਧੀਜੀਵੀ ਵਰਗ ਆ, ਉਹਨੂੰ ਬਹੁਤ ਸੋਚਣਾ ਚਾਹੀਦਾ ਕਿ ਉਹਨੇ ਕੀ ਪੋਜੀਸ਼ਨ ਲੈਣੀ ਹੈ ਐਜ਼ ਅ ਕਲੈਕਟਿਵ, ਐਜ਼ ਅ ਕਮਿਊਨਿਟੀ, ਕਿ ਕਿੱਥੇ ਇੱਕ ਪੋਜੀਸ਼ਨ ਕਰਨਾ। ਬਿਕੋਜ਼ ਜਿੱਥੋਂ ਤੱਕ ਜੇ ਤੁਸੀਂ ਜਿਹੜੀਆਂ ਰਿਪਰੈਜ਼ੈਂਟੇਟਿਵ ਤੁਹਾਡੀਆਂ ਧਿਰਾਂ ਹੈ, ਉਹ ਤਾਂ ਵੈਸੇ ਤਾਂ ਰਿਪਰੈਜ਼ੈਂਟੇਟਿਵ ਧਿਰ ਕੋਈ ਹੈ ਹੀ ਨਹੀਂ, ਹੈ ਨਾ, ਪਰ ਮੋਟੀ ਤੌਰ 'ਤੇ ਜੇ ਅਕਾਲੀ ਦਲ ਨੂੰ ਵੀ ਵੇਖੀਏ ਤਾਂ ਕੀ ਪੋਜੀਸ਼ਨ ਲੈ ਰਿਹਾ, ਉਹ ਕਹਿੰਦਾ ਜੀ ਦੋਵਾਂ 'ਚ ਰਲ ਮਿਲ ਕੇ ਬੈਠ ਕੇ ਫੈਸਲਾ ਕਰ ਲਓ। ਮਤਲਬ ਇਟ ਇਜ਼ ਐਜ਼ ਇਫ ਕਿ ਕੋਈ ਜ਼ਮੀਨ ਦਾ ਟੁਕੜਾ ਹੈਗਾ, ਹੈ ਨਾ, ਜਿਹਦੇ ਪਲਾਟ 'ਚ ਵੀ ਆਪਾਂ ਕੰਧ ਕਿੱਥੇ ਜੇ ਕੱਢਣੀ, ਉਹਦਾ ਰੌਲਾ ਵੀ ਰਲ ਕੇ ਜੇ ਕਰ ਲਓ। ਇਹਦਾ ਬੜਾ ਵੱਡਾ ਇਸ਼ੂ ਹੈਗਾ, ਇਹਦੇ 'ਚ ਕੋਈ ਆਏ ਹੈ ਨਹੀਂ, ਹੈ ਨਾ। ਅਤੇ ਉਹ ਬੜੀ ਮਤਲਬ ਸਟੇਟਸਮੈਨਸ਼ਿਪ ਵਾਲੀ ਗੱਲ ਨਹੀਂ ਸੁਖਬੀਰ ਬਾਦਲ ਦੀ, ਬਹੁਤ ਨੀਚੇ ਦੇ ਪੱਧਰ ਦੀ ਗੱਲ ਕਰ ਰਹੇ ਆ ਉਹ। ਇਸ ਟਾਈਮ ਉਹ ਜਿਹੀ ਗੱਲ ਕਰਨ ਦਾ ਮੌਕਾ ਨਹੀਂ ਗਾ। ਇਸ ਟਾਈਮ ਪਹਿਲਾਂ ਬਹੁਤ ਸੁਚੇਤ ਹੋਣ ਦੀ ਲੋੜ ਹੈ ਕਿ ਇੱਥੇ ਕੀ ਹੋ ਸਕਦਾ। ਜੇ ਮੈਂ ਸਿੱਧੇ ਇੱਕ ਆਮ ਬੰਦੇ ਨੂੰ ਸਮਝਾਉਣਾ ਹੋਵੇ, ਕੈਨੇਡਾ ਨੇ ਜੋ ਕੀਤਾ, ਟਰੂਡੋ ਨੇ ਜੋ ਬਿਆਨ ਦਿੱਤਾ, ਉਹ ਅਮਰੀਕਾ ਨੇ ਦਵਾਇਆ। ਉਹ ਅਮਰੀਕਾ ਦਾ ਬਿਆਨ ਆ, ਉਹਨੇ ਆਪਦੇ ਇੱਕ ਮਤਲਬ ਅਲਾਈ ਤੋਂ ਜਾਂ ਆਪਦੇ ਛੋਟੇ ਅਲਾਈ ਤੋਂ ਇੱਕ ਉਹ ਬਿਆਨ ਕਰਾਤਾ ਅਤੇ ਉਹਨੇ ਹੁਣ ਸ਼ਿਕੰਜਾ ਕੱਸਣਾ ਸ਼ੁਰੂ ਕਰ। ਜੇ ਆਪਾਂ ਕਹੀਏ ਕਿ ਵੀ US ਅਤੇ ਕੈਨੇਡਾ ਵੱਖਰੇ ਆ, ਤਾਂ ਉਹ ਬਿਲਕੁਲ ਵੱਖਰੇ ਨਹੀਂ। ਕੈਨੇਡਾ ਜਿਹੜਾ ਹੈਗਾ, ਜੇ ਉਹਦੀ ਜਿਹੜੀ ਫੋਰਨ ਅਫੇਅਰਸ ਨੂੰ ਵੇਖਿਆ ਜਾਵੇ, ਉਹਦੀ ਬਾਹਰ ਵਿਦੇਸ਼ ਨੀਤੀ ਨੂੰ ਵੇਖਿਆ ਜਾਵੇ, ਤਾਂ ਉਹ ਐਕਚੁਅਲੀ ਅਮਰੀਕਾ ਦਾ ਹਰਿਆਵਲ ਦਸਤਾ ਹੀ ਰਿਹਾ ਹਮੇਸ਼ਾ। ਜੇ ਉਹਦੀ ਪੁਰਾਣੀ ਟਰੈਂਡ ਵੇਖਿਆ ਜਾਵੇ ਤਾਂ ਉਹ ਵੈਨਗਾਰਡ ਐਕਸ਼ਨ ਕਰਦਾ। ਜਦੋਂ ਵੀ ਕਿਸੇ ਨਾਲ ਨਾਰਾਜ਼ ਹੋਣਾ ਹੁੰਦਾ ਅਮਰੀਕਾ ਨੇ, ਉਹ ਪਹਿਲਾਂ ਕੈਨੇਡਾ ਨਾਰਾਜ਼ ਹੁੰਦਾ ਅਤੇ ਕੈਨੇਡਾ ਉਹਦੇ ਨਾਲੋਂ ਜ਼ਿਆਦਾ ਸਟਰੋਂਗ ਐਕਸ਼ਨ ਲੈਂਦਾ। ਕਿ ਅਮਰੀਕਾ ਭਾਰਤ ਨੂੰ ਰਸ਼ੀਆ ਅਤੇ ਚੀਨ ਦੇ ਮਸਲੇ 'ਤੇ ਗੋਡਿਆਂ ਪਰਨੇ ਕਰਨਾ ਚਾਹੁੰਦਾ। ਜੇ ਆਪਾਂ ਕਹੀਏ ਵੀ ਹਾਂ ਭਾਈ ਤੁਸੀਂ ਗੋਡਿਆਂ ਪਰਨੇ ਹੋ ਜਾਓਗੇ ਤਾਂ ਅਸੀਂ ਠੀਕ ਆ, ਫਿਰ ਨਹੀਂ ਫਿਰ ਅਸੀਂ ਇਹੀ ਚੱਲਾਂਗੇ, ਨਹੀਂ ਅਸੀਂ ਅੱਜ ਕੈਨੇਡਾ ਤੋਂ ਸਟੇਟਮੈਂਟ ਦਵਾਤੀ, ਕੱਲ੍ਹ ਨੂੰ ਕਿਸ ਤੋਂ ਹੋਰ ਦਵਾ। ਬਿਲਕੁਲ ਜੀ, ਸ਼ਾਰਟ ਟਰਮ ਉਹ ਗੋਡਿਆਂ ਪਰਨੇ ਕਰਕੇ ਉਹ ਚੀਨ ਅਤੇ ਰੂਸ ਨਾਲ ਟੋਟਲ ਸੰਬੰਧ ਤੋੜਨੇ ਚਾਹੁੰਦਾ ਵੀ ਹਥਿਆਰ ਵੀ ਹੁਣ ਹੌਲੀ ਹੌਲੀ ਅਮਰੀਕਾ ਦੇ ਲੈ ਜਾਣ, ਅਤੇ ਦੂਸਰਾ ਚੀਨ ਦੇ ਵੀ ਅਗੇਂਸਟ ਖੜੇ ਹੋ। ਕੀ ਇਹ ਹੋ ਸਕਦਾ ਗਾ ਕਿ ਜਿੰਨਾ ਮਤਲਬ ਉਹ ਲੱਗੇ ਹੋਏ ਆ ਅਮਰੀਕਾ ਅਤੇ ਕੈਨੇਡਾ, ਕੀ ਹੋ ਸਕਦਾ ਭਾਰਤ ਆਪਦੀ ਪੋਜੀਸ਼ਨ ਬਦਲੇ ਰਸ਼ੀਆ ਦੇ ਉੱਤੇ ਜਾਂ ਚਾਈਨਾ ਦੇ ਉੱਤੇ? ਐਜ਼ ਆਫ ਟੂਡੇ ਤਾਂ ਜਿਹੜੀ ਪ੍ਰੈਜ਼ੈਂਟ ਰਜੀਮ ਆ ਉਹ ਤਾਂ ਹੁਣ ਬਦਲਦੀ ਲੱਗਦੀ ਨਹੀਂ, ਕਿਉਂਕਿ ਜੇ ਉਹ ਪੋਜੀਸ਼ਨ ਬਦਲੂਗੀ ਤਾਂ ਉਹਦਾ ਹੋਰ ਨੁਕਸਾਨ ਹੋ ਜਾਊਗਾ। ਸ਼ਾਰਟ ਟਰਮ ਜਿਹੜਾ ਗੋਲ ਹੈਗਾ ਅਮਰੀਕਾ ਦਾ, ਉਹ ਇਹ ਹੈਗਾ ਕਿ ਵੀ ਭਾਰਤ ਚੀਨ ਦੇ ਨਾਲ ਕਿਸੇ ਤਰੀਕੇ ਨਾਲ
ਮਿਲੀਟੈਰਲੀ ਅੰਗੇਜ ਹੋਵੇ, ਮਤਲਬ ਉਹਦਾ ਕੋਈ ਕਨਫਲਿਕਟ ਆਵੇ ਤਾਂ ਕਿ ਚਾਈਨਾ ਨੂੰ ਕੰਟੇਨ ਕੀਤਾ ਜਾ ਸਕੇ। ਤਾਂ ਹੁਣ ਅਮਰੀਕਾ ਕੋਲੇ 2-3 ਤਰੀਕੇ ਦੇ ਆਪਸ਼ਨਸ ਅਵੇਲੇਬਲ ਹੈ ਇੱਥੇ। ਉਹ ਆਪਸ਼ਨਸ ਕੀ ਹੈਗੀਆਂ? ਇੱਕ ਤਾਂ ਹੈ ਕਿ ਵੀ ਇੱਥੇ ਰਜੀਮ ਚੇਂਜ ਕੀਤਾ ਜਾਵੇ, ਕਿ ਵੀ ਕਿਸੇ ਤਰੀਕੇ ਨਾਲ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ ਇਹਨੂੰ ਬਦਲ ਕੇ ਕੋਈ ਹੋਰ ਸਰਕਾਰ ਲਿਆਂਦੀ ਜਾਵੇ। ਨੌਂ ਚਮਸਕੀ ਅਮਰੀਕਾ 'ਚ ਬਹਿ ਕੇ ਗੱਲ ਕਰ ਹਾਂ, ਕਿ ਦੁਨੀਆ ਦਾ ਸਭ ਤੋਂ ਵੱਡਾ ਟੈਰਰਿਸਟ ਅਮਰੀਕਾ। ਪੋਇਟ ਕਿਪਲਿੰਗ ਦੀ ਕਵਿਤਾ ਈਸਟ ਇਜ਼ ਈਸਟ ਵੈਸਟ ਇਜ਼ ਵੈਸਟ ਦਾ ਟਵੇਨ ਸ਼ੈਲ ਨੈਵਰ ਮੀਟ, ਯਾਨੀ ਪੂਰਬ ਤੇ ਪੱਛਮ ਕਦੇ ਨਹੀਂ ਮਿਲਣਗੇ। ਪੂਰਬ 'ਚ ਭਾਰਤ ਹੈ ਤੇ ਪੱਛਮ 'ਚ ਕੈਨੇਡਾ ਅਮਰੀਕਾ। ਤੇ ਟਰੂਡੋ ਦੇ ਬਿਆਨ ਤੋਂ ਬਾਅਦ ਤਲਖੀਆਂ ਵੱਧ ਰਹੀਆਂ ਨੇ। ਪੂਰਬ ਤੇ ਪੱਛਮ ਦੀ ਪੂਰੀ ਕਹਾਣੀ ਕੀ ਹੈ? ਪੂਰਬ ਤੇ ਪੱਛਮ ਦੀ ਜੀਓਪੋਲਿਟਿਕਸ ਕੀ ਹੈ? ਪੂਰਬ ਤੇ ਪੱਛਮ ਇਕੱਠੇ ਕਿਉਂ ਨਹੀਂ ਹੁੰਦੇ? ਪੱਛਮ ਪੂਰਬ ਨੂੰ ਕੀ ਡਿਕਟੇਟ ਕਰਨਾ ਚਾਹੁੰਦਾ ਹੈ? ਟਰੂਡੋ ਦੇ ਬਿਆਨ ਦੇ ਪਿੱਛੇ ਦੀ ਰਾਜਨੀਤੀ ਕੀ ਹੈ? ਇਹ ਸਕ੍ਰਿਪਟਿੰਗ ਕਿਹਨੇ ਕੀਤੀ ਹੈ? ਜਾਂ ਫਿਰ ਭਾਰਤ ਦੀ ਇੰਟਰਵੈਂਸ਼ਨ ਵਾਕਈ ਕੈਨੇਡਾ 'ਚ ਹੈ? ਵਾਕਈ ਨਿੱਜਰ ਦੇ ਕਤਲ ਦੇ ਐਵੀਡੈਂਸ ਮਿਲਣਗੇ ਕਿ ਸੱਚਮੁੱਚ ਸਬੂਤ ਨੇ? ਜੇ ਸਬੂਤ ਨੇ ਤਾਂ ਪਾਰਲੀਮੈਂਟ 'ਚ ਕਿਉਂ ਨਹੀਂ ਰੱਖੇ ਗਏ? ਦੂਜੀ ਗੱਲ ਜਿਹੜੀ ਵਾਰ ਬਾਰੇ ਕਹੀ ਜਾਂਦੀ ਹੈ ਜਾਂ ਪੋਲੀਟਿਕਸ ਬਾਰੇ ਕਹੀ ਜਾਂਦੀ ਹੈ ਕਿ ਵਾਰ ਇਜ਼ ਐਕਸਟੈਂਸ਼ਨ ਆਫ ਪੋਲੀਟਿਕਸ ਬਹੁਤ ਸਾਰੀ ਹੋ ਰਹੀ ਹੈ, ਪਰ ਸੈਕੰਡ ਵਰਲਡ ਵਾਰ, ਫਸਟ ਵਰਲਡ ਵਾਰ, ਪਹਿਲੀ ਜੰਗ ਤੇ ਦੂਜੀ ਜੰਗ ਤੋਂ ਬਾਅਦ ਮਨੁੱਖੀ ਸੱਭਿਅਤਾ ਨੇ ਇਹੀ ਸਿੱਖਿਆ ਕਿ ਜੰਗਾਂ ਹੁਣ ਸਿੱਧੀਆਂ ਨਹੀਂ ਲੜਨੀਆਂ। ਸਿੱਧੀਆਂ ਜੰਗਾਂ ਲੜਾਂਗੇ ਤਾਂ ਨੁਕਸਾਨ ਹੋਏਗਾ, ਕਿਉਂਕਿ ਸੈਕੰਡ ਵਰਲਡ ਵਾਰ ਜਿਹੜੇ ਵੀ ਮੇਨ ਪਲੇਅਰ ਸੀ, ਜਿਹੜੇ ਆਪਦੇ ਆਪ ਨੂੰ ਪੂਰੇ ਸਿਰੇ ਦੇ ਖਿਡਾਰੀ ਕਹਾਉਂਦੇ ਸੀ, ਉਹ ਜ਼ੀਰੋ ਹੋ ਗਏ। ਚਾਹੇ ਉਹ ਇੰਗਲੈਂਡ ਸੀ, ਚਾਹੇ ਜਰਮਨੀ ਸੀ, ਫਰਾਂਸ ਸੀ, ਰਸ਼ੀਆ ਸੀ, ਸਭ ਦਾ ਘਾਣ ਹੋਇਆ। ਹੁਣ ਲੜਾਈਆਂ ਹੋਰ ਤਰੀਕੇ ਨਾਲ ਲੜੀਆਂ ਜਾ ਰਹੀਆਂ ਨੇ। ਉਸੇ ਲੜਾਈ ਦੀ ਕਹਾਣੀ ਟਰੂਡੋ ਦਾ ਬਿਆਨ ਕਹਿ ਰਿਹਾ, ਜਾਂ ਅਮਰੀਕਾ ਦਾ ਉਹਦੇ ਨਾਲ ਗੱਠਜੋੜ ਕਹਿ ਰਿਹਾ ਕਿ 2024 ਦੀਆਂ ਚੋਣਾਂ ਦੇ ਉੱਤੇ ਵੀ ਇਸ ਦਾ ਅਸਰ ਹੋਏਗਾ, ਕਿ ਆਉਣ ਵਾਲੇ ਦਿਨਾਂ ਦੀ ਜਿਹੜੀ ਜੀਓਪੋਲਿਟਿਕਸ ਆ ਉਹ ਬਦਲ ਜਾਏਗੀ, ਕਿ ਸਿੱਖਾਂ ਦੇ ਉੱਤੇ ਇਹਦਾ ਗਹਿਰਾ ਅਸਰ ਪਏਗਾ। ਸਿੱਖੇ 'ਚ ਮੋਹਰੇ ਨੇ ਜਾਂ ਸਿੱਖਾਂ ਨੂੰ ਕੁਝ ਮਿਲਣ ਜਾ ਰਿਹਾ? ਗੱਲਬਾਤ ਕਰਦੇ ਹਾਂ ਜੀਓਪੋਲਿਟਿਕਸ ਦੇ ਮਾਹਰ ਅਜੇਪਾਲ ਸਿੰਘ ਬਰਾੜ ਦੇ ਨਾਲ, ਕਿ ਕਿਵੇਂ ਦੇਖਦੇ ਨੇ ਇਸ ਮਸਲੇ ਨੂੰ ਔਰ ਕੀ ਆਉਣ ਵਾਲੇ ਦਿਨਾਂ ਦੀ ਜੀਓਪੋਲਿਟਿਕਸ ਬਦਲ ਜਾਏਗੀ। ਸਵਾਗਤ ਹੈ ਬਰਾੜ ਸਾਹਿਬ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾ ਸਵਾਲ ਮੇਰਾ ਇਹੀ, ਇਹਦੇ ਪਿੱਛੇ ਕਹਾਣੀ ਕੀ ਹੈਗੀ? ਕਿਉਂਕਿ ਟਰੂਡੋ ਦੇ ਬਿਆਨ ਨੂੰ ਬਹੁਤੇ ਲੋਕ ਦੇਖ ਰਹੇ ਨੇ, ਪੰਜਾਬੀ ਆਪਣੇ ਆਪਣੇ ਤਰੀਕੇ ਨਾਲ, ਕਿ ਜੀ ਉੱਥੇ ਚੋਣਾਂ ਨੇ, ਉੱਥੇ ਚੋਣਾਂ ਨੇ। ਕੋਈ ਦੇਖ ਰਿਹਾ, ਕਾਂਗਰਸੀ ਦੇਖ ਰਹੇ ਨੇ ਇੱਥੇ ਚੋਣਾਂ ਨੇ, ਇੱਥੇ ਪੋਲਰਾਈਜੇਸ਼ਨ ਕੀਤਾ ਜਾ ਰਿਹਾ। ਕੋਈ ਕਹਿ ਰਿਹਾ ਹੈਗਾ ਕਿ ਨਹੀਂ ਜੀ ਉਹ ਤਾਂ ਬੜੇ ਫੇਅਰ ਨੇ, ਸੋਵਰਨਿਟੀ ਦੇ ਉੱਤੇ ਆਪਦਾ ਹਮਲਾ ਨਹੀਂ ਕਰ ਸਕਦੇ। ਪਰ ਕਹਾਣੀ ਕੀ ਹੈ? ਅਸਲ ਕਹਾਣੀ ਕੀ ਹੈ? ਇਹਦੇ ਪਿੱਛੇ ਅਸਲ ਪੋਲੀਟਿਕਸ ਕੀ ਹੈਗੀ? ਦੇਖੋ, ਇਹ ਤਾਂ ਸਾਰਾ ਆਪਣੇ ਸਾਹਮਣੇ ਮੈਨੀਫੈਸਟ ਹੋ ਰਿਹਾ, ਜਾਂ ਆਪਾਂ ਰੀਜ਼ਨਿੰਗ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਰੀਜ਼ਨ ਜੇ ਪਤਾ ਵੀ ਹੋਵੇ ਤਾਂ ਉਹਨੂੰ ਡਿਵਰਟ ਕਰਨ ਦੀ ਕਿਸੇ ਨੇ ਕੋਸ਼ਿਸ਼ ਕਰਨੀ ਹੈ ਜੋ ਥਾਟ ਤੋਂ, ਤਾਂ ਉਦੋਂ ਇਹ ਕਹਿੰਦੇ ਆ ਕਿ ਵੀ ਹਾਂ ਉਹਨੂੰ ਚੋਣਾਂ ਦੀ ਲੋੜ ਆ, ਜਾਂ ਇੱਥੇ ਚੋਣਾਂ 'ਚ ਪੋਲਰਾਈਜੇਸ਼ਨ ਹੋਣੀ ਆ। ਹਾਂ, ਉਹਦੇ ਅਸਰ ਪੈ ਸਕਦੇ ਆ, ਬਟ ਉਹ ਕਲਿੰਚਿੰਗ ਫੈਕਟਰ ਨਹੀਂਗਾ, ਉਹ ਮੇਨ ਫੈਕਟਰ ਨਹੀਂਗਾ। ਜਿਹੜੀ ਮੇਨ ਫੈਕਟਰ ਹੈਗੇ ਜਿਹੜੇ, ਉਹ ਆਪਾਂ ਜਿਵੇਂ ਪਹਿਲਾਂ ਵੀ ਇੱਕ ਵਾਰੀ ਡਿਸਕਸ ਕੀਤਾ ਸੀ ਕਿ ਕਿਤੇ ਨਾ ਕਿਤੇ ਇਹ 2-3 ਪੱਧਰ 'ਤੇ ਪਲੇਨਸ 'ਤੇ ਇਹਦਾ ਅਸਰ ਹੈਗਾ। ਇੱਕ ਤਾਂ ਸਿਧਾਂਤਕ ਪਲੇਨ ਦੇ ਉੱਤੇ ਜਿਹੜਾ ਵੈਸਟ ਹੈਗਾ, ਜਿਹਨੂੰ ਆਪਾਂ ਜਿਹਦੇ 'ਚ ਵੈਸਟ ਪਲੱਸ ਜਿਹੜਾ US ਦੀ ਲੌਬੀ ਹੈਗੀ ਹੈ ਕਹਿ ਲਓ, ਜਾਂ G7 ਨੇਸ਼ਨਸ ਆ, ਉਹ ਇਸ ਪੁਆਇੰਟ 'ਤੇ ਖੜ੍ਹੇ ਆ ਕਿ ਵਰਲਡ ਦੇ ਵਿੱਚ ਸੁਸਾਇਟੀਜ਼ ਜਿਹੜੀਆਂ ਉਹ ਓਪਨ ਸੁਸਾਇਟੀਜ਼ ਹੋਣੀਆਂ ਚਾਹੀਦੀਆਂ, ਜਿੱਥੇ ਖੁੱਲ੍ਹ ਹੋਵੇ, ਲਿਬਰਲ ਅਤੇ ਡੈਮੋਕ੍ਰੈਟਿਕ ਸੁਸਾਇਟੀਜ਼ ਹੋਣੀਆਂ ਚਾਹੀਦੀਆਂ। ਤਾਂ ਉਹ ਇਸ ਤਰ੍ਹਾਂ ਸ਼ੇਪ ਕਰਨਾ ਚਾਹੁੰਦੇ ਆ ਵਰਲਡ ਨੂੰ। ਅਤੇ ਦੂਸਰੇ ਪਾਸੇ ਜਿਹੜੀਆਂ ਰਜੀਮਸ ਖੜੀਆਂ, ਉਹ ਰਸ਼ੀਆ ਅਤੇ ਚਾਈਨਾ ਵਰਗੀਆਂ ਜਿਹੜੀਆਂ ਆਟੋਕ੍ਰੈਟਿਕ ਰਜੀਮਸ ਆ। ਜਦੋਂ ਇਹਨਾਂ ਰਜੀਮਸ ਨਾਲ ਉਹਨਾਂ ਨੇ ਲੜਨਾ ਤਾਂ ਉਹਨਾਂ ਨੂੰ ਸਾਥ ਉਸੇ ਤਰ੍ਹਾਂ ਦੇ ਦੇਸ਼ਾਂ ਦਾ ਚਾਹੀਦਾ। ਅਤੇ ਭਾਰਤ ਕਿਉਂਕਿ ਕੁਆਡ ਦਾ ਇੱਕ ਹਿੱਸਾ ਹੈ, ਤਾਂ ਉਹ ਡੈਮੋਕ੍ਰੈਟਿਕ ਵੈਲਿਊਜ਼ ਜੇ ਸ਼ੇਅਰ ਨਹੀਂ ਕਰਦਾ ਤਾਂ ਉਹ ਲੜਾਈ ਧੁੰਦਲੀ ਪੈ ਜਾਂਦੀ। ਇਹ ਤਾਂ ਸਿਧਾਂਤਕ ਪੱਖ 'ਤੇ ਆ, ਮਤਲਬ ਇਹ ਉਹਨਾਂ ਦੀ ਜਿਹੜੀ ਕਿਸੇ ਵੀ ਲੜਾਈ ਨੂੰ ਲੜਨਾ ਹੁੰਦਾ ਤਾਂ ਉਹਦਾ ਇੱਕ ਆਈਡੀਓਲੋਜੀਕਲ ਪੱਖ ਹੁੰਦਾ, ਇੱਕ ਸਿਧਾਂਤਕ ਪੱਖ ਹੁੰਦਾ, ਜਿਹਦੇ 'ਤੇ ਲੋਕਾਂ ਨੇ ਮੋਟੀਵੇਟ ਹੋਣਾ ਹੁੰਦਾ, ਜਾਂ ਜਿਹਦੇ 'ਤੇ ਨੈਰੇਟਿਵ ਬਣਨੇ ਹੁੰਦੇ ਆ। ਪਰ ਜਦੋਂ ਆਪਾਂ ਉਹਨੂੰ ਉਦੋਂ ਫਰਦਰ ਅਗਲੇ ਹੇਠਲੇ ਪਲੇਨ 'ਤੇ ਲੈ ਕੇ ਆਉਂਦੇ ਆ, ਮਤਲਬ ਹੇਠਲੇ ਸਤਰ 'ਤੇ ਲੈ ਕੇ ਆਉਂਦੇ ਆ, ਪੱਧਰ 'ਤੇ ਲੈ ਕੇ ਆਉਂਦੇ ਆ, ਤਾਂ ਮੋਟਾ ਇਸ ਟਾਈਮ ਸ਼ਾਰਟ ਟਰਮ ਜਿਹੜਾ ਗੋਲ ਹੈਗਾ ਅਮਰੀਕਾ ਦਾ, ਉਹ ਇਹ ਹੈਗਾ ਕਿ ਵੀ ਭਾਰਤ ਚੀਨ ਦੇ ਨਾਲ ਕਿਸੇ ਤਰੀਕੇ ਨਾਲ ਮਿਲੀਟੈਰਲੀ ਅੰਗੇਜ ਹੋਵੇ, ਮਤਲਬ ਉਹਦਾ ਕੋਈ ਕਨਫਲਿਕਟ ਆਵੇ ਤਾਂ ਕਿ ਚਾਈਨਾ ਨੂੰ ਕੰਟੇਨ ਕੀਤਾ ਜਾ ਸਕੇ। ਦੂਸਰਾ, ਉਹ ਚੀਨ ਦੀ ਘੇਰਾਬੰਦੀ ਵੀ ਪੂਰੀ ਕਰਨੀ ਚਾਹੁੰਦਾ ਹੈ, ਜਿਹਦੇ ਵਿੱਚ ਪਾਕਿਸਤਾਨ ਇੱਕ ਬਹੁਤ ਵੱਡਾ ਬਲੋਕ ਹੈਗਾ, ਜਿਹਦੇ ਵਿੱਚੋਂ
ਉਹ ਨਿਕਲ ਜਾਂਦਾ ਚੀਨ ਘੇਰੇ 'ਚੋਂ। ਤਾਂ ਘੇਰੇ ਨੂੰ ਕੰਟੇਨਮੈਂਟ ਕਰਨ ਵਾਸਤੇ ਉਹਨੂੰ ਇਹ ਸਾਰੇ ਖਿੱਤੇ ਨੂੰ ਇਕੱਠਾ ਕਰਨਾ ਜ਼ਰੂਰੀ ਆ। ਤਾਂ ਉਹਦਾ ਲੌਂਗ ਟਰਮ ਜਿਹੜਾ ਆਬਜੈਕਟਿਵ ਹੈਗਾ ਕਿਤੇ ਨਾ ਕਿਤੇ ਉਹ ਇਹ ਹੈਗਾ ਕਿ ਵੀ ਸਮਾਂ ਪਾ ਕੇ ਇੱਕ ਤਾਂ ਇੱਕ ਖਿੱਤੇ ਨੂੰ ਇਕੱਠਾ ਕੀਤਾ ਜਾਵੇ, ਉੱਥੇ ਉਹਦੀ ਮਾਰਕੀਟ ਬਣ ਸਕੇ ਵੱਡੀ। ਦੂਸਰਾ ਹੈ ਕਿ ਜਦੋਂ ਅੰਗਰੇਜ਼ ਤੁਸੀਂ ਵੇਖੋ ਜਦੋਂ ਜਾਂਦੇ ਪਏ ਸੀ ਤਾਂ ਉਹਨਾਂ ਨੇ ਇੱਕ ਕੈਬਨਿਟ ਮਿਸ਼ਨ ਪਲਾਨ ਦਿੱਤੀ ਸੀ, ਉਹ ਉੱਥੇ ਹੀ ਖੜੇ ਆ ਹਲੇ। ਉਹ ਚਾਹੁੰਦੇ ਆ ਵੀ ਇਹ ਖਿੱਤੇ ਨੂੰ ਉਸ ਤਰੀਕੇ ਨਾਲ ਇਕੱਠਾ ਕੀਤਾ ਜਾਵੇ ਅਤੇ ਜਦੋਂ ਕ੍ਰਾਈਸਿਸ ਆਵੇ ਜਾਂ ਟਰੋਮਾ ਆਵੇ ਤਾਂ ਉਹਦੇ ਬਦਲੇ ਇੱਥੇ ਪੋਲੀਟੀਕਲ ਰਿਫੋਰਮਸ ਲਿਆਂਦੇ ਜਾਣ, ਜਿਹਦੇ ਨਾਲ ਫੈਡਰਲ ਰਾਈਟਸ ਵਧਣ ਅਤੇ ਕਿਵੇਂ ਨਾ ਕਿਵੇਂ ਜਿਹੜੇ ਬਾਹਰਲੀਆਂ ਕੰਟਰੀਜ਼ ਹੈਗੀਆਂ, ਜਿਹੜੇ ਪੱਛਮ ਵਾਲੇ ਬੈਠੇ ਹੈਗੇ ਆ, ਉਹ ਡਾਇਰੈਕਟਲੀ ਸੂਬਿਆਂ ਨਾਲ ਜਾਂ ਖਿੱਤਿਆਂ ਨਾਲ ਗੱਲ ਕਰ ਸਕਦੇ। ਦੂਸਰਾ ਜਿਹੜਾ ਰਸ਼ੀਆ ਤੇ ਯੂਕਰੇਨ ਯੁੱਧ ਨੂੰ ਲੈ ਕੇ ਵੀ, ਕਿਉਂਕਿ ਭਾਰਤ ਦੀ ਜਿਸ ਤਰ੍ਹਾਂ ਦੀ ਅੰਡਰਸਟੈਂਡਿੰਗ ਆ, ਆਪਾਂ ਦੇਖਦੇ ਹਾਂ ਭਾਰਤ ਦੀ ਜਿਹੜੀ ਫੋਰਨ ਪਾਲਿਸੀ ਹੈ ਜਾਂ ਵਿਦੇਸ਼ ਨੀਤੀ ਹੈ ਇਸ ਮਸਲੇ 'ਚ, ਉਹ ਕਿਸ ਤਰੀਕੇ ਦੇ ਨਾਲ ਭਾਰਤ ਨੇ ਇਸ ਪੂਰੇ ਮਸਲੇ ਨੂੰ ਹੈਂਡਲ ਕੀਤਾ। ਉਹਦੇ ਉੱਤੇ ਤਾਂ ਉਹਨਾਂ ਦੀ ਸ਼ੁਰੂ ਤੋਂ ਹੀ ਨਾਰਾਜ਼ਗੀ ਆ। ਵੇਖੋ ਜਾਰਜ ਸੋਰੋਸ ਦੀ ਮੈਂ ਸਪੀਚ ਨੂੰ ਵਾਰੀ ਤਾਂ ਹੀ ਰੈਫਰ ਕਰਦਾ ਕਿ ਉਹਨਾਂ ਨੂੰ ਇਸ ਗੱਲ 'ਤੇ ਬਹੁਤ ਨਾਰਾਜ਼ਗੀ ਸੀਗੀ ਕਿ ਵੀ ਭਾਰਤ ਨੇ ਜਿਹੜਾ ਹੈਗਾ ਰੂਸ ਦਾ ਸਾਥ ਦਿੱਤਾ ਅਤੇ ਉਹਦੇ ਤੋਂ ਤੇਲ ਖਰੀਦਿਆ। ਨਾਟ ਓਨਲੀ ਉਹ ਤੇਲ ਖਰੀਦਿਆ, ਤੇਲ ਨੂੰ ਮਹਿੰਗੇ ਰੇਟਾਂ 'ਤੇ ਪੱਛਮ 'ਚ ਵੇਚ ਕੇ ਅਤੇ ਕਮਾਈ ਵੀ ਕੀਤੀ ਅਤੇ ਉਹਨੂੰ ਸਾਹ ਦਵਾਇਆ ਰੂਸ ਨੂੰ ਮੌਕੇ 'ਤੇ। ਅਤੇ ਉਹਦੇ ਵਿੱਚ ਹੁਣ ਉਹਨਾਂ ਨੂੰ ਆਏ ਸੀ ਕਿ G20 ਵੇਲੇ ਇਹ ਸਟੈਂਡ ਲਊਗਾ ਉਹਨੂੰ, ਅਤੇ ਉੱਥੇ ਉਹਨੇ ਭਾਰਤ ਨੇ ਜਿਹੜਾ ਸਟੈਂਡ ਲਿਆ ਉਹ ਯੂਕਰੇਨ ਰਸ਼ੀਆ ਨੂੰ ਐਡਾ ਉਹਨਾਂ ਨੇ ਅਗਰੈਸਿਵਲੀ ਨਹੀਂ ਕਿਹਾ ਕਿ ਉਹ ਨਾਂ ਤੱਕ ਵੀ ਨਹੀਂ ਲਿਆ ਰਸ਼ੀਆ ਦਾ ਉਸ ਵਾਰ 'ਚ, ਅਤੇ ਜਿਹਦੇ ਤੋਂ ਨਾ ਖੁਸ਼ ਤਾਂ ਸੀਗੇ। ਅਤੇ ਇਹ ਅਮਰੀਕਾ ਵਾਸਤੇ ਉਹ ਇੱਕ ਵਾਰੀ ਇੱਕ ਐਗਰੀਮੈਂਟ ਕਰ ਗਏ। ਬਾਈਡਨ ਇੱਥੇ ਪ੍ਰੈਸ ਕਾਨਫਰੰਸ ਵੀ ਨਹੀਂ ਕਰਕੇ ਗਿਆ ਅਤੇ ਮਤਲਬ ਇਹਨਾਂ ਨੇ ਸਮਾਂ ਨਹੀਂ ਦਿੱਤਾ ਉਹਨੂੰ ਪ੍ਰੈਸ ਕਾਨਫਰੰਸ ਨੇ, ਤਾਂ ਉਹਨੇ ਰਾਹ 'ਚ ਰੁਕ ਕੇ ਵੀਅਤਨਾਮ 'ਚੋਂ ਪ੍ਰੈਸ ਕਾਨਫਰੰਸ ਕੀਤੀ, ਅਤੇ ਜਿੱਥੇ ਉੱਥੋਂ ਹੀ ਉਹਨਾਂ ਨੇ ਇੱਕ ਮਾਈਨਰ ਜਾਂ ਇੱਕ ਆਪਦਾ ਡਿਸਪਲੇਜਰ ਸ਼ੋਅ ਕਰਨਾ ਸ਼ੁਰੂ ਕਰਦਾ ਸੀ, ਆਪਦੀ ਫੀਲਿੰਗ ਸ਼ੋਅ ਕਰਨੀ ਸ਼ੁਰੂ ਕਰਤੀ ਸੀ ਕਿ ਭਾਰਤ ਦੇ ਵਿੱਚ ਮਾਈਨੋਰਿਟੀਜ਼ ਕੁਚਲੀਆਂ ਜਾ ਰਹੀਆਂ, ਉੱਥੇ ਪ੍ਰੈਸ ਦੀ ਖੁੱਲ੍ਹ ਹੈ ਨਹੀਂ। ਤਾਂ ਉਹਨਾਂ ਨੇ ਇੱਕ ਆਪਦਾ ਇੱਕ ਨੈਰੇਟਿਵ ਬਣਾਉਣਾ ਸ਼ੁਰੂ ਕਰਤਾ ਸੀਗਾ ਭਾਰਤ ਦੇ ਅਗੇਂਸਟ। ਅਤੇ ਕੀ ਇਹ G20 'ਚੋਂ ਚਾਹੁੰਦੇ ਸੀ ਕਿ ਰਸ਼ੀਆ ਦੇ ਖਿਲਾਫ ਕੁਛ ਬੋਲਿਆ ਜਾਵੇ? ਡੈਫੀਨੇਟਲੀ ਉਹਨਾਂ ਦੀ ਕੁਛ ਦਿਨ ਉਹ ਬਹਿਸ ਹੁੰਦੀ ਰਹੀ। ਤਕਰੀਬਨ ਜੋ ਆਪਣੇ ਕੋਲੇ ਹੁਣ ਖੁੱਲ੍ਹ ਕੇ ਆ ਰਹੀਆਂ ਗੱਲਾਂ, ਉਹ ਕਹਿੰਦੇ ਵੀ 200 ਘੰਟੇ ਦੀਆਂ ਮੀਟਿੰਗਸ ਹੋਈਆਂ ਅੱਡ ਸਾਰੇ ਜਿਹੜਾ ਐਕਸਟਰਨਲ ਅਫੇਅਰਸ ਡਿਪਾਰਟਮੈਂਟ ਉਹ ਐਕਟਿਵਲੀ ਲੱਗਿਆ ਰਿਹਾ। ਉਦੋਂ ਤਾਂ ਇਸ ਨੂੰ ਬਹੁਤ ਵੱਡਾ ਕ੍ਰੈਡਿਟ ਗਿਣਿਆ ਗਿਆ ਸੀ। ਭਾਰਤ ਨੇ ਇਹਨੂੰ ਕਲੇਮ ਕੀਤਾ ਸੀਗਾ ਕਿ ਅਸੀਂ ਵੇਖੋ ਸਾਰਿਆਂ ਨੂੰ ਮਨਾ ਲਿਆ, ਇਹ ਜੁਆਇੰਟ ਸਟੇਟਮੈਂਟ ਅਸੀਂ ਦੇ ਸਕੇ ਹਾਂ। ਪਰ ਹੁਣ ਉਹਦੇ ਫਾਲ ਆਊਟ ਸਾਹਮਣੇ ਨਜ਼ਰ ਆ ਰਹੇ ਆ ਕਿ ਜਦੋਂ ਉਹਨਾਂ ਨੇ ਆਪਦਾ ਦੱਸਣਾ ਸ਼ੁਰੂ ਕਰਤਾ ਇੱਕ ਤਰ੍ਹਾਂ। ਹੁਣ ਬਹੁਤ ਜੇ ਆਪਾਂ ਕਹੀਏ ਕਿ ਵੀ US ਅਤੇ ਕੈਨੇਡਾ ਵੱਖਰੇ ਆ, ਤਾਂ ਉਹ ਬਿਲਕੁਲ ਵੱਖਰੇ ਨਹੀਂ। ਕੈਨੇਡਾ ਜਿਹੜਾ ਹੈਗਾ ਜੇ ਉਹਦੀ ਉਹਦੀ ਜਿਹੜੀ ਫੋਰਨ ਅਫੇਅਰਸ ਨੂੰ ਵੇਖਿਆ ਜਾਵੇ, ਉਹਦੀ ਬਾਹਰ ਵਿਦੇਸ਼ ਨੀਤੀ ਨੂੰ ਵੇਖਿਆ ਜਾਵੇ, ਤਾਂ ਉਹ ਐਕਚੁਅਲੀ ਅਮਰੀਕਾ ਦਾ ਹਰਿਆਵਲ ਦਸਤਾ ਹੀ ਰਿਹਾ ਹਮੇਸ਼ਾ। ਜੇ ਉਹਦੀ ਪੁਰਾਣੀ ਟਰੈਂਡ ਵੇਖਿਆ ਜਾਵੇ ਤਾਂ ਉਹ ਵੈਨਗਾਰਡ ਐਕਸ਼ਨ ਕਰਦਾ। ਜਦੋਂ ਵੀ ਕਿਸੇ ਨਾਲ ਨਾਰਾਜ਼ ਹੋਣਾ ਹੁੰਦਾ ਅਮਰੀਕਾ ਨੇ, ਉਹ ਪਹਿਲਾਂ ਕੈਨੇਡਾ ਨਾਰਾਜ਼ ਹੁੰਦਾ ਅਤੇ ਕੈਨੇਡਾ ਉਹਦੇ ਨਾਲੋਂ ਜ਼ਿਆਦਾ ਸਟਰੋਂਗ ਐਕਸ਼ਨ ਲੈਂਦਾ। ਅਤੇ ਇਸੇ ਤਰ੍ਹਾਂ ਜਦੋਂ ਦੁਬਾਰਾ ਸੰਧੀ ਬਣਾਉਣੀ ਹੋਵੇ, ਜਿਵੇਂ ਭਾਰਤ ਨਾਲ ਇੱਕ ਵਾਰੀ 74 'ਚ ਕੈਨੇਡਾ ਡਿਸੰਗੇਜ ਹੋ ਗਿਆ ਸੀ ਇੰਡੀਆ ਨਾਲ ਜਦੋਂ ਨਿਊਕਲੀਅਰ ਟੈਸਟ ਹੋਏ ਸੀ, ਉਦੋਂ ਬਾਅਦ ਦੁਬਾਰਾ ਜਦੋਂ ਉਹਨਾਂ ਨੇ 98 ਤੋਂ ਬਾਅਦ ਬਣਾਉਣੀ ਸੀ, ਤਾਂ US ਪਹਿਲਾਂ ਇੰਡੀਆ ਨਾਲ ਭਾਰਤ ਨਾਲ ਸੰਧੀ ਬਣਾ ਗਿਆ ਅਤੇ ਕੈਨੇਡਾ ਬਾਅਦ 'ਚ ਆਇਆ। ਮਤਲਬ ਉਹ ਜੇ ਫੌਜੀ ਟਰਮਸ 'ਚ ਵੇਖੀਏ ਤਾਂ ਉਹ ਹਰਿਆਵਲ ਵੈਨਗਾਰਡ ਐਕਸ਼ਨ, ਜਿਹਨੂੰ ਆਪਾਂ ਹਰਿਆਵਲ ਦਸਤਾ ਕਹਿੰਦੇ, ਉਹ ਅਤੇ ਰੀਅਰ ਗਾਰਡ ਐਕਸ਼ਨ ਮੀਨਸ ਕਿ ਪਿੱਛੋਂ ਵੀ ਉਹਨੂੰ ਡਿਫੈਂਡ ਕਰਦਾ ਵੀ ਜੇ ਕਿਤੋਂ ਨਿਕਲ ਨਾ ਹੋਵੇ। ਤਾਂ ਕੈਨੇਡੀਅਨ ਜਿਹੜੀ ਫੋਰਨ ਪੋਲਿਸੀ ਹੈਗੀ ਹੈ, ਜਿਹੜੀ ਉਹ ਸਟੇਟਮੈਂਟਸ ਦੇ ਰਿਹਾ, ਤਾਂ ਉਹਦੇ ਪਿੱਛੇ ਡੈਫੀਨੇਟਲੀ ਵੈਸੇ ਤਾਂ ਹੁਣ ਅਖਬਾਰਾਂ 'ਚ ਵੀ ਆਪਾਂ ਨੂੰ ਨਿਊਜ਼ 'ਚੋਂ ਵੀ ਪਤਾ ਲੱਗ ਰਿਹਾ ਕਿ ਉਹਨੇ ਬਾਈਡਨ ਨੂੰ ਕੰਸਲਟ ਕੀਤਾ ਅਤੇ ਗੱਲਬਾਤ ਵੀ ਕੀਤੀ, ਪਰ ਕੰਸਲਟ ਤੱਕ ਨਹੀਂ ਸੀਮਤ। ਮੇਰਾ ਕਹਿਣ ਦਾ ਭਾਵ ਆ, ਮੇਰਾ ਕਹਿਣ ਦਾ ਮਤਲਬ ਆ ਕਿ ਉਹ ਉਹਦੇ ਕਹਿਣ 'ਤੇ ਇਹ ਸਾਰਾ ਕੁਛ ਕਰ ਰਿਹਾ। ਜੇ ਮੈਂ ਸਿੱਧੇ ਇੱਕ ਆਮ ਬੰਦੇ ਨੂੰ ਸਮਝਾਉਣਾ ਹੋਵੇ, ਕੈਨੇਡਾ ਨੇ ਜੋ ਕੀਤਾ, ਟਰੂਡੋ ਨੇ ਜੋ ਬਿਆਨ ਦਿੱਤਾ, ਉਹ ਅਮਰੀਕਾ ਨੇ ਦਬਾਇਆ। ਉਹ ਅਮਰੀਕਾ ਦਾ, ਹਾਂਜੀ, ਉਹ ਅਮਰੀਕਾ ਦਾ ਬਿਆਨ ਆ। ਉਹਨੇ ਆਪਦੇ ਇੱਕ ਮਤਲਬ ਅਲਾਈ ਤੋਂ ਜਾਂ ਆਪਦੇ ਛੋਟੇ ਅਲਾਈ ਤੋਂ ਇੱਕ ਉਹ ਬਿਆਨ ਠੁਕਰਾਤਾ ਅਤੇ ਉਹਨੇ ਹੁਣ ਸ਼ਿਕੰਜਾ ਕੱਸਣਾ ਸ਼ੁਰੂ ਕਰਨਾ ਉਹਦੇ 'ਤੇ। ਤਾਂ ਇਹ ਬਿਆਨ ਦਾ ਮੀਨਿੰਗ ਤੁਸੀਂ ਕੀ ਸਮਝਦੇ ਹੋਗੇ ਕਿ ਉਹਦਾ ਅਸਰ ਕੀ ਹੋਊਗਾ? ਵੇਖੋ ਬਿਆਨ ਤਾਂ ਐਜ਼ ਸੱਚ ਤਾਂ ਵੇਖੋ ਇਹ ਛੋਟੇ ਈਵੈਂਟਸ ਆਪਾਂ ਨੂੰ ਲੱਗਦੇ ਹੁੰਦੇ ਆ। ਮਤਲਬ World War I ਜਦੋਂ ਸ਼ੁਰੂ ਹੋਈ ਸੀ ਤਾਂ ਛੋਟਾ ਜਿਹਾ ਇੱਕ ਈਵੈਂਟ ਹੋਇਆ ਸੀ, ਆਰਕ ਡਿਊਕ ਫਰਡੀਨੈਂਡ ਦੇ ਗੋਲੀ ਵੱਜੀ ਸੀ ਸਰਬੀਆ ਦੇ ਵਿੱਚ, ਅਤੇ ਉਹ ਤਾਂ ਲੋਕਲ ਕਨਫਲਿਕਟ ਜਿਹਾ ਸੀਗਾ, ਬਟ ਉਹਨੇ ਇੱਕਦਮ ਚੇਨ ਰਿਐਕਸ਼ਨ ਸੈਟ ਇਨ ਕਰਤੇ। ਹੁਣ ਇਹਦੇ ਕਈ ਤਰ੍ਹਾਂ ਦੇ ਰਿਐਕਸ਼ਨਸ ਹੋ ਸਕਦੇ ਆ। ਇੱਕ ਤਾਂ ਇਹ ਦਬਾਅ ਹੋ ਸਕਦਾ ਹੈ ਭਾਰਤ 'ਤੇ, ਹੈ ਕਿ ਵੀ ਤੁਸੀਂ ਆਪਦਾ ਰੀਕਨਸੀਡਰ ਕਰੋ ਸਾਰਾ ਕੁਛ ਨੂੰ, ਹੈ ਨਾ, ਦੁਬਾਰਾ। ਅਤੇ ਇੱਕ ਤਾਂ ਇਹ ਹੋ ਸਕਦਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇੰਨਾ ਛੋਟਾ ਹੈਗਾ, ਕਿਉਂਕਿ ਅਗਾਂਹ ਜਿਹੜਾ ਇੰਡੀਆ ਦੇ ਫੋਰਨ ਆਫਿਸ ਦੀ ਜਿਹੜੀ ਸਟੇਟਮੈਂਟ ਆਈ ਉਹ ਬਿਲਕੁਲ ਬੈਲੀਗਰੈਂਟ ਸਟੇਟਮੈਂਟ, ਬਿਲਕੁਲ ਉਹਨਾਂ ਨੇ ਸਟਰੋਂਗ ਸਟੈਂਡ ਲੈ ਲਿਆ ਦੇ ਅਗੇਂਸਟ। ਤਾਂ ਹੁਣ ਅਮਰੀਕਾ ਕੋਲੇ 2-3 ਤਰੀਕੇ ਦੇ ਆਪਸ਼ਨਸ ਅਵੇਲੇਬਲ ਹੈ ਇੱਥੇ। ਉਹ ਆਪਸ਼ਨਸ ਕੀ ਹੈਗੀਆਂ? ਇੱਕ ਤਾਂ ਹੈ ਕਿ ਵੀ ਇੱਥੇ ਰਜੀਮ ਚੇਂਜ ਕੀਤਾ ਜਾਵੇ, ਕਿ ਵੀ ਕਿਸੇ ਤਰੀਕੇ ਨਾਲ
ਜਿਹੜੀ ਪ੍ਰੈਜ਼ੈਂਟ ਸਰਕਾਰ ਆ ਇਹਨੂੰ ਬਦਲ ਕੇ ਕੋਈ ਹੋਰ ਸਰਕਾਰ ਲਿਆਂਦੀ ਜਾਵੇ। ਤੇ ਉਹ ਲੱਗਦਾ ਵੀ ਹੈ ਕਿ ਵੀ ਜਿਸ ਤਰੀਕੇ ਦੀ ਭਾਸ਼ਾ ਵਰਤ ਰਹੇ ਆ ਰਾਹੁਲ ਗਾਂਧੀ ਤੇ ਜਿਸ ਤਰੀਕੇ ਦੀਆਂ ਗੱਲਾਂ ਉਹ ਕਰ ਰਹੇ ਆ ਉਹ ਤਕਰੀਬਨ ਉਹਨਾਂ ਨੂੰ ਸੂਟ ਕਰਦੀਆਂ ਤੇ ਪਿਛਲੇ ਦਿਨਾਂ 'ਚ ਉਹ ਫੇਵਰਟ ਵੀ ਰਹੇ ਆ। ਸੋ ਵੈਸਟ ਦੇ ਵਿੱਚੋਂ ਗਏ ਆ, ਉੱਥੇ ਗੱਲਾਂ ਕੀਤੀਆਂ ਉਹਨਾਂ ਨੇ, ਜਿਸ ਤਰੀਕੇ ਉਹਨਾਂ ਨੂੰ ਉੱਥੇ ਸਪੋਰਟ ਮਿਲੀ ਆ ਜਾਂ ਕਹਿੰਦੇ ਵਾਈਟ ਹਾਊਸ 'ਚ ਗਏ, ਵਾਈਟ ਹਾਊਸ ਪ੍ਰੈਸ ਨੋਟ ਤੱਕ ਜਾਰੀ ਨਹੀਂ ਹੋਇਆ ਕਿ ਰਾਹੁਲ ਗਾਂਧੀ ਆ ਕੇ ਮਿਲ ਕੇ ਗਏ ਨੇ। ਨਹੀਂ, ਉਹ ਵਾਈਟ ਹਾਊਸ ਤਾਂ ਨਹੀਂ, ਚਲੋ ਆਪਾਂ ਕਹਿੰਦੇ, ਪਰ ਕੈਂਬਰਿਜ ਦੇ ਵਿੱਚ ਉਹਨਾਂ ਨੂੰ ਸਪੇਸ ਮਿਲੀ, ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ, ਬੜੀਆਂ ਜਿਸ ਤਰੀਕੇ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ। ਕਹਿੰਦੇ ਚੁੱਪ ਚਪੀਤੇ ਇੱਕ ਮੁਲਾਕਾਤ ਹੋ ਸਕਦਾ ਵਾਈਟ ਹਾਊਸ 'ਚ ਹੋਈ ਹੋ ਸਕਦਾ ਹੈ, ਜਿਹਦਾ ਪ੍ਰੈਸ ਨੋਟ ਨਹੀਂ ਆਇਆ। ਜਿਹੜੀਆਂ ਵੈਸੇ ਵੀ ਆਪਾਂ ਨੂੰ ਇਨਫੋਰਮਲ ਲੈਵਲ ਤੇ ਵੀ ਪਤਾ ਹੈ ਕਿ ਉਹਨਾਂ ਦੇ ਜਿਹੜੇ ਬਹੁਤ ਪੋਲੀਟੀਸ਼ੀਅਨਸ ਹੈਗੇ ਜਿਹੜੇ ਇਸ ਟਾਈਮ ਕਰ ਰਹੇ ਆ, ਲੌਬਿੰਗ ਕਰ ਰਹੇ ਆ ਇਸ ਨਵੇਂ ਗੱਠਜੋੜ ਵਾਸਤੇ। ਤੇ ਇਹਦਾ ਇਹ ਰੀਜ਼ਨ ਆ ਕਿ ਵੀ ਉਹਨੂੰ ਰਜੀਮ ਚੇਂਜ ਨਾਲ ਉਹ ਆਪਦੇ ਜਿਹੜੇ ਜੋ ਕਰਨਾ ਚਾਹੁੰਦੇ ਆ ਉਹ ਕਰਨਗੇ। ਤੇ ਜਿਸ ਤਰੀਕੇ ਦੀਆਂ ਗੱਲਾਂ ਰਾਹੁਲ ਗਾਂਧੀ ਕਰ ਰਹੇ ਆ ਕਿ ਯੂਨੀਅਨ ਆਫ ਸਟੇਟਸ ਆ, ਇਹ ਯੂਨਿਟਰੀ ਸਿਸਟਮ ਨਹੀਂ, ਸੈਂਟਰ ਆਏ ਨਹੀਂ, ਮਤਲਬ ਇੱਥੋਂ ਤੱਕ ਹੀ ਵੈਂਟ ਇਨ ਕੈਂਬਰਿਜ ਐਂਡ ਸੈਡ ਕਿ ਵੀ ਇਹ ਯੂਰਪ ਵਰਗਾ ਯੂਨੀਅਨ ਆਫ ਸਟੇਟ ਆ। ਤਾਂ ਨੈਚੁਰਲੀ ਹੈ ਕਿ ਕਿਤੇ ਨਾ ਕਿਤੇ ਉਹ ਸਾਊਥ ਏਸ਼ੀਆ ਨੂੰ ਰੀਸਟਰਕਚਰ ਕਰਨ ਵਰਗੀਆਂ ਗੱਲਾਂ ਹੋ ਰਹੀਆਂ ਇਸ ਟਾਈਮ। ਤਾਂ ਉਹਦੇ ਵਿੱਚ ਲੌਂਗ ਟਰਮ ਇਹ ਵੀ ਵਿਊ ਹੋ ਸਕਦਾ ਉਹਨਾਂ ਦਾ ਕਿ ਵੀ ਆਪਾਂ ਐਂ ਕੰਟੇਨ ਕਰੀਏ, ਇਹ ਹੈ ਨਹੀਂ ਚਾਈਨਾ ਨੂੰ, ਅਤੇ ਇਹਦੇ ਨਾਲ ਚੀਨ ਅਤੇ ਰਸ਼ੀਆ ਦੋਵੇਂ ਕੰਟੇਨ ਹੁੰਦੇ ਆ ਉਹਨਾਂ ਦੇ। ਅਤੇ ਅਮਰੀਕਾ ਨੂੰ ਬਹੁਤ ਵੱਡਾ ਇੱਕ ਟਰੇਡ ਵਾਸਤੇ ਅਤੇ ਆਦੀ ਕਾਮਰਸ ਵਾਸਤੇ ਏਰੀਆ ਮਿਲਦਾ ਹੈ। ਆਪਾਂ ਜੇ ਹਿਸਟਰੀ 'ਚ ਜਾਈਏ ਨਾ, ਜਿੱਥੇ ਪਾਸਟ ਦੇ ਵਿੱਚ ਵੀ ਜਿਹੜੇ ਬ੍ਰਿਟਿਸ਼ਰਸ ਸੀਗੇ, ਅੰਗਰੇਜ਼ ਸੀਗੇ, ਹੈ ਨਾ, ਉਹਨਾਂ ਦੀਆਂ ਵੀ ਤਿੰਨ ਹੀ ਮੋਟੀਆਂ ਡਿਮਾਂਡਸ ਸੀਗੀਆਂ ਇਸ ਖਿੱਤੇ ਤੋਂ। ਪਹਿਲੀ ਤਾਂ ਉਹਨਾਂ ਦੀ ਇਹ ਮੰਗ ਸੀਗੀ ਕਿ ਵੀ ਜਦੋਂ ਵੀ ਅੰਗਰੇਜ਼ ਨੂੰ ਬ੍ਰਿਟੇਨ ਨੂੰ ਫੌਜ ਚਾਹੀਦੀ ਹੋਊਗੀ ਉਹਦੇ ਇੰਟਰਸਟਸ ਵਾਸਤੇ, ਤਾਂ ਭਾਰਤ ਕੋਲੇ ਉਹ ਫੌਜ ਅਵੇਲੇਬਲ ਹੋਣੀ ਚਾਹੀਦੀ ਹੈ। ਚਾਹੇ ਅਫਗਾਨ ਵਾਰਸ 'ਚ ਹੋਈ, ਚਾਹੇ ਫਸਟ ਵਰਲਡ ਵਾਰ 'ਚ ਹੋਈ, ਚਾਹੇ ਸੈਕੰਡ ਵਰਲਡ ਵਾਰ 'ਚ ਉਹਨੇ ਯੂਜ਼ ਕੀਤੀ, ਹੋਰ ਵੀ ਨਿੱਕੇ ਨਿੱਕੇ ਆਪਰੇਸ਼ਨਸ 'ਚ ਬਹੁਤ ਜਗ੍ਹਾ ਯੂਜ਼ ਕੀਤੀ, ਬਰਮਾ ਕੈਂਪੇਨ 'ਚ ਯੂਜ਼ ਕੀਤੀ। ਅਤੇ ਉਹਦੇ ਇਲਾਵਾ ਉਹਨੂੰ ਦੂਜੀ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਇੱਥੋਂ, ਉਹ ਆ ਕਿ ਜਿਹੜਾ ਉਹ ਕਰਜ਼ਾ ਦਿੰਦੇ ਆ, ਉਹ ਕਰਜ਼ਾ ਦੇ ਉੱਤੇ ਵਿਆਜ ਵਾਪਸ ਮਿਲਦਾ ਰਹੇ ਉਹਨਾਂ ਨੂੰ, ਜਾਂ ਕਰਜ਼ਾ ਰਿਵੋਲਵ ਹੁੰਦਾ ਰਹੇ। ਉਹਨੇ ਸਟਰਲਿੰਗ ਡੈਟ ਕਹਿੰਦੇ ਹੁੰਦੇ ਸੀ ਉਦੋਂ। ਤੀਸਰਾ ਉਹਨਾਂ ਨੂੰ ਉਦੋਂ ਮੰਗ ਸੀਗੀ ਕਿ ਸਾਡੀਆਂ ਕੰਪਨੀਆਂ ਵਾਸਤੇ ਡਿਊਟੀ ਫਰੀ ਓਪਨ ਹੋਵੇ, ਟ੍ਰੇਡ ਐਗਰੀਮੈਂਟਸ ਹੋਵੇ ਬ੍ਰਿਟੇਨ ਸਟਰਲਿੰਗ ਏਰੀਏ 'ਚੋਂ। ਹੁਣ ਅੱਜ ਉਹਦੇ 'ਚ ਨਾਲ ਕੋਈ ਲੰਬਾ ਚੌੜਾ ਫਰਕ ਨਹੀਂ ਹੈ ਨਾ, ਅਮਰੀਕਾ ਉਹੀ ਗੱਲਾਂ ਮੰਗ ਰਿਹਾ। ਪਹਿਲੀਆਂ ਦੋ ਗੱਲਾਂ ਤਾਂ ਮੰਨੇ ਹੀ ਖੜਾ ਆਪਣੇ ਦੇਸ਼ ਸਾਰੇ, ਚਾਹੇ ਪਾਕਿਸਤਾਨ ਆ ਚਾਹੇ ਭਾਰਤ ਆ, ਕਿ ਵੀ IMF ਤੋਂ ਆਪਾਂ ਕਰਜ਼ਾ ਲੈਂਦੇ ਹਾਂ ਅਤੇ ਉਹਨਾਂ ਨੂੰ ਵਾਪਸ ਦਿੰਦੇ ਹਾਂ, ਵਰਲਡ ਬੈਂਕ ਤੋਂ ਲੈਂਦੇ ਹਾਂ ਵਾਪਸ ਦਿੰਦੇ ਹਾਂ, ਉਹ ਕਮਾਉਂਦੇ ਆ ਉਹਦੇ ਉੱਤੇ। ਸੈਕਿੰਡ ਹੈਗਾ ਕਿ ਉਹਨਾਂ ਦੀਆਂ ਕੰਪਨੀਆਂ ਵਾਸਤੇ ਖੁੱਲ੍ਹ ਹੋ ਗਈ ਆ 91, ਹਾਂ, ਜਿਹਨੂੰ ਆਪਾਂ ਰਿਫੋਰਮਸ ਕਹਿ ਦਿੰਦੇ ਹਾਂ ਜਾਂ ਕੁਛ ਕਹਿੰਦੇ ਨੇ, ਐਕਚੁਅਲੀ ਤਾਂ ਕੀ ਆ, ਓਪਨਿੰਗ ਅਪ ਆਫ ਟਰੇਡ ਫॉर ਦੈਮ ਹੀ ਹੈਗਾ। ਉਹੀ ਆ ਜਿਹੜਾ ਮੁਗਲਾਂ ਵੇਲੇ ਜਿਵੇਂ ਇੱਕ ਫਰਮਾਨ ਮਿਲਿਆ ਸੀ ਉਹਨਾਂ ਨੂੰ, ਐਤਕੀ ਵਾਰ ਆਪਾਂ ਉਹਨੂੰ ਸੋਹਣੇ ਅਕਸ਼ਰ ਦੇਤੇ ਕਿ ਵੀ ਤੁਹਾਨੂੰ ਇਹ ਮਿਲ ਗਿਆ, ਹੈ ਨਾ। ਅਤੇ ਤੀਸਰਾ ਜਿਹੜਾ ਵੱਡੀ ਗੱਲ ਹੈਗੀ ਆ ਉਹ ਆ ਕਿ ਹੁਣ ਉਹ ਮੰਗਦੇ ਆ ਕਿ ਹਾਂ ਵੀ ਸਾਨੂੰ ਜੰਗ ਵਾਸਤੇ ਵੀ ਸਮਾਨ ਚਾਹੀਦਾ ਤੁਹਾਡਾ, ਤੁਸੀਂ ਤਿਆਰੀ ਕਰੋ ਉੱਧਰ। ਸੋ ਇਹ ਤਿੰਨ ਇੰਟਰਸਟਸ ਆ ਉਹਨਾਂ ਦੇ, ਅਤੇ ਉਹ ਪਹਿਲਾਂ ਸੀਗੇ ਉਹੀ ਅੱਜ ਆ, ਅਤੇ ਉਹ ਮੋਟੇ ਉਸੇ ਦਾ ਹੀ ਪ੍ਰੈਸ਼ਰ ਪਾ ਰਹੇ ਆ। ਕਿ ਅਮਰੀਕਾ ਭਾਰਤ ਨੂੰ ਰਸ਼ੀਆ ਅਤੇ ਚੀਨ ਦੇ ਮਸਲੇ 'ਤੇ ਗੋਡਿਆਂ ਪਰਨੇ ਕਰਨਾ ਚਾਹੁੰਦਾ, ਜੇ ਆਪਾਂ ਕਹੀਏ ਵੀ ਹਾਂ ਭਾਈ ਤੁਸੀਂ ਗੋਡਿਆਂ ਪਰਨੇ ਹੋ ਜਾਓਗੇ ਤਾਂ ਅਸੀਂ ਠੀਕ ਆ, ਫਿਰ ਨਹੀਂ ਫਿਰ ਅਸੀਂ ਐਂ ਚੱਲਾਂਗੇ, ਨਹੀਂ ਅਸੀਂ ਅੱਜ ਕੈਨੇਡਾ ਤੋਂ ਸਟੇਟਮੈਂਟ ਦਵਾਤੀ, ਕੱਲ੍ਹ ਨੂੰ ਕਿਸੇ ਤੋਂ ਹੋਰ ਦਵਾ ਦਾਂਗੇ। ਬਿਲਕੁਲ ਜੀ, ਸ਼ਾਰਟ ਟਰਮ ਉਹ ਗੋਡਿਆਂ ਪਰਨੇ ਕਰਕੇ ਉਹ ਚੀਨ ਅਤੇ ਰੂਸ ਨਾਲ ਟੋਟਲ ਸੰਬੰਧ ਤੋੜਨੇ ਚਾਹੁੰਦਾ, ਵੀ ਹਥਿਆਰ ਵੀ ਹੁਣ ਹੌਲੀ ਹੌਲੀ ਅਮਰੀਕਾ ਦੇ ਲੈ ਜਾਣ, ਅਤੇ ਦੂਸਰਾ ਚੀਨ ਦੇ ਵੀ ਅਗੇਂਸਟ ਖੜੇ ਹੋਵੋ। ਇਹ ਤਾਂ ਉਹਨਾਂ ਦਾ ਸ਼ਾਰਟ ਟਰਮ ਆਬਜੈਕਟਿਵ ਆ। ਲੌਂਗ ਟਰਮ ਆਬਜੈਕਟਿਵ ਵੀ ਹੈ, ਜੇ ਵਾਈਡਰ ਸਪੈਨ 'ਤੇ ਵੇਖੀਏ, ਉਹ ਇਸ ਖਿੱਤੇ ਨੂੰ ਵੀ ਰੀਸਟਰਕਚਰ ਕਰਨਾ ਚਾਹੁੰਦਾ ਹੈ, ਤਾਂ ਕਿ ਜਿਸ ਤਰੀਕੇ ਦਾ ਪੋਟੈਂਸ਼ੀਅਲ ਕੱਲ੍ਹ ਨੂੰ ਚੀਨ ਜਾਂ ਰੂਸ ਉਹਨਾਂ ਦੇ ਉਲਟ ਖੜਾ ਹੋ ਗਿਆ, ਇਹ ਨਾ ਹੋਵੇ ਕਿ ਇਹ ਖੜਾ ਹੋ ਜਾਏ। ਸੋ ਇਸ ਤਰੀਕੇ ਦੀ ਪੋਲੀਟਿਕਸ ਇੱਥੇ ਉਹ ਡਿਵੈਲਪ ਕਰਨਾ ਚਾਹੁੰਦਾ ਹੈ, ਜਾਂ ਇਸ ਤਰੀਕੇ ਦਾ ਨਿਜ਼ਾਮ ਚਾਹੁੰਦਾ ਇੱਥੇ ਕਿ ਵੀ ਜਿਹਦੇ 'ਚ ਸੈਂਟਰ ਵੀਕ ਹੋਵੇ ਅਤੇ ਸਟੇਟਸ ਕੋਲੇ ਜ਼ਿਆਦਾ ਪਾਵਰਸ ਹੋਣ, ਅਤੇ ਰੈਜ਼ੀਡੂਅਲ ਪਾਵਰ ਜਿਹੜੀ ਆ ਉਹ ਸਟੇਟਸ ਕੋਲੇ ਆ ਜੇ, ਤਾਂ ਕਿ ਉਹ ਡਾਇਰੈਕਟ ਟਰੇਡ ਲਿੰਕੇਜਸ ਵੀ ਬਣਾ ਸਕਣ। ਅੱਜ ਤੁਸੀਂ ਡਾਇਰੈਕਟ ਟਰੇਡ ਲਿੰਕੇਜਸ ਨਹੀਂ ਬਣਵਾ ਸਕਦੇ ਹੋ, ਉਹਨੂੰ ਸਟੇਟ ਦੇ ਥਰੂ ਆਉਣਾ ਸੈਂਟਰ ਦੇ ਥਰੂ ਆਉਣਾ ਪੈਂਦਾ। ਉਹ ਡਾਇਰੈਕਟ ਲੋਨਸ ਨਹੀਂ ਦੇ ਸਕਦੇ ਸਟੇਟਸ ਨੂੰ ਜਿਹੜੀਆਂ ਇਕਾਈਆਂ, ਤਾਂ ਉਹ ਇਸ ਤਰੀਕੇ ਦਾ ਕੰਟਰੋਲ ਇਸਟੈਬਲਿਸ਼ ਕਰਨਾ ਚਾਹੁੰਦੇ, ਤਾਂ ਕਿ ਥੋੜ੍ਹਾ ਜਿਹਾ ਕੰਟਰੋਲ ਉਹਨਾਂ ਦਾ ਡੀਪਰ ਹੋ ਜਾਏ ਉਹਨਾਂ ਦੀਆਂ ਕੰਪਨੀਆਂ ਵਾਸਤੇ। ਸੋ ਇਹ ਦੋਨੇ ਚੀਜ਼ਾਂ ਉਹ ਚਾਹੁੰਦੇ। ਜੇ ਯੂਨੀਅਨ ਆਫ ਸਟੇਟ ਦੀ ਗੱਲ ਹੁੰਦੀ ਹੈ ਕਿ ਸਟੇਟਾਂ ਕੋਲੇ ਖੁਦ ਮੁਖਤਿਆਰੀ ਦੀ ਪਾਵਰ ਇੰਨੀ ਜ਼ਿਆਦਾ ਆ ਜਾਏ ਕਿ ਉਹ ਡਾਇਰੈਕਟ ਡੀਲ ਕਰ ਸਕਣ। ਹੁਣ ਵੀ ਬਹੁਤ ਸਾਰੀਆਂ ਡੀਲਾਂ ਵਰਲਡ ਬੈਂਕ ਨਾਲ ਨਹੀਂ ਜੀ, ਹੁਣ ਵੀ ਤੁਹਾਨੂੰ ਤੁਸੀਂ ਡੀਲਸ ਕਰ ਸਕਦੇ ਹੋ। ਫੋਰ ਐਗਜ਼ਾਮਪਲ ਆਪਾਂ ਕਨਾਲ ਬਣਾਉਣੀ ਆ ਨਾ, ਆਪਾਂ ਕਹਿੰਦੇ ਅਸੀਂ ਦਸ਼ਮੇਸ਼ ਕਨਾਲ ਬਣਾਉਣਾ ਚਾਹੁੰਦੇ ਹਾਂ, ਇੱਥੇ ਹੈ ਇਸ ਏਰੀਆ ਨੂੰ ਪਾਣੀ ਦੇਣਾ ਚਾਹੁੰਦੇ ਹਾਂ, ਵਰਲਡ ਬੈਂਕ ਤੋਂ ਸਾਨੂੰ ਲੋਨ ਮਿਲੂਗਾ, ਪਰ ਉਹ ਜਾਣਾ ਸੈਂਟਰ ਦੇ ਥਰੂ ਆ, ਡਿਸਾਈਡ ਕੇਂਦਰ ਨੇ ਕਰਨਾ। ਜੇ ਰੀਸਟਰਕਚਰ ਹੁੰਦਾ ਤਾਂ ਫਿਰ ਸਿੱਧਾ, ਹਾਂ, ਆਪਾਂ ਇਹ ਬਹੁਤ ਫਾਰ ਫੈਚਡ ਗੱਲਾਂ ਕਰ ਰਹੇ ਹਾਂ ਆਪਾਂ, ਮਤਲਬ, ਪਰ ਮੈਂ ਇਹ ਤੁਹਾਨੂੰ ਕਿਹਾ ਕਿ ਲੌਂਗਰ ਹੋਰਾਈਜ਼ਨ 'ਚ ਉਹਨਾਂ ਦਾ ਇਹ ਇੱਕ ਮਤਲਬ ਆਬਜੈਕਟਿਵ ਹੁੰਦੇ ਆ ਨਾ, ਕਿ ਇੱਕ ਤਾਂ ਹੁੰਦਾ ਕਿ ਇਮੀਡੀਏਟ ਆਬਜੈਕਟਿਵ ਕੀ ਹੈ। ਇਮੀਡੀਏਟ ਆਬਜੈਕਟਿਵ ਉਹਨਾਂ ਦਾ ਹੈ ਕਿ ਚੀਨ ਨਾਲ ਆਪਦਾ ਸਟੈਂਡ ਲਓ, ਸਟਰੋਂਗ, ਸਾਡੇ ਹੱਕ 'ਚ ਖੜੋ,
ਚੀਨ ਦੇ ਅਗੇਂਸਟ ਸਟਰੋਂਗਲੀ ਖੜੇ ਹੋਵੋ, ਰੂਸ ਨਾਲ ਸੰਬੰਧ ਤੋੜੋ। ਇਹ ਉਹਨਾਂ ਦਾ ਸ਼ਾਰਟ ਟਰਮ ਆਬਜੈਕਟਿਵ। ਲੌਂਗ ਟਰਮ ਆਬਜੈਕਟਿਵ ਉਹਨਾਂ ਦਾ ਇਹ ਹੈ ਕਿ ਲਿਬਰਲਾਈਜ਼ਡ ਓਪਨ ਸੁਸਾਇਟੀ ਜਿਹਦੇ ਵਿੱਚ ਸੂਬਿਆਂ ਕੋਲੇ ਜ਼ਿਆਦਾ ਅਧਿਕਾਰ ਹੋ। ਕੀ ਇਹਦੇ 'ਚੋਂ ਹੀ ਫਿਰ ਐਂ ਲੱਗਦਾ, ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰਾ ਕੁਝ ਰਿਹਾ ਪਹਿਲਾਂ, ਤਾਂ ਕੇਸ ਤਾਂ ਉੱਥੇ ਬਹੁਤ ਸਾਰੇ, ਜੇ ਕੈਨੇਡਾ ਨੇ ਪੰਗਾ ਲੈਣਾ ਹੁੰਦਾ ਕਿਸੇ ਹੋਰ ਮਸਲੇ 'ਤੇ ਵੀ ਲੈ ਸਕਦਾ ਸੀ। ਉਹਨਾਂ ਨੇ ਸਿੱਖਾਂ ਦੇ ਮਸਲੇ ਨੂੰ ਚੁਣਿਆ ਅਤੇ ਸਿੱਖਾਂ ਦੇ ਇੱਕ ਹਿੱਸੇ 'ਚ ਬਹੁਤ ਜ਼ਿਆਦਾ ਖੁਸ਼ੀ ਵੀ ਇਸ ਗੱਲ ਨੂੰ ਲੈ ਕੇ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਵੇਖੋ, ਸਿੱਖਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਇਸ ਸਾਰੇ ਮਸਲੇ, ਠੀਕ ਆ, ਚੁਣਿਆ ਉਹਨਾਂ ਨੇ, ਆਵਾਜ਼ ਹਾਂ ਦਾ ਨਾਅਰਾ ਮਾਰਿਆ, ਉਹ ਉਹਨਾਂ ਨੂੰ ਇੱਕ ਹੱਦ ਤੱਕ ਇੱਕ ਉਹ ਪੋਜ਼ੀਟਿਵ ਸਿੱਖ ਵੇਖ ਸਕਦੇ ਉੱਥੋਂ ਦੇ, ਹੈ ਨਾ, ਜਾਂ ਇੱਥੋਂ ਦੇ ਵੀ। ਅਤੇ ਪਰ ਲਾਰਜਲੀ ਸਿੱਖ ਉਹਨਾਂ ਨੇ ਐਜ਼ ਅ ਕਾਰਡ ਹੀ ਪਲੇ ਕੀਤੇ ਆ। ਬਿਕੋਜ਼ ਇਹਦਾ ਫਾਇਦਾ ਕੀ ਆ ਉਹਨਾਂ ਨੂੰ? ਤੁਸੀਂ ਵੇਖੋ, ਇਹਦਾ ਫਾਇਦਾ ਉਹਨਾਂ ਨੂੰ ਇਹ ਹੈ ਕਿ ਉਹ ਇੱਥੇ ਇਹ ਸ਼ੋਅ ਕਰ ਸਕਦੇ ਆ ਕਿ ਵੀ ਇੱਥੇ ਜਿਹੜਾ ਹੈਗਾ ਭਾਰਤ ਇੱਕ ਰੋਗ ਨੇਸ਼ਨ ਆ, ਉਹ ਕਹਿਣ ਹੀ ਲੱਗ ਗਏ ਆ। ਠੀਕ ਆ, ਅਮਰੀਕਾ ਨੇ ਬਿਲਕੁਲ ਕਲੀਅਰ ਕਹਿਤਾ ਹੈ ਕਿ ਵੀ ਜੇ ਇਹ ਨਿਕਲਿਆ ਆ ਤਾਂ ਅਸੀਂ ਬਹੁਤ ਸਟ੍ਰਿਕਟ ਸਟੈਪਸ ਲਵਾਂਗੇ। ਹੁਣ ਉਹਨਾਂ ਨੇ ਇੱਕ ਰਿਲੀਜ਼ ਕਰਤਾ ਹੈ ਕਿ ਪਹਿਲਾਂ ਟਰੂਡੋ ਇੱਥੇ ਤੱਕ ਖੜਾ ਸੀ ਕਿ ਇਹ ਕ੍ਰੈਡੀਬਲ ਐਲੀਗੇਸ਼ਨਸ ਆ। ਹੁਣ ਉਹਨੇ ਕਹਿਤਾ ਹੈ ਕਿ ਵੀ ਸਾਡੇ ਕੋਲ ਕਮਿਊਨੀਕੇਸ਼ਨਸ ਵੀ ਹੈਗੇ ਆ ਉਸ ਬੰਦੇ ਦੇ ਜਿਹਦੇ 'ਤੇ ਉਹ ਐਲੀਗੇਸ਼ਨ ਲਾ ਰਹੇ ਆ, ਪਲੱਸ ਸਾਡੇ ਕੋਲੇ ਹੁਣ ਇਸ ਟਾਈਮ ਸਾਡੇ ਅਲਾਈਜ਼ ਤੋਂ ਵੀ ਇਨਪੁਟਸ ਆਈਆਂ ਵੀਆਂ। ਇਹਦਾ ਮਤਲਬ ਅਲਾਈਜ਼ ਮੰਨਦੇ ਆ ਇਸ ਗੱਲ ਨੂੰ ਕਿ ਵੀ ਉਹ ਹੋਇਆ, ਇਨਪੁਟ ਹੀ ਉਹਨਾਂ ਦੀ ਅਲਾਈਜ਼। ਅਤੇ ਜੋ ਸਾਰੇ ਖੜੇ ਹੋ ਜਾਂਦੇ ਆ G7 ਨੇਸ਼ਨਸ ਜਾਂ 4-5 ਦੇਸ਼ ਵੀ ਇਸ ਸਿਚੁਏਸ਼ਨ 'ਚ ਆ ਜਾਂਦੇ ਆ, ਤਾਂ ਇਹਦੇ ਵਿੱਚ ਬ੍ਰਿਟੇਨ ਨੂੰ ਛੱਡਦੀ ਆਪਾਂ, ਬ੍ਰਿਟੇਨ ਥੋੜ੍ਹਾ ਜਿਹਾ ਡਿਫਿਕਲਟ ਸਿਚੁਏਸ਼ਨ 'ਚ ਆ ਜਾਂਦਾ ਇਹਦੇ ਵਿੱਚ, ਇਸ ਕੇਸ 'ਚ। ਬਾਕੀ ਜਿਹੜੇ ਆਸਟ੍ਰੇਲੀਆ ਹੈ ਜਾਂ USA ਆ ਜਾਂ ਕੈਨੇਡਾ, ਇਹ ਤਾਂ ਤੁਹਾਡੇ ਨਾਲ ਟਰੇਡ ਲਿੰਕਸ ਨੂੰ ਵੀ ਟਾਈਟਨ ਕਰ ਸਕਦੇ ਆ। ਹੁਣ ਟਰੇਡ ਲਿੰਕਸ ਟਾਈਟਨ ਕਰਨ ਦਾ ਮਤਲਬ ਕੀ ਆ? ਜਿਹੜੀ ਬੈਲੈਂਸ ਆਫ ਪੇਮੈਂਟ ਹੈਗੀ ਆ, ਜਿਹੜੀ ਭਾਰਤ ਜਿੱਥੋਂ ਡਾਲਰਸ ਅਰਨ ਕਰਦਾ ਹੈ, ਤਾਂ ਬੈਲੈਂਸ ਆਫ ਪੇਮੈਂਟ ਭਾਰਤ ਦੇ ਹੱਕ 'ਚ ਅਮਰੀਕਾ ਦੇ ਟਰੇਡ ਦੀ। ਤਾਂ ਮੋਟਾ ਹੈ ਕਿ ਉਹ ਉੱਥੇ ਡਾਲਰ ਅਰਨ ਕਰਦਾ ਅਤੇ ਚਾਈਨਾ ਦੇ ਨਾਲ ਡੈਫੀਸਿਟ ਹੈਗਾ। ਸੋ ਜੇ ਕੱਲ੍ਹ ਨੂੰ ਟਰੇਡ ਦੇ ਉਹ ਬੈਰੀਅਰਸ ਲਾਉਣ ਲੱਗ ਜਾਂਦੇ, ਬਹਾਨਾ ਚਾਹੀਦਾ ਨਾ ਉਹਨਾਂ ਨੂੰ ਕੋਈ ਨਾ ਕੋਈ, ਜਿਵੇਂ ਅਮਰੀਕਾ ਪਾਕਿਸਤਾਨ ਨਾਲ ਉਹਨਾਂ ਨੇ ਡਾਲਰ ਨੂੰ ਤਾਂ ਡਾਲਰ ਜਿਹੜਾ ਹੈ ਉਹ ਮਹਿੰਗਾ ਹੋ ਸਕਦਾ ਹੈ, ਜਿਹਦੇ ਨਾਲ ਰਿਲੇਟਡ ਤੁਹਾਡਾ ਪੈਟਰੋਲੀਅਮ, ਤੁਹਾਡਾ ਸਾਰਾ ਕੁਛ, ਇਨਫਲੇਸ਼ਨ ਆ ਸਕਦੀ ਆ। ਡਾਲਰ ਜੇ ਸਪੋਜ਼ ਐਕਸਪੈਂਸਿਵ ਹੋ ਜਾਂਦਾ ਰੁਪਏ ਦੇ ਮੁਕਾਬਲੇ, ਤਾਂ ਫਲਾਈਟ ਆਫ ਕੈਪੀਟਲ ਵੀ ਸ਼ੁਰੂ ਹੋ ਸਕਦਾ ਤੁਹਾਡਾ ਸ਼ੇਅਰ ਮਾਰਕੀਟ 'ਚੋਂ ਵੀ। ਸੋ ਇਹ ਇਕਨੋਮਿਕ ਹਿੱਟ ਕਰਨਗੇ ਉਹ ਜ਼ਿਆਦਾ। ਮਤਲਬ ਜੇ ਆਪਾਂ ਸੋਚੀਏ ਕਿ ਕੋਈ ਹੋਰ ਤਰੀਕੇ ਦੀ ਕੋਈ ਜੰਗ ਹੋ ਜੂ ਜਾਂ ਕੁਛ ਨਹੀਂ ਹੋਊਗਾ, ਲਾਰਜਲੀ ਉਹ ਫੋਕਸ ਕਰਨਗੇ ਕਿ ਇਕਨੋਮਿਕਲੀ ਸ਼ਿਕੰਜਾ ਕੱਸਿਆ ਜਾ। ਤਾਂ ਤੁਹਾਨੂੰ ਲੱਗਦਾ ਸਿੱਖਾਂ ਨੂੰ ਮੋਹਰੇ ਵਾਂਗੂ ਵਰਤਿਆ ਜਾ ਰਿਹਾ ਹੈਗਾ? ਸਿੱਖਾਂ ਨੂੰ ਮਤਲਬ ਬਹੁਤ ਕੌਸ਼ੀਅਸ ਹੋ ਕੇ ਚੱਲਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਵੇਖੋ, ਜੇ ਇੱਥੇ ਕੋਈ ਇਕਨੋਮਿਕ ਡਾਊਨਫਾਲ ਆਉਂਦੀ ਆ ਅਤੇ ਜੇ ਉਹਦੇ ਵਿੱਚ ਹਾਲੇ ਵੀ ਸਿੱਖ ਪ੍ਰੋਮੀਨੈਂਟ ਫੈਕਟਰ ਰਹਿੰਦੇ ਆ ਕਿ ਇਹਦੇ ਕਰਕੇ ਹੋਇਆ, ਤਾਂ ਜਿਹੜੀ ਐਥਨਿਕ ਮਤਲਬ ਇੰਪੈਕਟ ਮੁਸਲਮਾਨਾਂ 'ਤੇ ਕੀਤਾ ਜਾ ਰਿਹਾ, ਤਾਂ ਸਿੱਖ ਵੀ ਉਸ ਦਾ ਸ਼ਿਕਾਰ ਹੋ ਸਕਦੇ ਆ ਭਾਰਤ 'ਚ ਜਿੱਥੇ ਥਾਂ ਬੈਠੇ ਆ। ਉਹਨਾਂ ਨੂੰ ਬਹੁਤ ਕੌਸ਼ੀਅਸਲੀ, ਸੁਚੇਤ ਹੋ ਕੇ, ਸਤਰਕ ਹੋ ਕੇ ਆਪਦਾ ਪੋਲੀਟਿਕਸ ਕਰਨੀ ਚਾਹੀਦੀ ਹੈ ਇੱਥੇ। ਪਰ ਇਹ ਨਹੀਂ ਆਪਾਂ ਕਹਿ ਸਕਦੇ, ਪਰ ਇਹਦੇ ਡਰਨ ਦੀ ਗੱਲ ਨਹੀਂ। ਮਤਲਬ ਮੇਰਾ ਕਹਿਣ ਦਾ ਮਤਲਬ ਕਿ ਜਿੰਨੇ ਪ੍ਰੈਸ਼ਰਸ ਪੈਂਦੇ ਆ, ਜੀਓਪੋਲੀਟੀਕਲ ਪ੍ਰੈਸ਼ਰਸ ਪੈਣਗੇ ਜਦੋਂ ਵੀ, ਤਾਂ ਸਿੱਖ ਜੇ ਧਿਆਨ ਨਾਲ ਚੱਲਣ। ਜਿਵੇਂ ਵੇਖੋ, ਜਦੋਂ ਅਬਦਾਲੀ ਆਉਂਦਾ ਸੀ ਜਾਂ ਮੁਗਲਾਂ ਨਾਲ ਜਾਂ ਮਰਾਠਿਆਂ ਨਾਲ, ਤਾਂ ਉਹ ਵੀ ਉਸ ਸਮੇਂ ਦੇ ਕੌਮਾਂਤਰੀ ਜਾਂ ਜੀਓਪੋਲੀਟੀਕਲ ਪ੍ਰੈਸ਼ਰਸ ਹੀ ਸੀਗੇ ਇੱਕ ਤਰ੍ਹਾਂ ਦੇ, ਬਹੁਤ ਵੱਡੀਆਂ ਤਾਕਤਾਂ ਸੀ। ਤਾਂ ਉਦੋਂ ਜੇ ਸਿੱਖਾਂ ਨੇ ਬਹੁਤ ਤਰੀਕੇ ਨਾਲ ਨਿਕਲ ਗਏ ਉਹਦੇ ਵਿੱਚੋਂ ਅਤੇ ਅੱਗੇ ਜਾ ਕੇ ਬਹੁਤ ਸੋਹਣੀ ਫੋਰਸ ਬਣੇ ਆ, ਤਾਂ ਅੱਜ ਵੀ ਇੱਕ ਕਿਤੇ ਨਾ ਕਿਤੇ ਇੰਨੀਆਂ ਸੰਭਾਵਨਾ ਹੈਗੀਆਂ ਕਿ ਵੀ ਤੁਹਾਨੂੰ ਕੁਛ ਨਾ ਕੁਛ ਰਾਹਤ ਜਾਂ ਕੁਛ ਨਾ ਕੁਛ ਸਿਚੁਏਸ਼ਨ ਮਿਲ ਸਕਦੀ ਹੈ ਬੈਟਰ ਪਹਿਲਾਂ ਨਾਲੋਂ। ਜਿਵੇਂ ਮੈਂ ਕਿਹਾ ਵੀ ਸੂਬਿਆਂ ਨੂੰ ਅਧਿਕਾਰ ਵੱਧ ਦਿੱਤੇ ਜਾ ਸਕਦੇ ਆ, ਕਿਉਂਕਿ ਇਹਦਾ ਹੱਲ ਤਾਂ ਅਖੀਰ ਕਰਨਾ ਪਊ ਨਾ ਭਾਰਤ ਨੂੰ ਵੀ, ਕਿ ਕਿਵੇਂ ਨਾ ਕਿਵੇਂ ਵੀ ਇੰਝ ਸਿਚੁਏਸ਼ਨ ਬੋਇਲ ਅਪ ਨਾ ਹੋ ਜੇ, ਤਾਂ ਇੱਥੇ ਕਿ ਕੁਛ ਨਾ ਕੁਛ ਸਿਚੁਏਸ਼ਨ ਬੈਟਰ ਕਰਨੀ ਪਊ। ਇਕੱਲੀ ਪੰਜਾਬ ਨਹੀਂ, ਤਮਿਲਨਾਡੂ ਆ, ਹੋਰ ਬੜੇ ਸੂਬੇ ਆ, ਈਵਨ ਮਹਾਰਾਸ਼ਟਰ ਵੀ ਇਜ਼ ਨਾਟ ਕੋਈ ਖੁਸ਼ ਨਹੀਂ ਜੇ ਫਾਈਨੈਂਸ਼ੀਅਲ ਡੀਲਿੰਗਸ ਦੇ ਵਿੱਚ ਵੇਖੀਏ, ਤਾਂ ਹੋਰ ਬੜੇ ਸੂਬੇ ਹੈਗੇ ਆ ਜਿਨ੍ਹਾਂ ਵਾਸਤੇ ਕੋਈ ਨਵਾਂ ਫਾਰਮ ਆਫ ਸਿਸਟਮ ਲਿਆਉਣਾ ਪਊ। ਮੈਂ ਜੇ ਤੁਹਾਨੂੰ ਕਹਾਂ ਸਿੱਖਾਂ ਦੇ ਐਂਗਲ ਤੋਂ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਕਹਿ ਰਹੇ ਹੋ ਇਹਦੇ ਪਿੱਛੇ ਐਡੀ ਵੱਡੀ ਰਾਜਨੀਤੀ ਹੈਗੀ, ਇੰਨੀ ਵੱਡੀ ਪੋਲੀਟਿਕਸ ਦੇ ਅੰਦਰ ਇੱਕ ਕੇਸ ਚੁੱਕਿਆ ਗਿਆ, ਜਦੋਂ ਕਿ ਇਸ਼ੂ ਤਾਂ ਬਹੁਤ ਲਾਰਜਰ ਆ। ਹਰਦੀਪ ਸਿੰਘ ਨਿੱਜਰ ਵਾਲੀ ਪੋਲੀਟਿਕਸ ਦਾ ਜਿਹੜਾ ਇਸ਼ੂ ਹੈਗਾ, ਉਹ ਪੂਰੀ ਪੋਲੀਟਿਕਸ ਦੀ ਆਪਾਂ ਗੱਲ ਕਰਨੀ ਹੋਵੇ ਉਹਦੀ, ਹੈ ਨਾ, ਉਹ ਤਾਂ ਇੱਕ ਲਾਰਜਰ ਇਸ਼ੂ ਹੈਗਾ। ਉਹ 'ਚ ਕੇਸ ਚੱਕ ਕੇ ਉਹਦੇ 'ਤੇ ਇੱਕ ਰਾਜਨੀਤੀ ਜਿਹੜੀ ਉਹ ਆਪਣੇ ਤਰੀਕੇ ਨਾਲ ਪਲੇ ਕਰ ਰਹੇ ਨੇ। ਤਾਂ ਸਿੱਖਾਂ ਦੇ ਐਂਗਲ ਤੋਂ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਵੇਖੋ, ਜਿਹੜਾ ਤਾਂ ਆਪਾਂ ਕਹੀਏ ਕਿ ਉਹਨਾਂ ਨੇ ਇਹ ਕੇਸ ਉਹਨਾਂ ਵਾਸਤੇ ਕੰਡਿਊਸਿਵ ਬਹੁਤ, ਮਤਲਬ ਬਹਾਨਾ ਬਣਾਉਣ ਵਾਸਤੇ ਉਹਨਾਂ ਵਾਸਤੇ ਬਹੁਤ ਸੋਹਣਾ ਹੈਗਾ ਨਾ, ਕਿ ਉਹਨਾਂ ਦਾ ਇੱਕ ਸਿਟੀਜ਼ਨ ਆ ਜਿਹਦੇ 'ਤੇ ਹਮਲਾ ਹੋਇਆ, ਉਹ ਐਜ਼ ਪਰ ਦੈਮ ਉਹਨਾਂ ਦਾ ਜਿਹੜੇ ਕੰਟਰੀ ਦੇ ਵਿੱਚ ਉਹ ਪੀਸਫੁਲ ਹੈਗਾ,
ਉਹ ਉਹ ਮੈਥਡਸ ਯੂਜ਼ ਕਰ ਰਿਹਾ ਜਿਹੜੇ ਉਹਨਾਂ ਦਾ ਦੇਸ਼ ਅਲਾਉ ਕਰਦਾ ਹੈ, ਉੱਥੇ ਜਾ ਕੇ ਤੁਸੀਂ ਉਹਨੂੰ ਹਿੱਟ ਕਰ ਦਿੰਦੇ ਹੋ ਤਾਂ ਉਹ ਭਾਰਤ ਦਾ ਜਿਹੜਾ ਸਟੇਚਰ ਬਣਿਆ ਹੋਇਆ ਕਿ ਡੈਮੋਕ੍ਰੈਟਿਕ ਤੇ ਵਿਸ਼ਵ ਗੁਰੂ ਵਾਲਾ, ਉਹ ਸਾਰੇ ਨੂੰ ਉਹਨਾਂ ਨੇ ਤਹਿਸ ਨਹਿਸ ਕਰਤਾ, ਖ਼ਤਮ ਕਰਤਾ। ਉਹ ਇਹ ਇਸ਼ੂ ਐਡਾ ਉਹਨਾਂ ਕੋਲੇ ਜਿਹੜਾ ਮਤਲਬ ਕਾਰਡ ਆਇਆ ਉਹ ਬਹੁਤ ਵਧੀਆ। ਹੁਣ ਸਿੱਖ ਇਹਨੂੰ ਇਹ ਨਾ ਸਮਝਣ ਕਿ ਵੀ ਇਹਨਾਂ ਨੇ ਸਾਡੀ ਸਪੋਰਟ ਵਾਸਤੇ ਕੀਤਾ, ਠੀਕ ਹੈ ਨਾ। ਸਿੱਖ ਇਸ ਗੱਲ ਦੇ ਉੱਤੇ ਨਹੀਂ, ਉਹਨਾਂ ਨੂੰ ਆਪਦੀ ਰਾਜਨੀਤੀ ਉਹਦੇ ਵਿੱਚੋਂ ਵੇਖਣੀ ਚਾਹੀਦੀ ਆ ਕਿ ਵੀ ਸਾਡਾ ਤਾਂ ਇੱਕ ਇਨਸੀਡੈਂਟ ਆ ਜਿਹਨੂੰ ਉਹਨਾਂ ਨੇ ਯੂਜ਼ ਕੀਤਾ ਹੈ। ਉਹ ਕੋਈ ਹੋਰ ਵੀ ਹੋ ਸਕਦਾ ਸੀ XYZ, ਬਟ ਇਹ ਮੋਸਟ ਪਲੋਜ਼ੀਬਲ ਸੀਗਾ ਉਹਨਾਂ ਵਾਸਤੇ, ਜਾਂ ਉਹਨਾਂ ਨੂੰ ਜਚਿਆ ਹੋਊਗਾ, ਉਹਨਾਂ ਨੇ ਸੋਚਿਆ ਹੋਣਾ ਕਿ ਇਹ ਬੈਟਰ ਹੈਗਾ ਸਾਡੇ ਵਾਸਤੇ, ਇਹਦੇ ਨਾਲ ਅਸੀਂ ਆਹ ਸਟੈਪਸ ਲੈ ਸਕਦੇ ਜਿਹੜੇ ਅੱਗੇ ਅਨਫੋਲਡ ਹੋਣਗੇ। ਤਾਂ ਇਹਨੂੰ ਇਹ ਚੀਜ਼ ਨਾ ਸੋਚਣ, ਉਹਨੂੰ ਆਪਦੀ ਇੰਡੀਪੈਂਡੈਂਟ ਸੋਚ ਦੇ ਹਿਸਾਬ ਨਾਲ ਉਸ ਨੂੰ ਡੀਲ ਕਰਨ ਕਿ ਹਾਂ ਜੇ ਇਹ ਸਿਚੁਏਸ਼ਨ ਬਣੀ ਹੈ ਤਾਂ ਅਸੀਂ ਇਹਦਾ ਕਿਵੇਂ ਚੱਲ ਸਕਦੇ, ਇਹਨੂੰ ਕਿਵੇਂ ਨੈਗੋਸ਼ੀਏਟ ਕਰਨਾ ਹੈ ਸਿਚੁਏਸ਼ਨ। ਤਾਂ ਜੀਓਪੋਲੀਟੀਕਲੀ ਵੀ ਕਿਉਂਕਿ ਬਹੁਤ ਸਾਰੇ ਲੋਕ ਫਿਰ ਆਪਣਾ ਐਨਾਲਿਸਿਸ ਕਰਨ ਲੱਗ ਜਾਂਦੇ ਆ ਕਿ ਜੀ ਦੇਖੋ ਮਾਹੌਲ ਇੰਟਰਨੈਸ਼ਨਲੀ ਐਂ ਬਣ ਰਿਹਾ ਹੈ ਨਾ, ਸਿੱਖਾਂ ਦੇ ਪੱਖ 'ਚ ਮਾਹੌਲ ਬਣ ਰਿਹਾ, ਬਹੁਤ ਸਾਰੀਆਂ ਗੱਲਾਂ ਦੇ ਹਵਾਲੇ ਨਾਲ ਇਹ ਲਿਖਿਆ ਜਾਂਦਾ ਹੈਗਾ। ਤਾਂ ਕੀ ਫਿਰ ਇਹੋ ਜਿਹੇ ਮਾਹੌਲ 'ਚ ਜਦੋਂ ਚਾਈਨਾ ਦੀ ਗੱਲ ਹੁੰਦੀ, ਆਲੇ ਦੁਆਲੇ ਦੀ ਗੱਲ ਕਰਦੇ ਜਿੱਥੇ ਸਿੱਖ ਬੈਠੇ ਆਲੇ ਦੁਆਲੇ ਦੇ ਮੁਲਕ ਕੀ ਨੇ, ਆਲੇ ਦੁਆਲੇ ਦੇ ਮੁਲਕਾਂ 'ਚ ਕੀ ਰਾਜਨੀਤੀ ਹੋ ਰਹੀ ਹੈ, ਸਾਡੇ ਫੇਵਰ 'ਚ ਕੀ ਜਾ ਸਕਦਾ, ਸਾਡੇ ਨੁਕਸਾਨ 'ਚ ਕੀ ਜਾ ਸਕਦਾ, ਤਾਂ ਉਹਨੂੰ ਕੀ ਉਹ ਜਿਹੜੀ ਉਹ ਪੋਜੀਸ਼ਨਿੰਗ ਕਰਦੇ ਨੇ ਇਸ ਮਸਲੇ ਦੇ ਉੱਤੇ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਸਟੇਟਸ ਕੋ ਟੁੱਟਦਾ ਹੈ ਨਾ, ਇਹ ਚੀਜ਼ਾਂ ਹੋਰ ਵੱਧਦੀਆਂ ਹਲੇ ਤਾਂ ਮਤਲਬ ਮੇਰਾ ਫੀਲਿੰਗ ਹੈ ਕਿ ਹਾਲੇ ਤੱਕ ਪਹਿਲਾਂ ਵੀਜ਼ਾ ਰੁਕਿਆ, ਸ਼ਾਇਦ ਅਗਲੀ ਲਾਈਨ ਤੇ ਹਲੇ ਹੋਰ ਵਧਣ ਦੇ ਚਾਂਸ ਹੈ। ਦੇ OCI ਰਿਸਟ੍ਰਿਕਸ਼ਨ ਲੱਗ ਸਕਦੀਆਂ ਨੇ, ਰਿਸਟ੍ਰਿਕਸ਼ਨ OCI ਦੇ ਕਾਰਡ ਤੇ PIO ਲਾ ਦਿੰਦੇ ਆ, ਪਰ ਮੋਟੇ ਤੌਰ ਤੇ ਜਿਹੜੇ ਬਿਆਨ ਭਾਰਤ ਦੇ ਰਿਹਾ ਕੈਨੇਡਾ ਦੇ ਅਗੇਂਸਟ, ਉਹ ਈਵਨ ਪਾਕਿਸਤਾਨ ਦੇ ਅਗੇਂਸਟ ਵੀ ਇਹ ਜੇ ਬਿਆਨ ਨਹੀਂ ਉਹਨਾਂ ਨੇ ਦਿੱਤੇ ਵੀ, ਜਿਵੇਂ ਹੁਣ ਉਹ ਕੈਨੇਡਾ ਨੂੰ ਇੱਥੇ ਪੋਜੀਸ਼ਨ ਕਰ ਰਿਹਾ, ਮਤਲਬ ਕੈਨੇਡਾ ਨੂੰ ਤਾਂ ਉਹਨੇ ਇਹ ਵੀ ਕਹਿਤਾ ਕਿ ਵੀ ਇਹ ਕ੍ਰਿਮੀਨਲਸ ਵਾਸਤੇ ਵੀ ਸੇਫ ਹੈ ਨਾ, ਮਤਲਬ ਇਹ ਕਦੀ ਪਾਕਿਸਤਾਨ ਵਾਸਤੇ ਵੀ ਨਹੀਂ ਹੈ ਵਰਤਿਓ, ਉਹਨੂੰ ਰੈਡੀਕਲਸ ਤੇ ਟੈਰਰਿਸਟ ਇੱਥੋਂ ਤੱਕ ਰਹਿੰਦੇ ਸੀਗੇ, ਪਰ ਉਹਨੇ ਉਹਨੂੰ ਤਾਂ ਈਵਨ ਇਹ ਵੀ ਕਹਿਤਾ ਕਿ ਵੀ ਕ੍ਰਿਮੀਨਲਸ ਵਾਸਤੇ ਵੀ ਇਹ ਸੇਫ ਹੈ ਨਾ। ਸੋ ਇਹਦਾ ਮਤਲਬ ਪੋਜੀਸ਼ਨਸ ਤਾਂ ਬਹੁਤ ਸਟਰੋਂਗ ਹੋ ਗਈਆਂ ਦੋਨੇ ਪਾਸੇ। ਜਦੋਂ ਦੋਨੇ ਪਾਸੇ ਇਸ ਤਰੀਕੇ ਦੀਆਂ ਪੋਜੀਸ਼ਨਸ ਹੋ ਗਈਆਂ ਤਾਂ ਸਟੇਟਸ ਕੋ ਜਿਹੜਾ ਪਹਿਲਾਂ ਸੀਗਾ ਉਹ ਟੁੱਟਣ ਦੇ ਚਾਂਸ ਬਹੁਤ ਜ਼ਿਆਦਾ ਬਣ ਜਾਂਦੇ ਆ। ਉਹ ਸਟੇਟਸ ਕੋ ਤਾਂ ਰਹਿੰਦਾ ਨਹੀਂ, ਪਰ ਜਿਹੜਾ ਅੱਗੇ ਈਵੈਂਟਸ ਆਉਣੇ ਆ ਤਾਂ ਸਿੱਖ ਕੋਈ ਐਡੀ ਵੱਡੀ ਫੋਰਸ ਨਹੀਂ ਗੇ ਇੱਥੇ, ਹੈ ਨਾ, ਮਤਲਬ ਕੋਈ ਹਾਰਡ ਪਾਵਰ ਨਹੀਂ ਗੇ, ਹੈ ਨਾ। ਹਾਰਡ ਪਾਵਰ ਨਾ ਤਾਂ ਇਕਨੋਮਿਕ ਪਾਵਰ ਹੈਗੇ ਆ ਨਾ ਉਹ, ਹਾਂ ਇਹ ਆ ਕਿ ਲੋਕੇਸ਼ਨ ਉਹਨਾਂ ਦੀ ਬਹੁਤ ਸੋਹਣੀ ਆ, ਉਹ ਸੰਗਠਿਤ ਬੈਠੇ ਆ, ਇੱਕ ਏਰੀਆ ਨੂੰ ਕਵਰ ਕਰਦੇ ਆ ਅਤੇ ਬਹੁਤ ਇੰਪੋਰਟੈਂਟ ਇਲਾਕੇ ਨੂੰ ਦੇ ਵਿੱਚ ਬੈਠੇ, ਇਹ ਉਹਨਾਂ ਦੀ ਸਟਰੈਂਥ ਆ। ਤਾਂ ਇਹ ਸਟਰੈਂਥ ਨੂੰ ਜੇ ਮੈਂ ਸੋਚਣਾ ਹੋਵੇ ਮਤਲਬ, ਹੈ ਨਾ, ਜੇ ਉਸ ਪਰਸਪੈਕਟਿਵ ਤੋਂ, ਤਾਂ ਸਿੱਖਾਂ ਨੂੰ ਸੰਗਠਿਤ ਹੋਣਾ ਜ਼ਰੂਰੀ ਆ, ਆਪਦੇ ਓਬਜੈਕਟਿਵਸ ਕਲੀਅਰ ਕਰਨੇ ਜ਼ਰੂਰੀ ਆ ਕਿ ਵੀ ਕਿੱਥੇ ਤੱਕ ਅਸੀਂ ਚੱਲਣਾ। ਅਤੇ ਦੂਸਰੀ ਗੱਲ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਇਹ ਹੈਗੀ ਆ ਕਿ ਕੋਈ ਐਕਸਟਰਾ ਮਤਲਬ ਐਡਵੈਂਚਰਿਜ਼ਮ ਨਾ ਕਰਨ। ਅਤੇ ਮਿਸਲ ਕਾਲ 'ਚ ਜਿਵੇਂ ਅਬਦਾਲੀ ਅਤੇ ਉਹ ਵੱਡੀਆਂ ਤਾਕਤਾਂ ਟਕਰਾਈਆਂ ਸੀ ਅਤੇ ਸਿੱਖਾਂ ਨੇ ਇੱਕ ਪਾਸੇ ਰਹਿ ਕੇ ਮਰੱਠੇ ਤੇ ਅਬਦਾਲੀ ਜਦੋਂ ਟਕਰਾਏ, ਸਿੱਖਾਂ ਨੇ ਪਾਸੇ ਰਹਿ ਕੇ ਇੱਕ ਗੇਨ ਕੀਤਾ, ਉਹਦੇ ਵਿੱਚ ਆਪਦੀ ਸਟਰੈਂਥ ਵੀ ਬਚਾਈ ਰੱਖੀ, ਕੰਜ਼ਰਵ ਵੀ ਕੀਤੀ ਰੱਖੀ, ਅਤੇ ਦੋਨੇ ਫੋਰਸਿਸ ਟਕਰਾ ਗਈਆਂ। ਤਾਂ ਉਂਝ ਹੀ ਕੋਈ ਸਿਚੁਏਸ਼ਨ ਦੇ ਵਿੱਚ ਆਪਦਾ ਕਰਨ, ਪਰ ਉਨੀ ਹੱਦ ਤੱਕ ਨਹੀਂ ਜਾਊਗਾ। ਇਹ ਮੈਂ ਫਿਰ ਕਹਿੰਦਾ ਕਿ ਕੋਈ ਲੜਾਈਆਂ ਨਹੀਂ ਹੋਣਗੀਆਂ, ਅਤੇ ਕੋਈ ਰੀਸਟਰਕਚਰਿੰਗ ਹੋਊਗੀ ਤਾਂ ਉਸ ਰੀਸਟਰਕਚਰਿੰਗ 'ਚੋਂ ਜੋ ਫਾਇਦਾ ਚੱਕ ਸਕਦੇ ਆ ਉਹ, ਜੋ ਉਹਦੇ 'ਚ ਬੈਟਰ ਲੈ ਸਕਦੇ ਆ ਆਪਦੀ ਪੋਜੀਸ਼ਨ ਕਰਕੇ, ਆਪਦੀ ਸਿਚੁਏਸ਼ਨ ਕਰਕੇ, ਜਾਂ ਜੋ ਹਿਊਮਨ ਰਾਈਟਸ ਦਾ ਐਂਗਲ ਉਹਨਾਂ ਦੇ ਹੱਕ 'ਚ ਵਰਲਡ ਵਾਈਡ ਵੈਸਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਉਹ ਜੋ ਲੈ ਸਕਦੇ ਆ ਉਹ ਲੈਣ ਦੀ ਕੋਸ਼ਿਸ਼ ਕਰ। ਜਿਵੇਂ ਹੁਣ ਕਿਉਂਕਿ ਦੋ ਵੱਡੇ ਕੰਟਰੀਆਂ ਦਾ ਮਸਲਾ ਹੈਗਾ, ਹੈ ਨਾ, ਤਾਂ ਮੈਂ ਇਹੀ ਗੱਲ ਕਰ ਰਿਹਾ ਗਾ ਕਿ ਜਿਵੇਂ ਆਪਣੇ ਪਿੰਡਾਂ 'ਚ ਕਹਿੰਦੇ ਹੁੰਦੇ ਆ ਨਾ ਵੀ ਸਾਨਾਂ ਦੇ ਭੇੜ 'ਚ ਕਈ ਵਾਰ ਮਤਲਬ ਇੱਕ ਤਰ੍ਹਾਂ ਦਾ ਸਾਨਾਂ ਦਾ ਭੇੜ, ਇੱਕ ਪਾਸੇ ਕੈਨੇਡਾ ਹੈ, ਇੱਕ ਕੈਨੇਡਾ ਅਮਰੀਕਾ ਇੱਕ ਪਾਸੇ ਨੇ ਜੇ ਆਪਾਂ ਕਹੀਏ, ਦੂਜੇ ਪਾਸੇ ਭਾਰਤ ਹੈਗਾ, ਹੈ ਨਾ। ਉਸੇ ਐਂਗਲ ਤੋਂ ਮੈਂ ਤੁਹਾਨੂੰ ਪੁੱਛ ਰਿਹਾ ਗਾ, ਜਿਹੜੀ ਤੁਸੀਂ ਵੀ ਗੱਲ ਕਹਿ ਰਹੇ ਹੋਗੇ ਕਿ ਉਹਦੇ 'ਚ ਹੀ ਬਹੁਤ ਹੀ ਬਚਾ ਕੇ ਚੱਲਣ ਦੀ ਲੋੜ ਆ। ਵੀ ਜਿਵੇਂ ਆਮ ਤੌਰ 'ਤੇ ਆਪਣੀ ਕਮਿਊਨਿਟੀ ਇਮੋਸ਼ਨਲ ਲੱਗ 'ਤੇ ਐਕਸਾਈਟਡ ਆ, ਕਿਸੇ ਗੱਲ ਨੂੰ ਲੈ ਕੇ ਆਪਾਂ ਐਕਸਾਈਟ ਬਹੁਤ ਹੋ ਜਾਂਦੇ ਹਾਂ ਕਿ ਪਤਾ ਨਹੀਂ ਜਿਵੇਂ ਤੁਹਾਡੇ ਸਾਰੀ ਗੱਲਬਾਤ 'ਚ ਹੀ ਆ ਰਿਹਾ ਕਿ ਤਾਂ ਜਿਹੜੀ ਘਟਨਾ ਤਾਂ ਇੱਕ ਰੈਫਰੈਂਸ ਆ, ਇਹਦੇ ਪਿੱਛੇ ਕਹਾਣੀ ਤਾਂ ਪੂਰੀ ਹੋਰ ਆ ਗਈ। ਮੈਂ ਉਹੀ ਕਹਿ ਰਿਹਾ ਕਿ ਸਿੱਖਾਂ ਨੂੰ ਮਤਲਬ ਜਿਵੇਂ ਹੁਣ ਇਸ ਟਾਈਮ ਮੇਰਾ ਖਿਆਲ ਸਿੱਖ ਜਿਹੜਾ ਲੀਡਰਸ਼ਿਪ ਆ ਜਿਹੜੀ ਵੀ, ਅਤੇ ਸਿੱਖਾਂ ਦਾ ਜਿਹੜਾ ਵੀ ਕੋਈ ਬੁੱਧੀਜੀਵੀ ਵਰਗ ਆ, ਉਹਨੂੰ ਬਹੁਤ ਸੋਚਣਾ ਚਾਹੀਦਾ ਕਿ ਉਹਨੇ ਕੀ ਪੋਜੀਸ਼ਨ ਲੈਣੀ ਹੈ ਐਜ਼ ਅ ਕਲੈਕਟਿਵ, ਐਜ਼ ਅ ਕਮਿਊਨਿਟੀ, ਹੈ ਨਾ, ਕਿ ਕਿੱਥੇ ਇੱਕ ਪੋਜੀਸ਼ਨ ਕਰਨਾ। ਬਿਕੋਜ਼ ਜਿੱਥੋਂ ਤੱਕ ਜੇ ਤੁਸੀਂ ਜਿਹੜੀਆਂ ਰਿਪਰੈਜ਼ੈਂਟੇਟਿਵ ਤੁਹਾਡੀਆਂ ਧਿਰਾਂ ਹੈ, ਉਹ ਤਾਂ ਵੈਸੇ ਤਾਂ ਰਿਪਰੈਜ਼ੈਂਟੇਟਿਵ ਧਿਰ ਕੋਈ ਹੈ ਹੀ ਨਹੀਂ, ਹੈ ਨਾ, ਪਰ ਮੋਟੀ ਤੌਰ 'ਤੇ ਜੇ ਅਕਾਲੀ ਦਲ ਨੂੰ ਵੀ ਵੇਖੀਏ ਤਾਂ ਕੀ ਪੋਜੀਸ਼ਨ ਲੈ ਰਿਹਾ, ਉਹ ਕਹਿੰਦਾ ਜੀ ਦੋਵਾਂ 'ਚ ਰਲ ਮਿਲ ਕੇ ਬੈਠ ਕੇ ਫੈਸਲਾ ਕਰ ਲਓ। ਮਤਲਬ ਇਟ ਇਜ਼ ਐਜ਼ ਇਫ ਕਿ ਕੋਈ ਜ਼ਮੀਨ ਦਾ ਟੁਕੜਾ ਹੈਗਾ, ਹੈ ਨਾ, ਜਿਹਦੇ 'ਤੇ ਪਲਾਟ 'ਚ ਵੀ ਆਪਾਂ ਕੰਧ ਕਿੱਥੇ ਜੇ ਕੱਢਣੀ, ਉਹਦਾ ਰੌਲਾ ਵੀ ਰਲ ਕੇ ਜੇ ਕਰ ਲਓ। ਇਹਦਾ ਬੜਾ ਵੱਡਾ ਇਸ਼ੂ ਹੈਗਾ, ਇਹਦੇ 'ਚ ਕੋਈ ਐਂ ਹੈ ਨਹੀਂ, ਹੈ ਨਾ।
ਤੇ ਉਹ ਬੜੀ ਮਤਲਬ ਸਟੇਟਸਮੈਨਸ਼ਿਪ ਵਾਲੀ ਗੱਲ ਨਹੀਂ ਸੁਖਬੀਰ ਬਾਦਲ ਦੀ, ਬਹੁਤ ਨੀਚੇ ਦੇ ਪੱਧਰ ਦੀ ਗੱਲ ਕਰ ਰਹੇ ਆ ਉਹ। ਇਸ ਟਾਈਮ ਉਹ ਜੀ ਗੱਲ ਕਰਨ ਦਾ ਮੌਕਾ ਨਹੀਂਗਾ। ਇਸ ਟਾਈਮ ਪਹਿਲਾਂ ਬਹੁਤ ਸੁਚੇਤ ਹੋਣ ਦੀ ਲੋੜ ਹੈ ਕਿ ਇੱਥੇ ਕੀ ਕੀ ਹੋ ਸਕਦਾ ਹੈ, ਕਿ ਕੀ ਇਹ ਐਕਚੁਅਲੀ ਜੰਗ ਦਾ ਮੈਦਾਨ ਬਣ ਸਕਦਾ, ਕੀ ਇਹ ਉੱਥੇ ਨਹੀਂ ਜਾਂਦਾ ਤਾਂ ਕੋਈ ਹੋਰ ਤਰ੍ਹਾਂ ਦੀ ਨੈਗੋਸੀਏਸ਼ਨਸ ਜਾਂ ਤੇ ਹਾਲਾਤ ਬਦਲ ਸਕਦੇ ਆ, ਤੇ ਜਾਂ ਲੀਸਟ ਆਫ ਆਲ ਜਿਹੜਾ ਕਿ ਆਪਾਂ ਨੂੰ ਲੱਗਦਾ ਹੈ ਹੋਣਾ ਕਿ ਕੀ ਉੱਤੇ ਜਿਹੜੀ ਆਪਣਾ ਬੀਜੇਪੀ ਆ ਉਹਦੇ ਬਦਲ 'ਚ ਜਿਹੜਾ ਨਵਾਂ ਗੱਠਜੋੜ ਆ ਉਹ ਆ ਸਕਦਾ। ਜੇ ਉਹਦੇ ਆਉਣ ਦੇ ਚਾਂਸ ਹੈਗੇ ਆ ਤਾਂ ਜੇ ਉੱਥੇ ਸਿੱਖ ਕੋਈ ਰੋਲ ਪਲੇ ਕਰ ਸਕਦੇ ਆ ਤਾਂ ਉਹਨਾਂ ਨਾਲ ਕਿਵੇਂ ਨੈਗੋਸ਼ੀਏਟ ਕਰਨਾ ਹੈ, ਤਾਂ ਉਹਨਾਂ ਨਾਲ ਕਿਵੇਂ ਆਪਾਂ ਕੀ ਸੰਬੰਧ ਬਣਾਉਣੇ ਚਾਹੀਦੇ ਆ, ਅਤੇ ਜੋ ਸੰਬੰਧ ਬਣਾਉਣੇ ਆ ਤਾਂ ਐਮਰਜੈਂਸੀ ਵਾਲਾ ਅਤੇ ਪਾਸਟ 'ਚ ਜੋ 47 'ਚ ਜੋ ਕੁਛ ਹੋਇਆ ਉਹ ਕਿਉਂ ਨਹੀਂ ਮਿਲਿਆ ਵਾਅਦਿਆਂ ਤੋਂ ਬਾਅਦ ਵੀ, ਤਾਂ ਉਹਨੂੰ ਕਿਤੇ ਨਾ ਕਿਤੇ ਬੈਕਗਰਾਊਂਡ 'ਚ ਰੱਖ ਕੇ ਉਸ ਤਰੀਕੇ ਦੀ ਲੀਵਰੇਜਿੰਗ ਕਰਨ ਦੀ ਲੋੜ। ਕੀ ਇਹ ਹੋ ਸਕਦਾ ਗਾ ਕਿ ਜਿੰਨਾ ਮਤਲਬ ਉਹ ਲੱਗੇ ਹੋਏ ਆ ਅਮਰੀਕਾ ਅਤੇ ਕੈਨੇਡਾ, ਕੀ ਹੋ ਸਕਦਾ ਭਾਰਤ ਆਪਦੀ ਪੋਜੀਸ਼ਨ ਬਦਲੇ ਰਸ਼ੀਆ ਦੇ ਉੱਤੇ ਜਾਂ ਚਾਈਨਾ ਦੇ ਉੱਤੇ? ਐਜ਼ ਆਫ ਟੂਡੇ ਤਾਂ ਜਿਹੜੀ ਪ੍ਰੈਜ਼ੈਂਟ ਰਜੀਮ ਆ ਉਹ ਤਾਂ ਹੁਣ ਬਦਲਦੀ ਲੱਗਦੀ ਨਹੀਂ, ਕਿਉਂਕਿ ਜੇ ਉਹ ਪੋਜੀਸ਼ਨ ਬਦਲੂਗੀ ਤਾਂ ਉਹਦਾ ਹੋਰ ਨੁਕਸਾਨ ਹੋ ਜਾਊਗਾ। ਕਿਉਂਕਿ ਉਹ ਜੇ ਇਸ ਪੋਜੀਸ਼ਨ ਦੇ ਵਿੱਚ ਉਹ ਕੋਸ਼ਿਸ਼ ਕਰੂਗੀ ਕਿ ਵੀ ਨੈਸ਼ਨਲਿਸਟ ਫਰਵਰ ਜਗਾ ਕੇ ਇੱਥੇ ਵੋਟਾਂ ਲਈਆਂ ਜਾਣ ਅਤੇ ਦੁਬਾਰਾ ਪਾਵਰ 'ਚ ਆਇਆ ਜਾਵੇ, ਅਤੇ ਇਹ ਸ਼ੋਅ ਕੀਤਾ ਜਾਵੇ ਕਿ ਵੀ ਕੈਨੇਡਾ ਅਤੇ ਵੈਸਟ ਜਿਹੜਾ ਸਾਰਾ ਹੈਗਾ ਉਹ ਸਾਡੇ 'ਤੇ ਅਗਰੈਸਰ ਬਣ ਕੇ ਆਇਆ ਅਤੇ ਇਹ ਦੇਸ਼ ਨੂੰ ਜੰਗ 'ਚ ਧੱਕਣਾ ਚਾਹੁੰਦਾ ਹੈ ਜਾਂ ਇਹਨੂੰ ਐਕਸਪਲੋਇਟ ਕਰਨਾ ਚਾਹੁੰਦਾ ਫਾਈਨੈਂਸ਼ੀਅਲੀ ਜਾਂ ਜੋ ਵੀ ਹੈ ਨਾ, ਉਸ ਤਰੀਕੇ ਦੀ ਪੋਜੀਸ਼ਨ ਬਣਾਉਣ ਦੀ ਕੋਸ਼ਿਸ਼ ਹੋਊਗੀ। ਅਤੇ ਅਸੀਂ ਹਾਂ ਜਿਹੜੇ ਦੇਸ਼ ਭਗਤ ਆ ਜਿਹੜੇ ਦੇ ਅਗੇਂਸਟ ਖੜ੍ਹੇ ਹਾਂ, ਤਾਂ ਉਹ ਪੋਜੀਸ਼ਨ ਹੁਣ ਨਹੀਂ ਬਦਲਣਗੇ ਮੇਰਾ ਖਿਆਲ। ਹੁਣ ਚਾਂਸਸ ਹੁਣ ਜੇ ਪੋਜੀਸ਼ਨ ਬਦਲਦੇ ਆ ਤਾਂ ਉਹ ਸਟੇਟ ਦਾ ਪ੍ਰੈਸ਼ਰ ਭਾਵੇਂ ਹੋਵੇ, ਇੰਡੀਅਨ ਸਟੇਟ ਦਾ ਅਤੇ ਸਟੈਬਲਿਸ਼ਮੈਂਟ ਦਾ, ਡੀਪ ਸਟੇਟ ਜਿਹਨੂੰ ਕਹਿ ਦਿੰਦੇ ਆ ਜਾਂ ਸਟੈਬਲਿਸ਼ਮੈਂਟ ਕਹਿੰਦੇ ਆਪਾਂ ਇੰਡੀਆ 'ਚ, ਉਹਦਾ ਪ੍ਰੈਸ਼ਰ ਹੋ ਸਕਦਾ ਹੈ ਕਿ ਵੀ ਇੱਕ ਵਾਰੀ ਸਮਾਂ ਕੱਢੋ ਵੀ ਬਦਲੋ। ਪਰ ਪ੍ਰੈਜ਼ੈਂਟ ਗਵਰਨਮੈਂਟ ਦਾ ਉਹ ਸਟੈਂਸ ਨਹੀਂ ਹੋ ਸਕਦਾ। ਉਹ ਜੇ ਇਹ ਪੋਲੀਟੀਕਲ ਪਾਰਟੀ ਹੁਣ ਸਟੈਂਸ ਬਦਲਦੀ ਆ ਤਾਂ ਫਿਰ ਤਾਂ ਡਾਊਨਫਾਲ। ਅੱਛਾ, ਇਹ ਦੱਸੋ ਸੈਕੰਡ ਵਰਲਡ ਵਾਰ ਬਾਰੇ, ਜਿਵੇਂ ਆਪਾਂ ਕਹਿੰਦੇ ਹਾਂ ਜਿਹੜੇ ਉਦੋਂ ਮੇਨ ਪਲੇਅਰ ਸੀਗੇ ਜਿਨ੍ਹਾਂ ਨੇ ਲੜਾਈਆਂ ਲੜੀਆਂ, ਉਹ ਇੰਨੇ ਕਮਜ਼ੋਰ ਹੋ ਗਏ ਕਿ ਮੇਨ ਪਲੇਅਰ ਹੀ ਹੋਰ ਬਣ ਗਏ। ਆਪਾਂ ਦੇਖਿਆ ਕਿ ਜਰਮਨੀ ਨਹੀਂ ਰਿਹਾ, ਰਸ਼ੀਆ ਨਹੀਂ ਰਿਹਾ, ਇੰਗਲੈਂਡ ਦਾ ਬੁਰਾ ਹਾਲ ਹੈਗਾ, ਅਮਰੀਕਾ ਡੋਮੀਨੇਟ ਕਰਨ ਲੱਗ ਗਿਆ। ਕੋਲਡ ਵਾਰ ਦੇ ਟਾਈਮ ਆਪਾਂ ਨੂੰ ਸਾਰਾ ਪਤਾ, ਉਦੋਂ ਸਿੱਧੀਆਂ ਜੰਗਾਂ ਲੜੀ ਗਈਆਂ, ਉਹਦੇ ਕੁਛ ਨਤੀਜੇ ਭੁਗਤੇ ਅਤੇ ਸਿੱਖਿਆ ਇੱਕ ਹਿਊਮਨ ਹਿਸਟਰੀ ਨੇ ਕਿ ਸਿੱਧਾ ਲੜਨ ਦੇ ਨੁਕਸਾਨ ਕੀ ਨੇ। ਜੰਗਾਂ ਉਦੋਂ ਬਾਅਦ ਵੀ ਹੋ ਰਹੀਆਂ ਨੇ, ਮੈਂ ਕੋਲਡ ਵਾਰ ਦਾ ਰੈਫਰੈਂਸ ਦਿੱਤਾ, ਜਾਂ ਹੋਰ ਵੀ ਜੰਗਾਂ ਬਹੁਤ ਬਰੀਕ ਤਰੀਕੇ ਨਾਲ ਲੜੀਆਂ ਜਾ ਰਹੀਆਂ ਨੇ। ਅਗਲੇ ਦੌਰ ਨੂੰ ਤੁਸੀਂ ਦੇਖ ਕਿਵੇਂ ਰਹੇ ਹੋਗੇ? ਜਿਵੇਂ ਅੱਜ ਜੇ ਕੈਨੇਡਾ ਬਿਆਨ ਦੇ ਰਿਹਾ, ਭਾਰਤ ਆਪਣੀ ਤਰ੍ਹਾਂ ਦੀ ਇੱਕ ਰਾਜਨੀਤੀ ਕਰ ਰਿਹਾ ਹੈਗਾ, ਬਾਕੀ ਮੁਲਕ ਆਪੋ ਆਪਣੀ ਡਿਪਲੋਮੈਸੀ 'ਚ ਲੱਗੇ ਹੋਏ ਨੇ, ਤੁਹਾਨੂੰ ਕੀ ਲੱਗਦਾ ਅਗਲੀਆਂ ਚੀਜ਼ਾਂ ਸ਼ੇਪ ਕਿਵੇਂ ਲੈ ਰਹੀਆਂ ਨੇ? ਪੋਲੀਟੀਕਲ ਲੜਾਈਆਂ, ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਨਾ ਕਿ ਜਿਹੜਾ ਜੰਗ ਆ ਗਈ ਉਹ ਪੋਲੀਟਿਕਸ ਦੀ ਐਕਸਟੈਂਸ਼ਨ ਆ ਗਈ, ਤਾਂ ਹੁਣ ਜੰਗ ਵੱਲ ਉਸ ਤਰ੍ਹਾਂ ਸਿੱਧੇ ਰੂਪ 'ਚ ਕੋਈ ਨਹੀਂ ਜਾਏਗਾ, ਜਾਂ ਫਿਰ ਕਿਸ ਤਰ੍ਹਾਂ ਦੀਆਂ ਜੰਗਾਂ? ਵੈਸੇ ਤਾਂ ਜੀ ਆਪਣੇ ਜਿਹੜੇ ਕਾਵ ਰਚਨਾ ਆਪਣੀਆਂ ਜਾਂ ਇਤਿਹਾਸਕ ਪੁਰਾਣੀਆਂ ਜਿਹੜੇ ਗ੍ਰੰਥ ਆ ਉਹਨਾਂ 'ਚ ਵੀ ਬੜਾ ਕਲੀਅਰ ਹੁੰਦਾ। ਜਿਵੇਂ ਮਹਾਂਭਾਰਤ ਦੀ ਜੰਗ ਹੋਈ, ਪਾਂਡਵ ਅਤੇ ਕੌਰਵ ਲੜੇ ਅਤੇ ਦੋਵੇਂ ਹੀ ਇੱਕ ਜੰਗ 'ਚ ਖਤਮ ਹੋ ਗਏ। ਇੱਕ ਵੈਸੇ ਇੰਨੇ ਕਮਜ਼ੋਰ ਹੋ ਗਏ ਕਿ ਉਹਨਾਂ ਦੇ ਰਾਜ ਗਵਾ ਬੈਠੇ ਉਹ ਆਪਦਾ। ਪਰ ਇਹਨੂੰ ਜਿਵੇਂ ਵੈਸਟ ਹਰ ਚੀਜ਼ ਨੂੰ ਥਿਓਰਾਈਜ਼ ਕਰ ਦਿੰਦਾ ਹੈ ਨਾ, ਉਹਨਾਂ ਦੀ ਇਹ ਕਹਿ ਕੇ ਥਿਓਰੈਟੀਕਲ ਬੈਕਗਰਾਊਂਡ ਦੇ ਦਿੰਦੇ ਆ। ਤਾਂ ਥਿਊਸੀਡਿਡਸ ਇੱਕ ਨਾਂ ਦਾ ਇੱਕ ਹਿਸਟੋਰੀਅਨ ਸੀਗਾ, ਉਹਨੇ ਜਦੋਂ ਯੂਨਾਨ ਦੇ ਵਿੱਚ ਏਥਨਸ ਅਤੇ ਸਪਾਰਟਾ ਇੱਕ ਦੂਜੇ ਨਾਲ ਲੜੇ ਤਾਂ ਉਹਨਾਂ ਨੇ ਉਸ ਸਮੇਂ ਦਾ ਉਹ ਪੈਲੋਪੋਨੇਸ਼ੀਅਨ ਵਾਰਸ ਕਹਿੰਦੇ ਸੀਗੇ, ਉਹਨੇ ਉਹਦਾ ਲਿਖਿਆ ਸਾਰੀ ਹਿਸਟਰੀ ਲਿਖੀ, ਅਤੇ ਉਹਦੇ ਵਿੱਚ ਉਹ ਸ਼ੋਅ ਕਰਦਾ ਕਿ ਜਦੋਂ ਕਿਤੇ ਟਰੇਡ ਵਾਰ ਜਾਂ ਇਹ ਕਨਫਲਿਕਟ ਦੇ ਦੋ ਰਾਜ ਇੱਕ ਦੂਜੇ ਦੇ ਮੁਕਾਬਲੇ 'ਚ ਆ ਜਾਂਦੇ ਆ ਤਾਂ ਜਿਹੜੀ ਜੰਗ ਆ ਉਹ ਇਨਐਵਿਟੇਬਲ ਆ। ਹੁਣ ਅੱਜ ਕੱਲ੍ਹ ਉਹਨੂੰ ਥਿਓਰਾਈਜ਼ ਇਸ ਤਰੀਕੇ ਨਾਲ ਕੀਤਾ ਜਾਂਦਾ, ਉਹਨੂੰ ਥਿਊਸੀਡਿਡਸ ਟਰੈਪ ਕਿਹਾ ਜਾਂਦਾ ਹੈ ਕਿ ਉਹ ਟਰੈਪ 'ਚ ਆ ਜਾਂਦੇ ਤੁਸੀਂ ਕਿ ਜੰਗ ਹੋਣੀ ਹੁੰਦੀ ਆ। ਪਹਿਲੀ ਜੰਗ ਤੋਂ ਬਾਅਦ ਹੀ ਲੋਕ ਇਸ ਚੀਜ਼ ਸਿੱਖ ਗਏ ਸੀਗੇ, ਯੂਰਪ ਨੇ ਇਸ ਚੀਜ਼ ਨੂੰ ਸਿੱਖ ਲਿਆ ਸੀਗਾ ਵੀ ਜੰਗ ਨੇ ਨੁਕਸਾਨ ਕਰਨਾ ਜੇ ਅਸੀਂ ਲੜਦੇ ਹਾਂ ਸਿੱਧੇ। ਬ੍ਰਿਟੇਨ ਨੂੰ ਵੀ ਇਹ ਪਤਾ ਸੀਗਾ ਕਿ ਸਾਡਾ ਬਹੁਤ ਨੁਕਸਾਨ ਹੋ ਸਕਦਾ ਹੈ, ਅਤੇ ਉਹਨੇ ਜਰਮਨੀ ਨੂੰ ਬਹੁਤ ਟਾਈਮ ਵੀ ਦਿੱਤਾ, ਉਹਨੂੰ ਪੋਲਿਸੀ ਆਫ ਅਪੀਜ਼ਮੈਂਟ ਕਿਹਾ ਜਾਂਦਾ। ਬ੍ਰਿਟੇਨ ਦੇ ਇਲਜ਼ਾਮ ਵੀ ਲੱਗਦਾ ਕਿ ਵੀ ਤੂੰ ਜਰਮਨੀ ਨੂੰ ਇੰਨਾ ਵਧਣ ਦਿੱਤਾ ਕਿ ਵੀ ਲੜਾਈ ਬਹੁਤ ਮਹਿੰਗੀ ਪੈ ਗਈ ਬਾਅਦ ਦੇ ਵਿੱਚ। ਜੇ ਪਹਿਲਾਂ ਹੀ ਲੜ ਪੈਂਦੇ ਛੋਟੀ ਪੈਣੀ ਸੀ ਲੜਾਈ, ਤਾਂ ਉਹਨੂੰ ਆਸਟਰੀਆ 'ਚ ਵਧਣ ਦਿੱਤਾ, ਪੋਲੈਂਡ 'ਚ ਵਧਣ ਦਿੱਤਾ। ਇੱਧਰੋਂ ਫਰਾਂਸ ਦਾ ਜਦੋਂ ਐਲਸਾ ਲੋਰੇਨ ਖਾਨ ਤੋਂ ਗਾਂਹ ਵਜੋਂ ਵੱਧ ਗਿਆ, ਮੈਜਨਟ ਲਾਈਨ ਤੋਂ ਅੱਗੇ ਵਧਣ ਲੱਗਿਆ, ਉਦੋਂ ਫਿਰ ਉਹਨਾਂ ਨੂੰ ਫਰੰਟ ਖੋਲ੍ਹਣਾ ਪਿਆ, ਉਹਦਾ ਰਿਟੈਲੀਏਟ ਕੀਤਾ। ਉਦੋਂ ਕੋਈ ਚਾਰਾ ਹੀ ਨਹੀਂ ਰਹਿ ਗਿਆ ਸੀ। ਉਹ ਰਿਟੈਲੀਏਟ ਵੀ ਬੈਲਜੀਅਮ ਵਾਲੇ ਪਾਸਿਓਂ ਪਹਿਲਾਂ ਕੀਤਾ, ਫਰਾਂਸ ਤਾਂ ਸਾਰਾ ਹੀ ਗਵਾ ਲਿਆ ਸੀ ਉਹਨਾਂ ਨੇ। ਉਸ ਤੋਂ ਪਹਿਲਾਂ ਸੰਧੀਆਂ ਕਰ ਰਹੇ ਸੀ, ਤੁਹਾਨੂੰ ਪਤਾ ਹੀ ਹੈ। ਹਾਂ, ਸੰਧੀਆਂ ਕਰ ਰਹੇ ਸੀ, ਕੋਸ਼ਿਸ਼ ਸੀਗੀ ਕਿ ਨਾ ਹੋਵੇ ਲੜਾਈ, ਅਤੇ ਰਾਦਰ ਉਹਨਾਂ ਨੂੰ ਆਏ ਸੀਗਾ ਕਿ ਇਹ ਰਸ਼ੀਆ ਨੂੰ ਹੀ ਸਿੱਟ ਲੂਗਾ ਕਿਤੇ, ਮਤਲਬ ਆਏ ਆ। ਵੈਸੇ ਵੀ ਯੂਰਪ ਦੇ ਵਿੱਚ ਜਦੋਂ ਮਿਡਲ ਯੂਰਪ ਸਟਰੋਂਗ ਹੁੰਦਾ ਉਹ ਦੋਨੇ ਪਾਸੇ ਨੁਕਸਾਨ ਕਰਦਾ ਹੈਗਾ। ਹੁਣ ਵੀ ਉਹਨੂੰ ਕੰਟੇਨ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸੇ ਨਾ ਕਿਸੇ ਢੰਗ 'ਚ। ਪਰ ਜਿਹੜਾ
ਹੁਣ ਜਿਹੜਾ ਆਪਾਂ ਵੇਖਿਆ ਉਦੋਂ ਬਾਅਦ ਜੰਗਾਂ ਬਹੁਤ ਹੋਈਆਂ, ਛੋਟੀਆਂ ਪ੍ਰੋਕਸੀ ਵਾਰਸ ਹੋਈਆਂ, ਵੱਡੀਆਂ ਜਿਹੜੀਆਂ ਤਾਕਤਾਂ ਹੈ, ਜਿਵੇਂ ਰੂਸ ਤੇ ਅਮਰੀਕਾ, ਇਹ ਇੱਕ ਦੂਜੇ ਨਾਲ ਨਹੀਂ ਟਕਰਾਏ, ਅਤੇ ਚੀਨ ਨੂੰ ਵਰਲਡ ਦੀ ਸਫੀਅਰ ਦੇ ਵਿੱਚ ਲਿਆਉਣਾ ਵੀ ਅਮਰੀਕਾ ਦਾ ਇਹੀ ਕਾਰਨ ਸੀ ਕਿ ਕਿਤੇ ਕੱਲ੍ਹ ਨੂੰ ਜਾ ਕੇ ਨਿਊਕਲੀਅਰ ਪਾਵਰ ਟਕਰਾਅ ਨਾ ਬਣ ਜੇ। 1972 ਦੇ ਵਿੱਚ ਕਿਸਿੰਜਰ ਨੇ ਅਤੇ ਨਿਕਸਨ ਨੇ ਚਾਈਨਾ ਨਾਲ ਡਾਇਲੋਗ ਖੋਲ੍ਹਿਆ, ਚਾਈਨਾ ਨੂੰ ਉਹਦੇ ਔਰਬਿਟ 'ਚ ਲਿਆਂਦਾ, ਵਰਲਡ ਦੇ ਲਿਆਂਦਾ, ਅਤੇ ਹੌਲੀ ਹੌਲੀ ਉਹਨਾਂ ਨੇ ਟਰੇਡ ਵਧਾਇਆ ਤਾਂ ਕਿ ਜੰਗ ਨਾ ਕਦੀ ਹੋ ਜੇ, ਕਿਉਂਕਿ ਜਿੱਥੇ ਵਪਾਰ ਸ਼ੁਰੂ ਹੋ ਜਾਊਗਾ ਇੱਕ ਦੂਜੇ ਨਾਲ ਤਾਂ ਜੰਗ ਨੂੰ ਰੋਕਿਆ ਜਾ ਸਕਦਾ। ਚਾਈਨਾ ਆਈਸੋਲੇਸ਼ਨ, ਚਾਈਨਾ ਨੇ ਇੱਕ ਲਰਕਿੰਗ ਪਾਵਰ ਹੈਗੀ ਆ। ਉਹ ਪੁਰਾਣੇ ਸਮੇਂ 'ਚ ਵੀ ਕੀ ਸੀ, ਜਦੋਂ ਜ਼ੈਂਗ ਹੀ ਉਹਨਾਂ ਦਾ ਇੱਕ ਬਹੁਤ ਵੱਡਾ ਸੇਲਰ ਸੀ, ਉਹ ਆਲਮੋਸਟ ਮੋਰੱਕੋ ਤੱਕ ਬਹੁਤ ਵੱਡੀਆਂ ਸ਼ਿਪਸ ਲੈ ਕੇ ਪਹੁੰਚ ਗਿਆ ਸੀ, ਵਾਸਕੋ ਡੀ ਗਾਮਾ ਤੋਂ ਵੀ ਕੋਈ 100 ਸਾਲ ਪਹਿਲਾਂ, ਮਤਲਬ ਉਲਟੇ ਪਾਸਿਓਂ, ਮਤਲਬ ਵਾਸਕੋ ਡੀ ਗਾਮਾ ਤਾਂ ਉੱਧਰੋਂ ਚੱਲਿਆ ਨਾ, ਇਹ ਉਲਟੇ ਪਾਸਿਓਂ ਆਲਮੋਸਟ ਅਫਰੀਕਾ ਕ੍ਰਾਸ ਕਰਕੇ ਉੱਥੇ ਪਹੁੰਚ ਗਿਆ, ਜਦੋਂ ਸਡਨਲੀ ਉਹਨਾਂ ਦੇ ਐਂਪਰਰ ਨੇ ਕਹਿ ਤਾ ਕਿ ਹੁਣ ਚਾਈਨਾ ਕਲੋਜ਼ ਕਰਨਾ ਹੈ। ਅੱਜ ਵੀ ਡਰ ਇਹੀ ਹੈ ਕਿ ਸ਼ੀ ਸਡਨਲੀ ਕਲੋਜ਼ ਨਾ ਕਰ ਦੇ। ਸੋ ਇਹ ਜੰਗਾਂ ਨੂੰ ਅਵੋਇਡ ਕਰਦੇ ਹੋਏ ਕਰਨ ਦਾ ਜਿਹੜਾ ਹੈਗਾ ਇਹ ਹੈਗਾ। ਅਤੇ ਇਹਦੇ ਵਿੱਚ ਕੀ ਹੈ ਕਿ ਪਿੱਛੇ ਆਪਾਂ ਵੇਖਿਆ ਪ੍ਰੋਕਸੀ ਵਾਰਸ ਨਾਲ ਕੀਤਾ, ਰਸ਼ੀਆ ਨਾਲ। ਐਤਕੀ ਵਾਰ ਜਿਹੜਾ ਚਾਈਨਾ ਨਾਲ ਜਿਹੜਾ ਹੋਊਗਾ ਉਹ ਸ਼ਾਇਦ ਇਕਨੋਮਿਕ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰੇ। ਭਾਰਤ ਨਾਲ ਵੀ ਜਿਹੜਾ ਹੁਣ ਅਮਰੀਕਾ ਜਿਹੜਾ ਦਬਾਅ ਬਣਾਊਗਾ, ਜਾਂ ਕੈਨੇਡਾ, G7 ਨੇਸ਼ਨਸ ਬਣਾਉਣਗੇ, ਉਹ ਇਕਨੋਮਿਕ ਦਬਾਅ ਬਣਾਉਣਗੇ, ਮਤਲਬ ਆਰਥਿਕ ਦਬਾਅ, ਕਿਉਂਕਿ ਆਰਥਿਕ ਦਬਾਅ ਨਾਲ ਹੀ ਕਾਫੀ ਕੁਛ ਜੰਗ ਹੁੰਦੀ ਕੀ ਹੈ, ਜੰਗ ਦਾ ਮਤਲਬ ਤਾਂ ਇਹ ਹੁੰਦਾ ਨਾ ਵੀ ਕਿ ਜਿਹੜਾ ਤੁਹਾਡਾ ਓਪੋਨੈਂਟ ਹੈ ਜਾਂ ਦੁਸ਼ਮਣ ਆ, ਉਹਦੀ ਉਹਦੀ ਇੱਛਾ ਸ਼ਕਤੀ ਤੋੜ ਦੇਣੀ, ਠੀਕ ਹੈ ਨਾ। ਇੱਛਾ ਸ਼ਕਤੀ ਜੇ ਜਾਪਾਨ ਦੀ ਜ਼ਿਆਦਾ ਦੇਰ ਨਹੀਂ ਟੁੱਟੀ ਸੀ ਤਾਂ ਉਹਨਾਂ ਨੇ ਨਿਊਕਲੀਅਰ ਹਥਿਆਰ ਚਲਾਤਾ, ਉਹ ਐਟਮ ਬੰਬ ਚਲਾਤਾ ਉਹਨਾਂ 'ਤੇ। ਜਿਹੜਾ ਜਲਦੀ ਤੋੜ ਜਾਂਦਾ ਇੱਛਾ ਸ਼ਕਤੀ, ਉਹਨੂੰ ਟੇਬਲ 'ਤੇ ਪਹਿਲਾਂ ਨਿਬੇੜ ਲੈਂਦੇ ਆ। ਸੋ ਇਹ ਹੈ ਕਿ ਉਹ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨਗੇ ਭਾਰਤ। ਤਾਂ ਇਹ ਤੁਸੀਂ ਕਿਵੇਂ ਦੇਖ ਰਹੇ ਹੋਗੇ? G7 ਮੁਲਕਾਂ 'ਚ ਆਪਾਂ ਆਸਟ੍ਰੇਲੀਆ ਹੀ ਬਿਆਨ ਦੇਈ ਜਾਂਦਾ, ਕਿੰਨੇ ਮੁਲਕਾਂ ਨੇ ਬਿਆਨ ਆ ਜਿਹੜਾ ਆਪਣੇ ਆਪਣੇ ਤਰੀਕੇ ਨਾਲ ਭਾਰਤ ਦੇ ਇੱਕ ਤਰ੍ਹਾਂ ਖਿਲਾਫ ਦੇ ਦਿੱਤਾ ਹੈਗਾ। ਤਾਂ ਇਹ ਹੁਣ ਕਿਤੇ ਜਿਵੇਂ ਤੁਸੀਂ ਕਹਿ ਰਹੇ ਹੋਗੇ ਕਿ ਪਿੱਛੇ ਹਟਣ ਵਾਲੀ ਗੱਲ ਲੱਗਦੀ ਨਹੀਂ ਇਹ ਰਜੀਮ 'ਚ, ਹੈ ਨਾ। ਮੋਦੀ ਜਾਂ ਜਿਹੜੇ ਅਮਿਤ ਸ਼ਾਹ ਨੇ ਉਹ ਤਾਂ ਇਸ ਗੱਲ ਹੀ ਮੰਨੇ ਜਾਂਦੇ ਨੇਗੇ ਕਿ ਕਿਸਾਨ ਅੰਦੋਲਨ ਤੋਂ ਬਿਨਾਂ ਕਿਸੇ ਗੱਲ 'ਚ ਪਿੱਛੇ ਨਹੀਂ ਹਟੇ। ਉਹ ਬਹੁਤ ਸਾਰੀਆਂ ਗੱਲਾਂ ਆਪਾਂ ਦੇਖਿਆ, ਚਾਹੇ ਕਸ਼ਮੀਰ ਦਾ CNRC, ਬਹੁਤ ਸਾਰੀਆਂ ਗੱਲਾਂ ਨੇਗੀਆਂ। ਤਾਂ ਫਿਰ ਚੀਜ਼ਾਂ ਸ਼ੇਪ ਕਿਵੇਂ ਲੈਣਗੀਆਂ? ਮੇਰੀ ਜੋ ਸਮਝ ਹੈ ਜੀ ਕਿ ਜਾਂ ਤੁਹਾਨੂੰ ਲੱਗਦਾ ਵੀ 24 'ਚ ਕੁਛ ਬਦਲ ਹੋ ਜਾਏਗਾ, ਉਹਦੇ ਨਾਲ ਚੀਜ਼ਾਂ ਮੁੱਕ ਜਾਣਗੀਆਂ? ਹਾਂ, ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਵੀ ਜੇ ਦੇਖੋ ਬਦਲ ਹੋਵੇ ਜਾਂ ਨਾ ਹੋਵੇ ਉਹ ਅੱਡ ਗੱਲ, ਬਟ ਆਪਾਂ ਤਾਂ ਇਹ ਕਹਿ ਸਕਦੇ ਵੀ ਆਹ ਫੋਰਸਿਸ ਇੱਕ ਦੂਜੇ ਦੇ ਅਗੇਂਸਟ ਖੜੀਆਂ ਹੋ ਰਹੀਆਂ। ਉਹ ਖਬਰਾਂ ਤਾਂ ਇੱਥੋਂ ਤੱਕ ਆ ਰਹੀਆਂ ਨੇ ਕਿ ਇੰਡੀਆ ਟੁੱਟ ਸਕਦਾ ਆਉਣ ਵਾਲੇ ਦਿਨਾਂ 'ਚ। ਇਹ ਸੋਰਸਿਸ ਦੇ ਮੁਤਾਬਕ ਖਬਰਾਂ ਆ ਰਹੀਆਂ ਨੇ ਕਿ ਇੰਡੀਆ ਟੁੱਟ ਜੂਗਾ, ਜਿਹੜਾ ਇੰਡੀਆ ਬਣਿਆ ਅਲਾਇੰਸ ਉਹ ਟੁੱਟੂਗਾ ਆਉਣ ਵਾਲੇ ਦਿਨਾਂ 'ਚ। ਉਹ 'ਚੋਂ ਕੁਛ ਲੋਕ ਨਿਕਲ ਸਕਦੇ ਆ। ਉਹ ਤਾਂ ਕੁਆਇਟ ਸੰਭਾਵੀ ਵੀ ਸੀਗਾ, ਕਿਉਂਕਿ ਉਹ ਐਡਾ ਵੱਡਾ ਅਲਾਇੰਸ ਆ, ਉਹਦੇ ਵਿੱਚੋਂ ਵੇਖੋ ਦੂਜਾ ਫੈਕਸ਼ਨ ਵੀ ਕੋਸ਼ਿਸ਼ ਕਰਨਗੇ ਕਿਵੇਂ ਨਾ ਕਿਵੇਂ ਕੱਢਣ ਨੂੰ, ਅਤੇ ਕੁਛ ਐਸੇ ਲੋਕ ਵੀ ਹੋਣਗੇ ਜਿਹੜੇ ਹਲੇ ਬੈਠੇ ਹੋਣਗੇ ਚੁੱਪ ਕਰਕੇ, ਜਦੋਂ ਇਲੈਕਸ਼ਨ ਐਲਾਨ ਹੋਊਗਾ ਉਦੋਂ ਜੰਪ ਇਨ ਕਰ ਜਾਣਗੇ ਉਸ ਅਲਾਇੰਸ ਦੇ ਵਿੱਚ। ਪਰ ਇਹ ਆ ਕਿ ਵੀ ਰਜੀਮ ਚੇਂਜ, ਜਿਹੜੀ ਭਾਰਤ ਦੇ ਵਿੱਚ ਰਜੀਮ ਚੇਂਜ ਲਿਆਉਣ ਦੀ ਕੋਸ਼ਿਸ਼, ਤਾਂ ਉਹ ਕੋਈ ਵੱਡਾ ਜਿਹਨੂੰ ਆਪਾਂ ਕਹਿ ਦਈਏ ਨਾ, ਵੱਡਾ ਕੋਈ ਵਾਇਲੈਂਟ ਟਰਮੋਇਲ ਆ ਜੇ, ਉਹ ਨਹੀਂ ਆਉਣ ਦਾ ਚਾਂਸ ਕੋਈ ਇੱਥੇ ਤਾਂ ਉਤਲੀ ਜਿਹੜੀ ਤਾਕਤ ਆ ਉਹਨੂੰ ਕੋਈ ਜਿਹੜੀ ਥੋੜ੍ਹਾ ਜਿਹਾ ਅਮਰੀਕਾ ਨੂੰ ਲੱਗੇ ਕਿ ਹਾਂ ਇਹ ਉਹਨਾਂ ਦੇ ਜਿਹੜੇ ਇੰਟਰਸਟਸ ਨੂੰ ਸੋਲਵ ਕਰ ਸਕਦੀ ਹੈ, ਇਹ ਪਾਕਿਸਤਾਨ ਨਾਲ ਬੈਟਰ ਰਿਲੇਸ਼ਨਸ਼ਿਪਸ ਬਣਾ ਸਕਦੀ ਹੈ, ਜਾਂ ਕਿਸੇ ਤਰੀਕੇ ਨਾਲ ਮੈਂ ਕੋਈ ਕਨਫੈਡਰੇਸ਼ਨ ਇੱਥੇ ਖੜੀ ਕਰ ਸਕਦਾ ਇਹਨਾਂ ਦੇ ਸਿਰ 'ਤੇ, ਕੋਈ ਲਿਬਰਲ ਰਜੀਮ ਜਿਹਦੀ ਆਈਡੀਓਲੋਜੀ ਵੀ ਅਮਰੀਕਾ ਨਾਲ ਮੇਲ ਖਾਂਦੀ ਹੋਵੇ। ਹੁਣ ਤੁਸੀਂ ਵੇਖੋ ਜਿਹੜਾ ਕੈਨੇਡਾ 'ਚ ਜਿਹੜੀ ਰਜੀਮ ਹੈ ਇਸ ਟਾਈਮ, ਉਹ ਲੈਫਟ ਲਿਬਰਲ ਰਜੀਮ ਹੈਗੀ ਆ। ਅਮਰੀਕਾ ਤਾਂ ਆਲਮੋਸਟ ਹੀ ਲਿਬਰਲ, ਚਾਹੇ ਕੋਈ ਵੀ ਆ ਜਾਏ, ਉਹਨਾਂ 'ਚੋਂ ਕੰਜ਼ਰਵੇਟਿਵਸ ਵੀ ਆ ਜਾਣ ਤਾਂ ਵੀ ਉਹ ਲਿਬਰਲ ਹੀ ਹੁੰਦੇ ਆ ਕੰਪੇਅਰ ਟੂ ਅਸ। ਟਰੂਡੋ ਵਰਗਾ ਐਕਸੈਪਸ਼ਨ ਵੀ ਤਾਂ ਹੁੰਦੀ ਹੈ, ਸੌਰੀ ਟਰੂਡੋ ਕਹਿਤਾ ਮੈਂ, ਟਰੰਪ ਵਰਗੀ ਐਕਸੈਪਸ਼ਨ ਵੀ ਤਾਂ ਹੁੰਦੀ ਹੈ। ਟਰੰਪ ਇੱਕ ਐਕਸੈਪਸ਼ਨ ਸੀਗਾ, ਅਤੇ ਟਰੰਪ ਨੂੰ, ਜਿਵੇਂ ਆਪਾਂ ਪਹਿਲਾਂ ਜਾਰਜ ਸੋਰੋਸ ਦੀ ਗੱਲ ਕੀਤੀ, ਉਹਨੇ ਟਰੰਪ ਨੂੰ ਬਹੁਤ ਕਿਹਾ ਕਿ ਉਹਨੇ ਬਹੁਤ ਨੁਕਸਾਨ ਕੀਤਾ ਅਮਰੀਕਾ ਦਾ, ਉਹ ਇਹ ਫੀਲ ਕਰਦੇ ਆ। ਅਤੇ ਟਰੰਪ ਇੱਕ ਬਹੁਤ ਵੱਡੀ ਐਕਸੈਪਸ਼ਨ ਸੀ, ਅਤੇ ਟਰੰਪ 'ਤੇ ਤਾਂ ਲੱਗਦਾ ਵੀ ਇਹੀ ਹੈ ਕਿ ਸੋਵੀਅਟਸ ਨੇ ਰਿਗ ਐਸਾ ਕਰਤਾ ਕਿ ਵੀ ਟਰੰਪ ਆ ਗਿਆ ਉਹਨਾਂ ਦਾ। ਹਾਲਾਂਕਿ ਇਹ ਹੋ ਸਕਦਾ ਕੌਨਸਪੀਰੇਸੀ ਥਿਓਰੀ ਬਣਾਤੀ ਹੋਵੇ ਕਿ ਵੀ ਸਾਡੀ ਸੁਸਾਇਟੀ ਐ ਨਹੀਂ ਗੀ, ਪਰ ਉਹ ਚੀਜ਼ ਉੱਥੇ ਲਾਰਜਲੀ ਜਿਹੜੀ ਸੁਸਾਇਟੀ ਆ ਉਹ ਉਸੇ ਤਰੀਕੇ ਦੀ ਆ। ਅਤੇ ਉਹ ਜਿਹੜੀ ਰਜੀਮ ਆਉਂਦੀ ਉੱਥੇ ਸੁਸਾਇਟੀ ਦੇ ਅੰਦਰ, ਤਾਂ ਟਰੈਂਡਸ ਹੁੰਦੇ ਆ, ਸਟ੍ਰੇਨਸ ਹੁੰਦੇ ਆ ਕਿ ਜਿਹੜੇ ਬਹੁਤ ਰੈਡੀਕਲ ਸਟ੍ਰੇਨਸ ਹੋਣ ਜਾਂ ਕੰਜ਼ਰਵੇਟਿਵ ਸਟ੍ਰੇਨਸ ਹੋਣ, ਤਾਂ ਭਾਰਤ ਨੂੰ ਵੀ ਉਹ ਉਸੇ ਲਾਈਨਸ 'ਤੇ ਚਲਾਉਣ ਦੀ ਕੋਸ਼ਿਸ਼ ਕਰਨਗੇ ਜੀ। ਜਿਹੜੀ ਜਾਰਜ ਸੋਰੋਸ ਵਾਲੀ ਗੱਲ ਬਾਰ-ਬਾਰ ਹੁੰਦੀ ਹੈਗੀ ਕਿ ਉਹ ਬਾਰ-ਬਾਰ ਬਹੁਤ ਸਾਰੇ ਮੁਲਕਾਂ 'ਚ ਉਹਦੀਆਂ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਨੇ ਜਿੱਥੇ ਚੀਜ਼ਾਂ ਨੂੰ ਡੀਰੀਅਲ, ਅਰਬ ਸਪਰਿੰਗ ਦੀ ਗੱਲ ਹੁੰਦੀ ਆ, ਹੋਰ ਬਹੁਤ ਸਾਰੀਆਂ ਥਾਵਾਂ 'ਤੇ, ਕਿ ਜਿੱਥੇ ਸਿਸਟਮ ਉਹਨਾਂ ਮੁਤਾਬਕ ਨਹੀਂ ਚੱਲਦਾ, ਜਿੱਥੇ ਉਹਨਾਂ ਨੇ ਇੰਟਰਵੈਂਸ਼ਨ, ਹੁਣ ਇਜ਼ਰਾਈਲ 'ਚ ਵੀ ਗੱਲ ਚੱਲ ਰਹੀ ਹੈ ਕਿ ਇਜ਼ਰਾਈਲ ਦੇ ਅੰਦਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਇੰਟਰਵੈਂਸ਼ਨ ਮਾਰ ਰਿਹਾ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹ ਚੀਜ਼ਾਂ ਆਪਣੇ ਮੁਤਾਬਕ ਜਿੱਥੇ ਉਹਨਾਂ ਨੇ ਕਰਾਉਣੀਆਂ ਹੁੰਦੀਆਂ ਨੇ ਉਹ ਕਰਾਉਂਦੇ ਨੇ, ਜਿਹੜੀਆਂ ਇਸ ਤਰ੍ਹਾਂ ਦੀਆਂ ਵੱਡੀਆਂ ਫਾਈਨੈਂਸ਼ੀਅਲ ਫੋਰਸਿਸ ਨੇ। ਸਭ ਤੋਂ ਵੱਡੀ ਫਾਈਨੈਂਸ਼ੀਅਲ ਫੋਰਸਿਸ ਆ ਇਸ ਟਾਈਮ ਦੁਨੀਆ ਦੇ ਅੰਦਰ ਜਾਰਜ। ਤਾਂ
ਕੀ ਉਹਦਾ ਇੰਟਰਸਟ ਇਹੀ ਹੈਗਾ ਕਿ ਮਤਲਬ ਉਸ ਐਂਗਲ ਤੋਂ ਵੀ ਇਹਨੂੰ ਦੇਖਿਆ ਜਾਵੇ ਕਿ ਇੱਥੇ ਚੀਜ਼ਾਂ ਨੂੰ ਡੀਰੀਅਲ ਕਰੇ ਉਹ, ਇੱਥੇ ਜੇ ਉਹਨੂੰ ਲੱਗਦਾ ਹੈਗਾ ਕਿ ਮੋਦੀ ਸੱਤਾ ਮੇਰੇ ਮੁਤਾਬਕ ਜਾਂ ਸਾਡੇ ਏਜੰਡੇ ਮੁਤਾਬਕ ਨਹੀਂ ਚੱਲ ਰਹੀ, ਇਹਨੂੰ ਡੀਰੀਅਲ ਕਰ ਦਿਓ। ਪਹਿਲੀ ਗੱਲ ਤਾਂ ਜੀ ਪ੍ਰਾਇਮਰਲੀ ਜਿਹੜਾ ਉਹ ਆਦਮੀ ਆ ਉਹ ਵੇਖੋ ਆਪਦੀ ਵੈਲਥ ਇਨਕਰੀਜ਼ ਕਰਨਾ ਉਹਦਾ ਪ੍ਰਾਇਮਰੀ ਆਬਜੈਕਟਿਵ ਹੈਗਾ, ਕਿਉਂਕਿ ਉਹ ਫਿਲਾਂਥਰੋਪਿਸਟ ਵੀ ਆ, ਇਨਵੈਸਟਰ ਵੀ ਆ, ਬੜਾ ਕੁਛ ਹੈਗਾ। ਪਰ ਉਹਦੇ ਇਲਾਵਾ ਇੱਕ ਉਹ ਆਈਡੀਓਲੋਜੀ ਨੂੰ ਵੀ ਕੈਰੀ ਕਰਦਾ ਹੈ, ਉਹ ਇੱਕ ਲੈਫਟ ਲਿਬਰਲ ਆਈਡੀਓਲੋਜੀ ਨੂੰ ਕੈਰੀ ਕਰਦਾ ਅਤੇ ਕਿਸੇ ਤਰੀਕੇ ਦੀ ਵੀ ਜਿਹੜੀ ਇਸ ਤਰੀਕੇ ਦੀ ਆਈਡੀਓਲੋਜੀ ਜਿਹੜੀ ਅਥੋਰਿਟੇਰੀਅਨ ਹੋਵੇ, ਕਲੋਜ਼ਡ ਹੋਵੇ, ਜਿਹੜੀ ਕੰਜ਼ਰਵੇਟਿਵ ਹੋਵੇ, ਉਹ ਅਗੇਂਸਟ ਆਪਰੇਟ ਕਰਦਾ ਵਰਲਡ ਓਵਰ ਹੀ। ਅਤੇ ਉਹਨੇ ਬਹੁਤ ਕੰਟਰੀਜ਼ ਦੇ ਵਿੱਚ ਆਰਥਿਕ ਤਬਾਹੀ ਕਹਿ ਸਕਦੇ ਹਾਂ ਲਿਆਂਦੀ ਆ, ਤਾਂ ਕਿ ਜੇ ਕਿਉਂਕਿ ਕੋਈ ਵੱਡੀ ਚੇਂਜ ਲਿਆਉਣ ਵਾਸਤੇ ਕਿਤੇ ਵੀ ਆਪਾਂ ਇਹ ਕਿਹਾ ਜਾਂਦਾ ਕਿ ਜਿਵੇਂ ਆਪਾਂ ਹੁਣ ਸੈਟਲਡ ਸਿਸਟਮ ਆ, ਇਹਦੇ ਤੋਂ ਆਪਾਂ ਨੂੰ ਬਦਲਣਾ ਹੈ, ਕਿਸੇ ਹੋਰ ਪਾਸੇ ਲਿਜਾਣਾ ਹੈ, ਤਾਂ ਉੱਥੇ ਇੱਕ ਟਰੋਮਾ ਜਾਂ ਉੱਥੇ ਇੱਕ ਤਰਾਸਦੀ ਖੜੀ ਕਰਨੀ ਪੈਂਦੀ ਆ, ਚਾਹੇ ਉਹ ਕਿਸੇ ਰੂਪ 'ਚ ਹੀ ਲਿਆਂਦੀ ਜਾਵੇ, ਚਾਹੇ ਕਿਸੇ ਲੜਾਈ ਦੇ ਰੂਪ 'ਚ, ਚਾਹੇ ਆਰਥਿਕ ਰੂਪ 'ਚ, ਚਾਹੇ ਬਿਮਾਰੀ ਦੇ ਰੂਪ 'ਚ। ਜਦੋਂ ਤਰਾਸਦੀ ਆਉਂਦੀ ਹੈ ਤਾਂ ਫਿਰ ਆਪਾਂ ਨਵੇਂ ਸਿਸਟਮ ਵਾਸਤੇ ਆਪਾਂ ਮੈਂਟਲੀ ਤਿਆਰ ਹੁੰਦੇ, ਨਹੀਂ ਤਾਂ ਆਪਾਂ ਨੇ ਇੱਕ ਇਨਰਸ਼ੀਆ ਹੁੰਦਾ ਜਿਹੜਾ ਆਪਾਂ ਕਹਿੰਦੇ ਹਾਂ ਕਿ ਹਾਂ ਵੀ ਠੀਕ ਤਾਂ ਚੱਲ ਰਿਹਾ ਨਾ, ਆਮ ਜਿਹੜੀ ਜ਼ਿਆਦਾਤਰ ਜਨਤਾ ਹੁੰਦੀ ਆ, ਤਾਂ ਉਸ ਜਨਤਾ ਨੇ ਜਿਹਨੇ ਉਹਨੂੰ ਚੇਂਜ ਲਿਆਉਣੀ ਆ ਜਾਂ ਬਦਲਾਅ ਲਿਆਉਣਾ ਹੈ, ਉਹਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਕਿ ਕੋਈ ਤਰਾਸਦੀ ਲਿਆਂਦੀ ਜਾਵੇ। ਤਾਂ ਜਾਰਜ ਸੋਰੋਸ ਆਰਥਿਕ ਤਰਾਸਦੀ ਲਿਆਉਂਦਾ ਹੈ, ਮਤਲਬ ਜਾਂ ਹੋਰ ਵੀ ਆਪਣਾ ਅਮਰੀਕਾ ਕੋਲ ਹੋਰ ਇੰਸਟਰੂਮੈਂਟਸ ਵੀ ਬਹੁਤ ਹੈਗੇ ਹੈ ਜੇ ਆਲਮੋਸਟ ਜਿਹੜਾ ਫਾਈਨੈਂਸ਼ੀਅਲ ਸਿਸਟਮ ਦੇ ਉੱਤੇ ਉਹਦਾ ਕਲਾਊਟ ਆ ਪੂਰਾ, ਜਿਹਨੂੰ ਭੰਨਣ ਦੀ ਕੋਸ਼ਿਸ਼ ਵੀ ਇਸ ਟਾਈਮ ਚੀਨ ਅਤੇ ਰੂਸ ਅਤੇ ਭਾਰਤ ਵੀ ਰੁਪਇਆ 'ਚ ਟਰੇਡ ਕਰਾ ਕੇ ਕਰਨੀ ਚਾਹੁੰਦਾ, ਪਰ ਉਹ ਨਹੀਂ ਹੋ ਪਾ ਰਹੀ। ਤਾਂ ਆਉਣ ਵਾਲੇ ਦਿਨਾਂ ਦੇ ਅੰਦਰ ਆਪਾਂ ਵਰਲਡ ਪੋਲੀਟਿਕਸ ਨੂੰ ਬਦਲਦਾ ਦੇਖਾਂਗੇ, ਕਿਉਂਕਿ ਅਮਰੀਕਾ ਨੂੰ ਇਹ ਲੱਗਦਾ ਜਦੋਂ ਤੋਂ ਇੱਕ ਦੌਰ ਆ ਯੂਨੀਪੋਲਰ ਵਰਲਡ ਦਾ, ਦੂਜਾ ਮਲਟੀਪੋਲਰ ਵਰਲਡ ਹੋ ਰਿਹਾ ਹੈਗਾ, ਉਹਨੂੰ ਦੁੱਖ ਰਹੀ ਹੈ ਗੱਲ। ਆਉਣ ਵਾਲੇ ਦਿਨਾਂ ਦੇ ਅੰਦਰ ਮੰਨੀਏ ਕਿ ਅਗਲਾ ਭਵਿੱਖ ਮਲਟੀਪੋਲਰ ਵਰਲਡ ਦਾ। ਵੇਖੋ ਨੈਚੁਰਲੀ ਆ ਉਹਦੇ ਅਗੇਂਸਟ ਤਾਂ ਫੋਰਸਿਸ ਖੜੀਆਂ ਹੋ ਰਹੀਆਂ ਹੈ ਨਾ, ਪਰ ਉਹਨੇ ਪਿਛਲੇ ਜੋ ਉਹਦਾ ਟਰੈਕ ਰਿਕਾਰਡ ਆ, ਉਹਨੇ ਪਿਛਲੇ 70 ਸਾਲ 'ਚ 60-70 ਸਾਲ 'ਚ ਚਰਮ ਸੀਮਾ ਤੋਂ ਯੂਰਪ ਕਿਸੇ ਟਾਈਮ ਸਟਾਲਿਨ ਵੇਲੇ ਜਾਂ ਉਹਨਾਂ ਵੇਲੇ ਕਿੱਡੀ ਵੱਡੀ ਫੋਰਸ ਬਣ ਗਿਆ ਸੀ, ਅਤੇ 56 ਤੋਂ ਬਾਅਦ ਹੌਲੀ ਡੇਗਦੇ ਉਹਨੂੰ 89 'ਚ ਆਲਮੋਸਟ ਡਿਸਮੈਂਬਰ ਕਰਤਾ ਸੋਵੀਅਤ ਰਸ਼ੀਆ ਨੂੰ। ਅਤੇ ਹੁਣ ਉਹ ਰੂਸ ਦੇ ਜਦੋਂ ਯੂਕਰੇਨ ਉਹ ਖਾ ਚੁੱਕੇ ਆ, ਰੂਸ ਦੇ ਵੀ ਅੰਦਰ ਤੱਕ ਉਹ ਰਜੀਮ ਬਦਲਣਾ ਚਾਹੁੰਦੇ ਆ, ਉਸ ਤਰੀਕੇ ਦੀ ਲਿਆਉਣਾ ਚਾਹੁੰਦੇ, ਮਤਲਬ ਹੁਣ ਉਹ ਚਾਹੁੰਦੇ ਆ ਵੀ ਹਾਰਟਲੈਂਡ ਜਿਹੜਾ ਹੈਗਾ ਵਰਲਡ ਦਾ, ਜਿਹਨੂੰ ਮੈਕਿੰਡਰ ਕਹਿੰਦਾ ਵੀ ਹਾਰਟਲੈਂਡ ਆ, ਹਾਰਟਲੈਂਡ 'ਤੇ ਵੀ ਸਾਡੀ ਆਈਡੀਓਲੋਜੀ ਦਾ ਦਾਬਾ ਪੈ ਜੇ, ਅਸੀਂ ਉਹਨੂੰ ਉੱਥੇ ਸਾਡੇ ਮੈਥਡ ਨਾਲ ਚੱਲੇ, ਆਟੋਕ੍ਰੈਟਿਕ ਖਤਮ ਹੋ ਜਾਣ ਉੱਥੇ, ਅਤੇ ਉਹ ਉੱਥੇ ਕਰਨਾ ਚਾਹੁੰਦਾ। ਅਤੇ ਉਸ ਕੇਸ ਦੇ ਵਿੱਚ ਉਹਨੇ ਰੂਸ ਨੂੰ ਯੂਕਰੇਨ ਨਾਲ ਫਸਾ ਵੀ ਛੱਡਿਆ। ਬਲੀਡ ਤਾਂ ਕਰ ਹੀ ਰਿਹਾ ਨਾ ਪ੍ਰੈਜ਼ੈਂਟ ਰਸ਼ੀਆ, ਕਿਸੇ ਨਾ ਕਿਸੇ ਫਾਰਮ 'ਚ ਹੀ ਕਰ ਰਿਹਾ ਹੋਵੇ, ਨੁਕਸਾਨ ਤਾਂ ਉਹਦਾ ਹੋ ਰਿਹਾ। ਦੂਸਰੇ ਪਾਸੇ ਜਿਹੜਾ ਚਾਈਨਾ ਹੈਗਾ, ਚਾਈਨਾ 'ਚ ਫੇਰ ਹੈਗਾ, ਪਰ ਚਾਈਨਾ 'ਚ ਉਹਦੇ ਖਤਰੇ ਹੋਰ ਬੜੇ ਹੈਗੇ ਆ। ਚਾਈਨਾ ਦਾ ਵਿੱਚ ਉਹਦਾ ਸਭ ਤੋਂ ਵੱਡਾ ਖਤਰਾ ਉਹਨੂੰ ਇਹ ਹੈਗਾ ਕਿ ਇਹ ਨਾ ਹੋਵੇ ਕਿ ਚਾਈਨਾ ਫਿਰ ਕਲੋਜ਼ ਕਰ ਜੇ ਆਪਦੇ ਆਪ ਨੂੰ ਵਰਲਡ ਇਕੋਨਮੀ ਤੋਂ। ਜੇ ਚਾਈਨਾ ਵਰਲਡ ਇਕੋਨਮੀ ਤੋਂ ਕਲੋਜ਼ ਕਰਦਾ ਤਾਂ ਉਹਦਾ ਬਹੁਤ, ਉਹ ਸਾਰਿਆਂ ਨੂੰ ਆਪਾਂ ਨੂੰ ਇੱਕ ਵਾਰੀ ਲੈ ਡਿੱਗੂਗੀ ਇਕਨੋਮਿਕ ਫੋਰਸ ਆ, ਤਾਂ ਉਹ ਚਾਈਨਾ ਨੂੰ ਡਿਸਮੈਂਬਰ ਕਰਨਾ ਚਾਹੁੰਦਾ। ਪਿਛਲੇ ਦਿਨਾਂ 'ਚ ਤੁਸੀਂ ਨਕਸ਼ਾ ਵੀ ਵੇਖਿਆ ਹੋਣਾ ਕਿ ਤਿੱਬਤ ਨੂੰ ਅੱਡ ਕਰਤਾ, ਉਹਨੂੰ ਅੱਡ ਕਰਤਾ, ਤਾਂ ਉਹ ਚਾਹੁੰਦਾ ਵੀ ਹਾਨ ਚਾਈਨਾ ਜਿਹੜਾ ਹੈਗਾ ਉਹਨੂੰ ਇੱਕ ਸੀ ਦੇ ਨਾਲ ਜਿਵੇਂ ਛੋਟੀ ਜਿਹੀ ਫੋਰਸ ਬਣਾ ਕੇ ਰੱਖ ਲਈਏ, ਅਤੇ ਉੱਥੇ ਜਿਹੜੀ ਆਈਡੀਓਲੋਜੀ ਜਿਹੜੀ ਰਾਜ ਕਰਦੀ ਹੋਵੇ ਉਹ ਡੈਫੀਨੇਟਲੀ ਪ੍ਰੈਜ਼ੈਂਟ ਆਟੋਕ੍ਰੈਟਿਕ ਰੂਲ ਨਾ ਹੋਵੇ। ਉਹਨੂੰ ਕਮਿਊਨਿਸਟ ਕਹਿਣਾ ਤਾਂ ਗਲਤ ਆ ਅੱਜ ਦੇ ਰੂਲ ਨੂੰ ਉੱਥੋਂ ਦੇ ਨਾ, ਅਤੇ ਉਹ ਆਟੋਕ੍ਰੈਟਿਕ ਕੈਪੀਟਲਿਸਟ ਕੰਪਲੈਕਸ ਜਿਹਾ ਹੈਗਾ ਜਿਹੜਾ ਉਹ ਨਾ ਰੂਲ ਕਰਦਾ ਹੋਵੇ। ਕਿਸੇ ਨਾ ਕਿਸੇ ਤਰੀਕੇ ਨਾਲ ਤਾਇਵਾਨ ਵਰਗੀ ਤੋਂ ਜਿਹੜੀਆਂ ਨੈਸ਼ਨਲਿਸਟ ਫੋਰਸਿਸ ਆ ਜਾਂ ਜਿਹੜੀਆਂ ਡੈਮੋਕ੍ਰੈਟਿਕ ਫੋਰਸਿਸ ਆ, ਉਹਨੂੰ ਸੋ ਕਾਲ ਡੈਮੋਕ੍ਰੈਟਿਕ, ਮਤਲਬ ਇੰਨੀਆਂ ਡੈਮੋਕ੍ਰੈਟਿਕ ਵੀ ਨਹੀਂ ਹੁੰਦੀਆਂ, ਅਤੇ ਉਹ ਜਿਹੀਆਂ ਫੋਰਸਿਸ ਉੱਥੇ ਚਲਾ ਰਹੀਆਂ। ਹੁਣ ਮੈਂ ਤਾਂ ਕਹਿਣਾ ਡਬਲ ਸਟੈਂਡਰਡ ਤਾਂ ਇਹ 'ਚ ਵੈਸਟ ਦੇ ਹੈਗੇ ਨੇਗੇ, ਜਿਹੜੇ ਖਾਸ ਤੌਰ ਦੇ ਉੱਤੇ ਇਹ ਗੱਲ ਕਹੀ ਜਾਂ ਹੁਣ ਆਟੋਕ੍ਰੇਸੀ ਅਤੇ ਡੈਮੋਕ੍ਰੇਸੀ ਦੀ ਗੱਲ ਹੀ ਕਰ ਲੈਂਦੇ ਆਪਾਂ, ਹੈ ਨਾ। ਕੋਈ ਰਾਜ ਆਪਣੇ ਮੁਤਾਬਕ, ਕਿਉਂਕਿ ਤੁਸੀਂ ਪੂਰੀ ਦੁਨੀਆ ਨੂੰ ਇੱਕ ਆਰਡਰ 'ਚ ਕਰਨਾ ਚਾਹੁੰਦੇ ਹੋ। ਬੇਸਿਕਲੀ ਕੀ ਹੈ ਡੈਮੋਕ੍ਰੇਸੀ, ਕੀ ਹੈ ਬੇਸਿਕਲੀ, ਹੈ ਨਾ। ਡੈਮੋਕ੍ਰੇਸੀ ਦਾ ਜੋ ਸਾਰਾ ਬਣਾਇਆ ਗਿਆ, ਜਿਸ ਤਰ੍ਹਾਂ ਬਾਕੀ ਥਾਵਾਂ 'ਤੇ ਕਹਿੰਦਾ ਅਸੀਂ ਡੈਮੋਕ੍ਰੇਸੀ ਲੈ ਕੇ ਆਵਾਂਗੇ, ਅਤੇ ਤੁਹਾਡੇ ਮੁਲਕਾਂ 'ਚੋਂ ਬਹੁਤ ਸਾਰੀਆਂ ਕੰਟਰਾਡਿਕਸ਼ਨਾਂ ਸੇਮ ਤਰੀਕੇ ਨਾਲ ਪਈਆਂ ਨੇ ਜਿਹੜੀਆਂ ਤੁਸੀਂ ਹੋਰ ਮੁਲਕਾਂ 'ਚ ਲੱਭਦੇ ਹੋਗੇ, ਚਾਹੇ ਉਹ ਕਾਲਿਆਂ ਦੇ ਰੂਪ 'ਚ, ਚਾਹੇ ਉਹ ਬਹੁਤ ਸਾਰੀਆਂ ਨੈਸ਼ਨਲਿਟੀਆਂ ਦੇ ਰੂਪ 'ਚ ਵੀ ਪਿਆ। ਕੈਨੇਡਾ ਦੇ ਅੰਦਰ ਵੀ ਪਈ ਆ ਕੰਟਰਾਡਿਕਸ਼ਨ। ਉੱਥੇ ਕਿੰਨੇ ਕੁ ਰੈਫਰੈਂਡਮ ਹੋਏ ਨੇਗੇ, ਜਾਂ ਉੱਥੇ ਜਿਹੜੇ ਰੈਫਰੈਂਡਮ ਹੋਏ ਉਹਨਾਂ ਦਾ ਕੀ ਬਣਿਆ ਗਾ। ਕਿਊਬਿਕ ਦਾ ਬਹੁਤ ਸਾਰੇ ਸਵਾਲ ਨੇ ਉੱਥੋਂ ਵੀ, ਕੈਨੇਡਾ ਦੇ ਅੰਦਰ ਵੀ ਨੇ, ਅਮਰੀਕਾ ਦੇ ਅੰਦਰ ਵਿਦਨ ਜਿਹੜੀਆਂ ਇੰਟਰਨਲ ਕੰਟਰਾਡਿਕਸ਼ਨਸ ਨੇਗੀਆਂ। ਇਹ ਵੀ ਤਾਂ ਇੱਕ ਮਤਲਬ ਉਹੀ ਹੈ ਨਾ ਕਿ ਜਦੋਂ ਤੁਸੀਂ ਬਾਕੀ ਥਾਵਾਂ ਦੇ ਉੱਤੇ ਕਹਿੰਦੇ ਹੋ ਕਿ ਨਹੀਂ ਜੀ ਦੁਨੀਆ ਅਸੀਂ ਸਾਡੇ ਮੁਤਾਬਕ ਕਰਨਾ ਗਾ, ਹੋ ਸਕਦਾ ਉਹਨਾਂ ਦੀ ਆਟੋਕ੍ਰੇਸੀ ਤੁਹਾਡੀ ਡੈਮੋਕ੍ਰੇਸੀ ਨਾਲ ਵਧੀਆ ਹੋਵੇ। ਮੈਂ ਕਿਸੇ ਆਟੋਕ੍ਰੇਸੀ ਦਾ ਫੈਨ ਨਹੀਂ ਗਾ, ਨਾ ਮੈਂ ਇਹਨੂੰ ਹੇਲ ਕਰਦਾ, ਪਰ ਮੈਂ ਇਹ ਗੱਲ ਕਹਿਣਾ ਕਿ ਹੋ ਸਕਦਾ
ਹਾਂ, ਇਹ ਨਾ ਐਕਚੁਅਲੀ ਕੀ ਆ, ਜਦੋਂ ਤੁਸੀਂ ਆਪਦੀਆਂ ਫੋਰਸਿਸ ਨੂੰ ਚਲਾਉਣਾ ਹੁੰਦਾ, ਫੋਰ ਐਗਜ਼ਾਮਪਲ ਆਪਾਂ ਕਿਪਲਿੰਗ ਤੋਂ ਸ਼ੁਰੂ ਹੋਏ ਸੀ, ਹੈ ਨਾ। ਰੁਡਿਆਰਡ ਕਿਪਲਿੰਗ ਦੀ ਇੱਕ ਹੋਰ ਪੋਇਮ ਹੈਗੀ ਆ ਬਹੁਤ ਸੋਹਣੀ, ਉਹਨੇ ਆਪਦੇ ਲੋਕਾਂ ਵਾਸਤੇ ਲਿਖੀ ਸੀ ਕਿ ਵਾਈਟ ਮੈਨਸ ਬਰਡਨ, ਠੀਕ ਹੈ ਨਾ। ਉਹ ਕਹਿੰਦਾ ਕਿ ਜਿਹੜੇ ਨੌਜਵਾਨ ਜਾ ਰਹੇ ਆ ਦੁਨੀਆ 'ਚ, ਕਹਿੰਦਾ ਇੰਗਲੈਂਡ ਨੇ ਵਰਲਡ ਦਾ ਬਰਡਨ ਚੱਕਿਆ ਹੋਇਆ ਸਿਵਲਾਈਜ਼ ਕਰਨ ਦਾ, ਇਹਨੂੰ ਮਤਲਬ ਇਹਨਾਂ ਨੂੰ ਜਾਹਲਤਾ 'ਚੋਂ ਕੱਢਣ ਦਾ, ਠੀਕ ਹੈ ਨਾ। ਉਹ ਇੱਕ ਆਈਡੀਓਲੋਜੀ ਹਰੇਕ ਲੈ ਕੇ ਚੱਲਦਾ ਹੁੰਦਾ, ਉਹ ਸਾਮਰਾਜੀ ਆ। ਮੈਂ ਕਹਿੰਦਾ ਐਕਸਪੈਂਸ਼ਨਿਜ਼ਮ ਆ ਬੇਸਿਕਲੀ। ਹਾਂ, ਐਕਸਪੈਂਸ਼ਨਿਜ਼ਮ ਦੀ ਇੱਕ ਹੁਣ ਸੋਵੀਅਤ ਰਸ਼ੀਆ ਨੇ ਕਿਹਾ ਕਿ ਅਸੀਂ ਪ੍ਰੋਲੇਟੇਰੀਏਟਸ ਆਫ ਦੀ ਵਰਕਰਸ ਆਫ ਦੀ ਵਰਲਡ ਯੂਨਾਈਟ, ਹੈ ਨਾ। ਉਹ ਇੱਕ ਆਬਜੈਕਟਿਵ ਜਿਹੜਾ ਉੱਤੇ ਦਿੰਦੇ ਆ, ਉਹਦੇ ਨਾਲ ਕੀ ਆ, ਆਪਦੇ ਲੋਕ ਤੇ ਦੁਨੀਆ ਦੀਆਂ ਫੋਰਸਿਸ ਉਹਦੇ ਨਾਲ ਲੱਗ ਜਾਂਦੀਆਂ ਉਹਦੇ ਨਾਰੇ, ਪਰ ਪਿੱਛੇ ਜਿਹੜੀਆਂ ਉਹਦੇ ਆਪਰੇਟ ਕਰ ਰਹੀਆਂ ਹੁੰਦੇ ਆ, ਉਹ ਢੱਕ ਲੈਂਦੇ ਆ ਆਪਦੇ ਐਕਚੁਅਲੀ ਮਨੋਰਥ ਨੂੰ। ਅੱਜ ਜਿਹੜਾ ਅਮਰੀਕਾ ਹੈ, ਉਹਦਾ ਤਾਂ ਕੌਨਸਟੀਟਿਊਸ਼ਨਲੀ ਇੰਪੀਰੀਅਲਿਸਟਿਕ ਆ, ਹੈ ਨਾ, ਵੀ ਉਹਨੇ ਵਧੀ ਜਾਣਾ ਹੈ, ਠੀਕ ਹੈ। ਅਤੇ ਉਹਦੀਆਂ ਨੀਡਸ ਵੀ ਇੰਪੀਰੀਅਲਿਸਟਿਕ ਆ। ਮਤਲਬ ਤੁਸੀਂ ਸੋਚੋ, ਅਮਰੀਕਾ ਜਿਹੜਾ ਸਮੁੰਦਰ ਆ, ਦੋ ਪਾਸੇ ਫਰੈਂਡਲੀ ਮੁਲਕ ਆ, ਉਹਨੂੰ ਨਿੱਕੀ ਜਿਹੀ ਕੋਈ ਘਟਨਾ ਇਰਾਕ 'ਚ ਹੋ ਜੇ, ਉਹਦਾ ਵੀ ਖਤਰਾ। ਉਹ ਕਹਿੰਦੇ ਵੀ ਸਾਡੇ ਇੰਟਰਸਟਸ, ਸਿਕਿਉਰਿਟੀ ਨੂੰ ਖਤਰਾ ਹੈ। ਇਸੇ ਤਰੀਕੇ ਨਾਲ ਜਿਹੜੇ ਈਵਨ ਜੇ ਉਹ ਕਹਿੰਦੇ ਵੀ ਸਿੰਧ ਵਾਟਰ ਟਰੀਟੀ ਦਾ ਜੇ ਪਾਣੀ ਦੇ ਵਿੱਚ ਕੋਈ ਬਦਲਾਅ ਆਊਗਾ ਤਾਂ ਸਾਡੀ ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ ਹੋ ਜਾਊਗਾ। ਹੁਣ ਵੈਸੇ ਤਾਂ ਮਤਲਬ ਮੈਂ ਹੀ ਕਹਿ ਰਿਹਾ ਨਾ, ਤੁਸੀਂ ਆਪਦੇ ਆਪ ਨੂੰ ਐਕਸਪੈਂਡ ਕਰਨ ਲਈ, ਤੁਸੀਂ ਆਪਦੇ ਅੰਪਾਇਰ ਨੂੰ ਤਕੜਾ ਕਰਨ ਲਈ, ਐਕਸਪੈਂਸ਼ਨਿਸਟ ਹੋਣ ਲਈ, ਆਟੋਕ੍ਰੇਸੀਆਂ, ਡੈਮੋਕ੍ਰੇਸੀਆਂ, ਫਿਰ ਸਰੋਸਸ ਵਰਗੇ ਆਪਣੇ ਤਰੀਕੇ ਦੇ ਨਾਲ ਉੱਥੇ ਖੇਡਾਂ ਕਰਦੇ ਨੇ, ਜੇ ਮੈਂ ਕਹਾਂ। ਬਿਲਕੁਲ ਉਸ ਆਪਦਾ ਸਾਮਰਾਜ ਜਦੋਂ ਸੋਵਰਨਿਟੀ ਤੇ ਹਮਲਾ ਨਹੀਂ ਹੁੰਦਾ ਕਿਸੇ ਦੀ ਤੇ। ਬਿਲਕੁਲ, ਇਹ ਤਾਂ ਹੈ ਜੀ। ਆਪਦੀ ਸੋਵਰਨਿਟੀ ਬਾਰੇ ਤਾਂ ਚੀਕਾਂ ਮਾਰ ਦਿਓ, ਜਦੋਂ ਕਿਸੇ ਦੀ ਹੋਰ ਸੋਵਰਨਿਟੀ ਤੁਸੀਂ ਪਰਵਾਹ ਹੀ ਨਹੀਂ ਕੀਤੀ। ਤੁਸੀਂ ਜਾ ਕੇ ਉਸਾਮਾ ਬਿਨ ਲਦੇਨ ਮਾਰਿਆ ਉੱਥੇ ਪਾਕਿਸਤਾਨ 'ਚ, ਤੁਹਾਡੇ ਕੋਲ। ਮੈਂ ਕਹਿੰਦਾ ਉਸਾਮਾ ਬਿਨ ਲਦੇਨ ਸਭ ਨੂੰ ਪਤਾ ਉਹ ਟੈਰਰਿਸਟ ਸੀਗਾ, ਉਹਨੇ ਗੜਬੜਾਂ ਕੀਤੀਆਂ, ਪਰ ਉਸਾਮਾ ਬਿਨ ਲਦੇਨ ਨੂੰ ਕਿਸੇ ਦੀ ਸੋਵਰਨਿਟੀ ਤਾਂ ਉੱਥੇ ਪਾਕਿਸਤਾਨ ਦੀ ਸੀ, ਉਹਨੂੰ ਜਸਟਿਸ ਸਿਸਟਮ, ਸੋਵਰਨਿਟੀ ਦੇ ਉੱਤੇ ਅਟੈਕ ਸੀਗਾ ਉਹ ਵੀ। ਉਹਨੂੰ ਜਸਟਿਸ ਸਿਸਟਮ, ਤਾਂ ਫਿਰ ਜੇ ਚੈਪਟਰ ਖੋਲਣੇ ਹੋਣ ਤਾਂ ਅਮਰੀਕਾ ਬੜੇ ਖੁੱਲ ਜਾਣਗੇ, ਕਿਉਂਕਿ ਨੌਮ ਚਮਸਕੀ ਵੀ ਕਹਿੰਦਾ ਨਾ, ਦੁਨੀਆ ਨੌਮ ਚਮਸਕੀ ਅਮਰੀਕਾ 'ਚ ਬਹਿ ਕੇ ਗੱਲ ਕਰਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਟੈਰਰਿਸਟ ਅਮਰੀਕਾ। ਤੁਸੀਂ ਵੇਖੋ, ਅਮਰੀਕਾ ਨੇ ਜਿਹੜਾ ਕੰਮ ਕੀਤਾ ਹੈ, ਉਹਨੇ ਕੀਤਾ ਕੀ ਆ। ਪਹਿਲਾਂ ਉਹ ਕੀ ਕਰਦਾ ਸੀ, ਹਰੇਕ ਥਾਂ ਜੇ ਆਪਾਂ ਅਮਰੀਕਾ ਨੂੰ 47 ਤੋਂ 45 ਤੋਂ ਬਾਅਦ ਸਟੱਡੀ ਕਰੀਏ, ਅਬਾਊਟ 85 ਤੱਕ, ਤਾਂ ਉਹ ਲਾਰਜਲੀ ਉਹਨੇ ਡਿਕਟੇਟਰਸ ਨੂੰ ਪ੍ਰਮੋਟ ਕੀਤਾ ਹਰ ਥਾਂ। ਆਪ ਉਹ ਲਿਬਰਲ ਡੈਮੋਕ੍ਰੇਸੀ ਦੀ ਗੱਲ ਕਰਦਾ ਰਿਹਾ, ਪਰ ਉਹਨੇ ਅਥੋਰੀਟੇਰੀਅਨ ਰੋਲ ਨੂੰ, ਜਿਵੇਂ ਚਿਲੀ ਦਾ ਪਿੰਚੋ ਨੂੰ ਕੀਤਾ, ਜਾਂ ਹੋਰ ਥਾਵਾਂ 'ਤੇ ਵੀ, ਪੋਰਚੁਗਲ 'ਚ ਵੀ, ਹਰੇਕ ਜਗ੍ਹਾ 'ਚ ਜਿੱਥੇ ਗਿਆ ਉਹਨੇ ਡਿਕਟੇਟਰਸ ਨੂੰ ਸਾਥ ਦਿੱਤਾ। ਇੱਥੋਂ ਤੱਕ ਕਿ ਸਾਊਦੀ ਅਰੇਬੀਆ 'ਚ ਵੀ ਉਹਨੇ ਕਿਤੇ ਡੈਮੋਕ੍ਰੇਸੀ ਦੀ ਗੱਲ ਨਹੀਂ, ਹਲੇ ਵੀ ਨਹੀਂ ਕਰਦਾ ਉੱਥੇ ਤਾਂ, ਹੈ ਕਿੰਗ ਨੂੰ ਸਪੋਰਟ ਕਰਦਾ। ਜਿਹੜੇ ਮੁਲਕ ਉਹਦੇ ਨਾਲ ਸੀ, ਉਹਨਾਂ ਦੇ ਰਾਹੀਂ ਉਹਨੇ ਆਪਦੀ ਫੋਰਸ ਨੂੰ ਮਲਟੀਪਲਾਈ ਕੀਤਾ। ਫਿਰ ਜਿਵੇਂ ਅਰੁੰਧਤੀ ਰੋਏ ਕਹਿੰਦੀ ਹੈ ਕਿ ਫਿਰ ਅਮਰੀਕਾ ਨੇ ਡੈਮੋਕ੍ਰੇਸੀ ਨੂੰ ਲੈਬੋਰਟਰੀ 'ਚ ਲਗਿਆ, ਉਹਨੂੰ ਫਿਰ ਤਿਆਰ ਕੀਤਾ ਇਸ ਤਰੀਕੇ ਨਾਲ ਕਿ ਵੀ ਆਪਾਂ ਆਪਦੀ ਡਿਕਟੇਟਰਸ਼ਿਪ ਕਿਵੇਂ ਚਲਾਵਾਂਗੇ। ਸੋ ਉਹ ਇਹ ਨਾਅਰਾ ਹੈ ਉਹਦਾ, ਜਮਹੂਰੀਅਤ ਦੀਆਂ ਗੱਲਾਂ, ਮਤਲਬ, ਪਰ ਇਹ ਨਾਅਰਾ ਵਰਲਡ ਨੂੰ ਕਰਦਾ, ਹਿਡਨ ਡਿਕਟੇਟਰਸ਼ਿਪ ਆ ਗਈ। ਹਾਂ, ਉਹਦਾ ਤਰੀਕਾ ਹੈ ਕਿ ਵੀ ਮੈਂ ਹੁਣ ਬਦਲਣਾ ਇੱਥੇ ਕੁਛ, ਤਾਂ ਮੈਂ ਇਹ ਕਹੂੰਗਾ ਵੀ ਤੁਹਾਡੇ ਲੋਕਾਂ ਦੀ ਭਲਾਈ ਵਾਸਤੇ। ਗਦਾਫੀ ਵਰਗੇ ਦੇਖੋ, ਤੇ ਸਾਰਾ ਤੇਲ ਦੇ ਰਿਸੋਰਸ ਦਾ ਮਸਲਾ ਸੀਗਾ, ਜਿੰਨਾ ਸਦਾਮ ਨਾਲ ਰੌਲਾ ਸੀਗਾ, ਗਦਾਫੀ ਨਾਲ ਰੌਲਾ ਸੀ। ਕਿਹਾ ਜਾਂਦਾ ਨਾ ਕਿ ਬਹੁਤ ਸਾਰੇ ਰਿਸੋਰਸਸ ਦਾ ਮਸਲਾ ਸੀ ਉੱਥੇ, ਉਹ ਆਪਣੇ ਤਰੀਕੇ ਨਾਲ ਕਰਨਾ ਚਾਹੁੰਦੇ ਸੀ, ਉਹ ਰਜਿਸਟ ਕਰ ਰਹੇ ਸੀ ਉਹਨਾਂ ਨੂੰ। ਬਿਲਕੁਲ, ਸਾਰੇ ਅੰਪਾਇਰ 1000 ਗਲਤੀਆਂ ਹੋਣੀਆਂ ਤਾਂ ਹੈਗੀਆਂ ਸੀ, ਉੱਥੋਂ ਦੇ ਲੋਕ ਭੁਗਤ ਭੋਗੀ ਹੋਣਗੇ, ਹੈਗੇ ਉਹ ਅਲੱਗ ਗੱਲ ਆ। ਪਰ ਇਹ ਤੁਹਾਨੂੰ ਕਿਹਨੇ ਰਾਈਟ ਦਿੱਤਾ ਕਿ ਤੁਸੀਂ ਕਿਸੇ ਦੂਜੇ ਮੁਲਕ ਜਾ ਕੇ ਉਹਦੀ ਸੋਵਰਨਿਟੀ ਹੈ ਨਾ, ਉੱਥੋਂ ਦੇ ਲੋਕ ਦੇਖਣਗੇ। ਉਹ ਤੁਸੀਂ ਆਪਦਾ ਬਲੈਕ, ਕਿ ਤੁਸੀਂ ਜਾ ਕੇ ਇੰਟਰਵਨ ਕਰਕੇ ਕਹਿ ਰਹੇ ਹੋ ਕਿ ਅਸੀਂ ਤੁਹਾਡੇ ਆ ਗਏ, ਹੁਣ ਅਸੀਂ ਤੁਹਾਡਾ ਭਲਾ ਕਰਨ ਲੱਗੇ ਇੱਥੇ ਆ ਕੇ। ਪਰ ਹਰੇਕ ਅੰਪਾਇਰ ਜਿਹੜਾ ਵੱਧਦਾ ਹੈ ਨਾ, ਮੈਂ ਜਿਵੇਂ ਰੁਡਿਆਰਡ ਕਿਪਲਿੰਗ ਦੀ ਗੱਲ ਕੀਤੀ, ਬ੍ਰਿਟੇਨ ਦੀ, ਫਰਾਂਸ ਵਧਿਆ ਐਨਲਾਈਟਨਮੈਂਟ 'ਤੇ, ਕਿੰਨਾ ਜ਼ੁਲਮ ਕੀਤਾ ਐਨਲਾਈਟਨਮੈਂਟ ਦੇ ਨਾਂ 'ਤੇ ਕਰੀ ਗਿਆ, ਕਿ ਵੀ ਲਿਬਰਟੀ ਅਤੇ ਫਰੀਡਮ ਉਹਦੇ ਨਾਂ 'ਤੇ ਉਹਨੇ ਜ਼ੁਲਮ ਕੀਤਾ ਕਿ ਵੀ ਲਿਬਰਟੀ ਐਂਡ ਫਰੀਡਮ ਦਿਵਾਉਣੀ ਆ ਮੈਂ ਤੁਹਾਨੂੰ, ਇਸ ਕਰਕੇ ਤੁਹਾਨੂੰ ਮਾਰਨਾ ਜ਼ਰੂਰੀ ਆ ਮੈਨੂੰ, ਠੀਕ ਹੈ ਜੀ। ਫਿਰ ਆਪਣਾ ਜਿਹੜੇ ਹੈਗੇ ਆ ਸੋਵੀਅਤਸ, ਕਿ ਇਹਨਾਂ ਨੇ ਕੀਤਾ, ਪੋਲ ਪੋਟ ਵਰਗਿਆਂ ਨੇ, ਕੰਬੋਡੀਆ, ਇੱਥੋਂ ਤੱਕ ਈਦੀ ਅਮੀਨ ਵਰਗਿਆਂ ਨੇ, ਮਤਲਬ ਕਿਹਨੇ ਨਹੀਂ ਕੀਤਾ। ਸਦਾਮ ਹੁਸੈਨ ਨੇ ਅਰਬ ਯੂਨਿਟੀ ਦੇ ਨਾਂ 'ਤੇ ਬੜਾ ਇਕੱਠਾ ਕੀਤਾ ਕੰਮ। ਫਿਰ ਹੁਣ ਚਾਈਨਾ ਇਹੀ ਕਹਿ ਰਿਹਾ ਨਾ ਕਿ ਵੀ ਉਹ ਇਕੱਲੀ ਆਪਦੀ ਸੋਵਰੈਂਟੀ ਦੀ ਗੱਲ ਕਰਦਾ, ਉਹ ਕਹਿੰਦਾ ਮੈਂ ਵਰਲਡ ਨੂੰ ਮਤਲਬ ਇੱਕ ਡਿਫਰੈਂਟ ਮਾਡਲ ਦੇਣਾ ਡਿਵੈਲਪਮੈਂਟ ਦਾ, ਮੋਡਰੇਸ਼ਨ ਦੀ ਲਾਈਫ ਦਾ ਦੇਣਾ, ਮੈਂ ਨਵਾਂ ਇੱਕ ਰੰਗ ਰੂਪ ਦੇਣਾ ਵਰਲਡ ਨੂੰ, ਜਿਹੜਾ ਫਰੀ ਫਰੋਮ ਆਲ ਹੋਵੇ, ਸਾਰੇ ਵਰਲਡ ਨੂੰ ਕਨੈਕਟ ਕਰਨਾ ਰੂਟਸ ਨਾਲ। ਹੈ ਤਾਂ ਉਹ ਸਾਮਰਾਜ ਦੀ ਇੱਕ ਸ਼ਕਲ ਹੀ ਨਾ, ਆਪਦਾ ਕਲਚਰ ਐਕਸਪ੍ਰੈਸ ਕਰਨਾ ਜਾਂ ਆਪਦੀ ਸਾਮਰਾਜ ਨੂੰ ਵਧਾਉਣਾ। ਸੋ ਇਹ ਹਰੇਕ ਨੇ ਕੀਤਾ, ਅਤੇ ਉਹ ਸਾਮਰਾਜ ਦੇ ਨਾਅਰੇ ਅੱਡ ਅੱਡ ਬਣਦੇ ਗਏ ਆ, ਅਤੇ ਉਹ ਨਾਅਰੇ ਐਸੇ ਬਣਦੇ ਸੀ ਜਿੱਥੇ ਉਹਨਾਂ ਦੀ ਆਪਦੀ ਆਮ ਆਬਾਦੀ, ਅਤੇ ਜਿੱਥੇ ਤੁਸੀਂ ਜਾ ਰਹੇ ਹੋ ਉੱਥੋਂ ਦੀ ਆਬਾਦੀ, ਉਹ ਕਿਤੇ ਮਤਲਬ ਇੱਕ ਭੁਲੇਖੇ 'ਚ ਆ ਜਾਏ ਜਾਂ ਇੱਕ ਰੂਪ 'ਚ ਆ ਜਾਏ ਕਿ ਹਾਂ ਵੀ ਇਹ ਤਾਂ ਬਹੁਤ ਵੱਡੀ ਗੱਲ ਹੈਗੀ ਹੈ। ਅੱਜ ਵੈਸਟ ਵੀ ਇਹੀ ਕਰ ਰਿਹਾ, ਅੱਜ ਚੀਨ ਵੀ ਇਹੀ ਕਰ ਰਿਹਾ, ਅੱਜ ਹੋਰ ਬੜੀਆਂ ਅਥੋਰੀਟੇਰੀਅਨ
ਕੰਟਰੀਜ਼ ਆ ਜਿਹੜੀਆਂ ਇਹ ਕਰ ਰਹੀਆਂ ਕਿ ਉਹ ਨਾਅਰਾ ਬਹੁਤ ਵੱਡਾ ਦਿੰਦੀਆਂ, ਬਹੁਤ ਗਲੈਮਰਾਈਜ਼ ਕਰਦੀਆਂ ਉਸ ਨਾਅਰੇ ਨੂੰ, ਤੇ ਪਰ ਅਸਲ ਆਬਜੈਕਟਿਵ ਇਨਸਾਨ ਦਾ ਉਹੀ ਰਹਿ ਜਾਂਦਾ ਵੀ ਦੂਜੇ ਤੋਂ ਕਿਵੇਂ ਨਾ ਕਿਵੇਂ ਆਪਾਂ ਖੋਹ ਕੇ ਵਸੀਲੇ ਤੇ ਉਹਦੇ ਕਾਬੂ 'ਚ ਕਿਵੇਂ ਹੋਈ। ਇਹ ਫਿਰ ਇਹੀ ਮੰਨਿਆ ਜਾਵੇ ਕਿ ਆਦ ਸਮਾਜ ਤੋਂ ਲੈ ਕੇ ਜਿੱਥੇ ਅਸੀਂ ਖੜੇ ਹਾਂ, ਬਾਕੀ ਤਾਂ ਸਾਰੀਆਂ ਕਹਾਣੀਆਂ ਨੇ, ਬਾਕੀ ਤਾਂ ਸਾਰੇ ਬਸ ਮਤਲਬ ਕਿਸੇ ਚੀਜ਼ ਨੂੰ ਜਚਾਉਣ ਲਈ ਜਚਾਇਆ ਗਿਆ, ਤਾਂ ਮਤਲਬ ਅਸੀਂ ਉਹੀ ਜਿਹੀ ਸੁਸਾਇਟੀ ਹੈਗੇ। ਬਿਲਕੁਲ ਲਾਲਚ, ਗਰੀਡ ਨੂੰ ਲੈ ਕੇ, ਹੋਰ ਗੱਲਾਂ ਨੂੰ ਲੈ ਕੇ ਸਾਡੇ ਸਾਰੀਆਂ ਚੀਜ਼ਾਂ ਉਵੇਂ ਹੀ ਪਈਆਂ ਨੇ, ਕਿਉਂਕਿ ਚਾਹੇ ਮੁਲਕਾਂ ਦਾ ਗੱਲ ਹੋਵੇ, ਚਾਹੇ ਬੰਦਿਆਂ ਦੀ ਹੋਵੇ, ਬਿਹੇਵੀਅਰ ਤਾਂ ਸੇਮ ਹੈਗਾ। ਅੱਜ ਵੇਖੋ ਜਦੋਂ ਪਹਿਲਾਂ ਇਨਸਾਨ ਕੋਲੇ ਘੋੜਾ ਸੀ, ਹੈ ਨਾ, ਬੰਦਾ ਵੀ ਤਾਂ ਹੀ ਕਰਦਾ ਨਾ, ਪਰ ਇੰਡੀਵਿਜੂਅਲ ਵੀ ਤਾਂ ਹੀ ਕਰਦਾ ਕਿ ਮੇਰੇ ਕੋਲ ਆ ਜੇ ਤੇ ਨਹੀਂ ਕਬੀਲੇ ਵੀ ਤਾਂ ਆਏ ਹੁੰਦਾ ਸੀ। ਉਹਨਾਂ ਨੇ ਕੀ ਕੀਤਾ ਹੈ ਨਾ, ਕਬੀਲਿਆਂ ਨੇ ਕੀ ਕੀਤਾ ਕਿ ਜਿਹੜਾ ਅਸੀਂ ਮਾਡਰਨਿਟੀ ਦਾ ਰੌਲਾ ਪਾਉਂਦੇ ਆ, ਪਤਾ ਨਹੀਂ ਉਦੋਂ ਬਾਅਦ ਹੁਣ ਅਸੀਂ ਉੱਤਰ ਆਧੁਨਿਕਤਾ ਦਾ ਵੀ ਰੌਲਾ ਪਾਤਾ, ਉੱਤਰ ਆਧੁਨਿਕਤਾ ਤੋਂ ਵੀ ਅੱਗੇ ਰੌਲੇ ਪੈਣ ਲੱਗ ਗਏ। ਪਰ ਆਪਾਂ ਕੋ ਐਗਜ਼ਿਸਟੈਂਸ ਨਹੀਂ ਕਿਤੇ ਸਿੱਖ ਰਹੇ। ਆਪਾਂ ਮੋਸਟਲੀ ਕੀ ਕਰ ਰਹੇ, ਆਮ ਤੌਰ 'ਤੇ ਕੀ ਕਰ ਰਹੇ ਕਿ ਵੀ ਜਦੋਂ ਅਸੀਂ ਪੈਦਲ ਜਾ ਸਕਦੇ ਸੀ ਤਾਂ ਅਸੀਂ ਨਾਲ ਦੇ ਨੂੰ ਕੁੱਟਦੇ ਸੀ, ਜਦੋਂ ਅਸੀਂ ਵੱਟਾ ਮਾਰ ਸਕਦੇ ਸੀ ਵੱਟੇ ਤੱਕ ਸੀਗੇ, ਫਿਰ ਘੋੜੇ ਤੇ ਚੜ੍ਹ ਗਏ ਤਾਂ ਆਪਾਂ 50 ਮੀਲ ਦੇ ਦੌਰ ਦੇ 60 ਮੀਲ 100 ਕਿਲੋਮੀਟਰ ਦੇ ਕਬਜ਼ਾ ਕਰਨ ਲੱਗ ਗਏ ਕਿ ਵੀ ਦੂਜੇ ਨੂੰ ਕੁੱਟ ਕੇ ਮਤਲਬ ਤੁਸੀਂ ਵੇਖੋ ਕਿ ਰਿਗਵੇਦ 'ਚ ਤਾਂ ਬਹੁਤ ਥਾਂ ਹੁੰਦਾ ਵੀ ਕਿ ਐਂ ਹਮਲਾ ਕੀਤਾ ਤੇ ਉਹਦੇ ਡੰਗਰ ਪਸ਼ੂ ਖੋਹ ਲਿਆਏ, ਆਪਾਂ ਫਲਾਣੇ ਖੋਹ ਲਿਆਏ। ਉਦੋਂ ਬਾਅਦ ਹੋਰ ਵੱਡੇ ਹੋਏ ਤਾਂ ਆਪਾਂ ਵੱਡੀਆਂ ਜੰਗਾਂ 'ਤੇ ਤੁਰ ਪਏ, ਵੱਡੀਆਂ ਮਸ਼ਕਾਂ 'ਤੇ। ਮੰਗੋਲਾਂ ਨੇ ਪੋਨੀਜ਼ ਲੈ ਕੇ ਉਹ ਯੂਰਪ ਤੱਕ ਹਮਲੇ ਕਰਤੇ, ਹੈ ਨਾ, ਉਹਨਾਂ ਨੇ ਨਵਾਂ ਹੀ ਤਰੀਕਾ ਸਿਖਾਤਾ, ਫਿਰ ਆਰਮੀਆਂ ਹੋਰ ਵੱਧਦੀਆਂ ਗਈਆਂ। ਅੱਜ ਆਪਣੇ ਕੋਲ ਐਰੋਸਪਲੇਨ ਆ, ਸਪੇਸ ਆ, ਅਤੇ ਤਾਂ ਹੀ ਮੈਂ ਕਹਿੰਦਾ ਨਾ ਅਮਰੀਕਾ ਨੂੰ ਤਾਂ ਸਿੰਧ ਘਾਟੀ ਦਾ ਪਾਣੀ ਕਿਸ ਹਿਸਾਬ ਨਾਲ ਵੰਡਿਆ ਜਾਂਦਾ, ਅਤੇ ਅਮਰੀਕਾ ਨੂੰ ਪੈਂਟਾਗਨ 'ਚ ਖਤਰਾ ਹੋ ਜਾਂਦਾ ਕਿ ਵੀ ਮੈਂ ਉੱਥੇ ਕਿਵੇਂ ਕਰਕੇ ਆਉਣਾ। ਸੋ ਇੱਕ ਤਰ੍ਹਾਂ ਦਾ ਉਹ ਇਹ ਕਹਿ ਲਓ ਕਿ ਵੀ ਉਹ ਇਹ ਹੈ ਕਿ ਮੇਰਾ ਕੰਟਰੋਲ ਕਿਵੇਂ ਰਵੇ। ਇਨਸਾਨ ਦਾ ਜਿਹੜਾ ਕੰਟਰੋਲ ਦੀ ਭਾਵਨਾ ਉਹ ਪਰਿਵਾਰ 'ਚ ਵੀ ਤੁਹਾਨੂੰ ਮਿਲੂਗੀ, ਉਸ ਆਮ ਆਪਣੇ ਡੇ ਟੂ ਡੇ ਲਿਵਿੰਗ 'ਚ ਵੀ ਮਿਲੂਗੀ ਕਿ ਮੈਂ ਕੰਟਰੋਲ 'ਤੇ ਕਿਵੇਂ ਰਵਾਂ, ਕੇਂਦਰੀਕਰਨ ਕਿਵੇਂ ਕਰਾਂ ਸ਼ਕਤੀ ਦਾ, ਅਤੇ ਆਪਦੇ ਹੱਥ 'ਚ ਕਿਵੇਂ ਕਰਾਂ, ਅਤੇ ਲੁੱਟ ਕਿਵੇਂ ਕਰਾਂ, ਵਸੀਲਿਆਂ ਦੇ ਕਾਬੂ 'ਚ ਕਿਵੇਂ ਹੋਵਾਂ। ਸਾਰੀ ਪੋਲੀਟਿਕਸ, ਸਾਰਾ ਇਨਸਾਨ ਦਾ ਸਮਾਜ ਦਾ ਜਿਹੜਾ ਇਤਿਹਾਸ ਆ ਪਿਛਲਾ, ਜਿਹਨੂੰ ਇਤਿਹਾਸ ਕਹਿੰਦੇ ਆਪਾਂ ਇਤਿਹਾਸ ਦੇ ਜਦ ਰਾਜਿਆਂ ਦੀਆਂ, ਉਹ ਪਿਛਲਾ ਜੋ ਰਿਟਨ ਇਤਿਹਾਸ ਆ ਜਾਂ ਕੁਛ ਆ, ਕੰਟਰੋਲ ਹੀ ਹੈਗਾ। ਇਹੀ ਇਸੇ ਕਰਕੇ ਕਹਿੰਦੇ ਨਾ ਕਿ ਜਿਹੜਾ ਇਤਿਹਾਸ ਨੂੰ ਕੰਟਰੋਲ ਕਰਦਾ ਉਹੀ ਵਰਤਮਾਨ ਤੇ ਭਵਿੱਖ ਨੂੰ ਕੰਟਰੋਲ ਕਰਦਾ। ਬਿਲਕੁਲ ਜੀ, ਉਹ ਇਹ ਕਹਿੰਦਾ ਹਾਂ ਵੀ ਜਿਹੜਾ ਤੁਸੀਂ ਇਤਿਹਾਸ ਨੂੰ ਕੰਟਰੋਲ ਕਰ ਲਓਗੇ, ਪਰ ਇਤਿਹਾਸ ਨੂੰ ਵੀ ਉਹੀ ਕੰਟਰੋਲ ਕਰਦਾ ਜਿਹੜਾ ਵਰਤਮਾਨ 'ਚ ਤਾਕਤਵਰ ਹੋਵੇ, ਫਿਰ ਇਤਿਹਾਸ ਕੰਟਰੋਲ ਕਰ ਲੈਂਦਾ ਕਿ ਵੀ ਐਂ ਇਤਿਹਾਸ ਲਿਖ ਲਓ। ਸੋ ਇਹ ਤਾਂ ਹੁੰਦਾ ਹੀ ਆਇਆ। ਅਤੇ ਹੁਣ ਵੀ ਇਹ ਜੋ ਆਪਾਂ ਆਖੀਏ ਕਿ ਕੋਈ ਉਹਨਾਂ ਦੀ ਕੋਈ ਵਿਸ਼ਸ ਚੰਗੀਆਂ ਅਤੇ ਇੱਧਰੋਂ ਵਾਲੇ ਨਹੀਂ, ਇੱਧਰੋਂ ਵਾਲੇ ਚੰਗੇ, ਆਏ ਨਹੀਂ ਗਾ। ਇਹ ਇੱਕ ਮਲਖ, ਇੱਕ ਅਖਾੜਾ ਬਣ ਗਿਆ ਇਹ ਖਿੱਤਾ। ਪਹਿਲਾਂ ਵੀ ਆਪਾਂ ਪਿਛਲੀ ਵਾਰ ਵੀ ਇਹ ਗੱਲ ਕੀਤੀ ਸੀ, ਖਿੱਤਾ ਅਖਾੜਾ ਬਣ ਗਿਆ। ਹਾਂ, ਉਹਦੇ ਤੌਰ ਤਰੀਕੇ ਕਿਸੇ ਹੋਰ ਖਿੱਤੇ ਨਾਲੋਂ ਡਿਫਰੈਂਟ ਹੋ ਸਕਦੇ ਆ। ਅਫਰੀਕਾ 'ਚ ਹੋ ਸਕਦਾ ਹੈ ਆਰਮਡ ਰਿਬੇਲੀਅਨ ਕਰਾਇਆ ਜਾਵੇ, ਯਮਨ 'ਚ ਆਰਮਡ ਤਰੀਕੇ ਨਾਲ ਹਥਿਆਰਾਂ ਨਾਲ ਸਿੱਟ ਕੇ ਕੀਤਾ ਜਾਵੇ। ਇੱਥੇ ਹੋ ਸਕਦਾ ਡੈਮੋਕ੍ਰੇਸ ਜਿਹੜਾ ਵੋਟ ਤੰਤਰ ਆ, ਇਹਨੂੰ ਕਿਸੇ ਤਰੀਕੇ ਨਾਲ ਪਲੇ ਕਰਕੇ ਇਹਨੂੰ ਕੀਤਾ ਜਾਵੇ। ਧੰਨਵਾਦ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਅਜੇਪਾਲ ਬਰਾੜ, ਜਿਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ, ਔਰ ਖਾਸ ਤੌਰ 'ਤੇ ਕਿ ਇਹ ਮਸਲਾ ਹੈ ਕੀ ਹੈਗਾ ਔਰ ਸਿੱਖਾਂ ਨੂੰ ਕਿਵੇਂ ਸੋਚਣ ਦੀ ਲੋੜ ਆ। ਕਈ ਵਾਰ ਇਮੋਸ਼ਨਲ ਹੋ ਕੇ ਨਹੀਂ, ਜਾਂ ਬਹੁਤ ਸਾਰੇ ਪੱਖਾਂ 'ਤੇ ਉਲਾਰ ਹੋ ਕੇ ਨਹੀਂ, ਇੱਕ ਜਿਹੜੀ ਅੰਡਰਸਟੈਂਡਿੰਗ ਬਣਾਉਣੀ ਆ ਉਹ ਕਿਵੇਂ ਬੈਲੈਂਸ ਅੰਡਰਸਟੈਂਡਿੰਗ ਹੋਵੇ, ਜਿਹਦੇ 'ਚ ਫਾਇਦਾ ਹੋਵੇ ਮੁਲਕ ਦਾ, ਪੰਜਾਬ ਦਾ, ਔਰ ਕਿਵੇਂ ਇਹਦੇ ਪਿੱਛੇ ਉਹ ਏਜੰਡਾ ਚੱਲ ਰਿਹਾ ਹੈਗਾ ਜਿਹੜਾ ਦੁਨੀਆ ਦਾ ਇੱਕ ਲਾਰਜਰ ਜੀਓ ਪੋਲੀਟਿਕਸ ਦਾ ਏਜੰਡਾ, ਜਿਹਦੇ 'ਚੋਂ ਅਮਰੀਕਾ ਆਪਣੇ ਹਿੱਤਾਂ ਨੂੰ ਸਾਧ ਰਿਹਾ ਹੈਗਾ।